ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦੀ ਮਹਾਨ ਰਹਿਮਤ ਸਦਕਾ ਸਾਹਿਬ ਜੀ ਦੀ ਮੁਖਾਰਬਿੰਦ ਰਚਨਾ ਬਾਣੀ ਦਸਮ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਥਾ ਜੋ ਕਰ ਰਹੇ ਹਾਂ ਸਤਿਗੁਰਾਂ ਦੀ ਇਹ ਮਹਾਨ ਸਾਡੇ 'ਤੇ ਆਸ਼ੀਰਵਾਦ ਸਮਝਣਾ ਚਾਹੀਏ। ਇਹ ਗੁਰਾਂ ਦੀ ਰਹਿਮਤ ਸਦਕਾ ਆਪਾਂ 28 ਅੰਗ ਤੱਕ ਪਾਠ ਕਰ ਲਿਆ ਦਸਮ ਗੁਰੂ ਗ੍ਰੰਥ ਸਾਹਿਬ ਜੀ ਦੇ। ਇੱਥੋਂ 28 ਅੰਗ ਤੋਂ ਅੱਗੇ ਛੰਦ ਜੋ 180 ਤੋਂ ਤਬ ਪ੍ਰਸਾਦ ਰੂ ਆਮਲ ਛੰਦ ਆਰੰਭ ਹੋਣਾ। ਸਾਰੇ 128 ਅੰਗ ਕੱਢ ਲਈਏ। ਰੂ ਆਮਲ ਛੰਦ ਤੋਂ ਪਾਠ ਆਰੰਭਤਾ ਹੋਣੀ ਹੈ ਅਤੇ ਪਾਠ ਸ਼ੁਰੂ ਕੀਤਾ ਜਾਵੇ। ਅਤੇ ਨਾਲ ਜਿਹੜੀ ਇਹਦੇ 'ਚ ਹੈ ਇਹ ਪੰਗਤੀਆਂ ਜਰਾ ਕੁ ਲੰਬੇਰੀਆਂ ਨੇ, ਇੱਥੇ ਆਪਾਂ ਨੂੰ ਵਿਸਰਾਮਾਂ ਦਾ ਵੀ ਨਾਲ ਧਿਆਨ ਰੱਖਣਾ ਪਵੇਗਾ। ਸਹਿਜੇ ਪਾਠ ਹੋ ਰਿਹਾ, ਸਾਰਿਆਂ ਦੇ ਸਮਝ ਆ ਰਿਹਾ। ਅਗਰ ਜੇ ਕਿਤੇ ਕੋਈ ਮਹਿੰਗਾ ਵਿਸਰਾਮ ਹੋਵੇਗਾ ਤਾਂ ਉਹ ਫਿਰ ਬੇਨਤੀ ਕੀਤੀ ਜਾਵੇਗੀ। ਆਓ ਨਾਲ ਦਰਸ਼ਨ ਦਿਦਾਰੇ ਕਰੀਏ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੀ ਮੁਬਾਰਕ ਕਾਨੀ ਤੋਂ ਜੋ ਲਿਖੀ ਹੋਈ ਪਵਿੱਤਰ ਬਾਣੀ ਮੁਖਾਰਬਿੰਦ ਤੋਂ ਉਚਾਰਨ ਹੋਈ ਦਸਮ ਬਾਣੀ ਅਕਾਲ ਉਸਤਤ ਸਾਹਿਬ ਦੇ ਪਾਠ ਨਾਲ ਜੁੜਨਾ ਕਰੀਏ। ਹਾਂਜੀ। ਸਤਨਾਮ ਸ੍ਰੀ ਵਾਹਿਗੁਰੂ ਜੀ। ਤਵ ਪ੍ਰਸਾਦ ਰੂਆਮਲ ਛੰਦ ਰੂਪ ਰਾਗ ਨਾ ਰੇਖ ਰੰਗ ਨਾ ਜਨਮ ਮਰਨ ਬੇਹੀਨ। ਹਾਂ, ਇਹਦੇ ਨਾਂ ਦੇ ਵਿਸਰਾਮ ਲੱਗਣਾ ਜੀ। ਇਹ ਧਿਆਨ ਦੇਣਾ। ਇੱਕ ਤਾਂ ਰੂਆਮਲ ਕਹਿਣਾ, ਰੂਆਮਲ। ਕਈ ਵਾਰੀ ਕਾਹਲੀ ਵਿੱਚ ਰੂਆਮਲ ਛੰਦ ਕਹਿ ਕੇ ਨਾ ਲੰਘ ਜਾਈਏ। ਇੱਥੇ ਦੋ ਦਲੈਂਕੜ ਲੱਗੇ, ਰੂਆਮਲ ਛੰਦ। ਇਹਦਾ ਵਿਸਰਾਮ ਲੱਗੇਗਾ ਰੂਪ ਰੰਗ ਨਾ ਰੇਖ ਰੰਗ ਨਾ ਜਨਮ ਮਰਨ ਵਿਹੀਨ। ਅਤੇ ਕਈਆਂ ਨੇ ਰੂਪ ਰਾਗ ਨਾ ਰੇਖ ਰੰਗ ਨਾ ਜਨਮ ਮਰਨ ਵਿਹੀਨ ਇਸ ਪ੍ਰਕਾਰ ਵੀ ਕੀਤਾ, ਪਰ ਉਹ ਸ਼ੁੱਧ ਨਹੀਂ ਹੈ। ਇਹਦਾ ਅਰਥ ਬਣੂਗਾ ਉਸ ਪਰਮੇਸ਼ਰ ਦਾ ਨਾ ਕੋਈ ਰੂਪ ਨਾ ਰਾਗ ਨਾ ਰੇਖਾ ਨਾ ਕੋਈ ਰੰਗ ਉਹਦਾ, ਉਹ ਜਨਮ ਮਰਨ ਤੋਂ ਵਿਹੀਨ ਹੈ ਪਰਮੇਸ਼ਰ। ਤਾਂ ਕਰਕੇ ਨੰਨਾ ਜਿਹੜੇ ਉੱਥੇ ਨੰਨੇ 'ਤੇ ਵਿਸਰਾਮ ਜਾ ਕੇ ਲੱਗਣਾ। ਹਾਂਜੀ, ਫੇਰ ਪੜ੍ਹ ਦਈਏ ਪਾਠ ਅਤੇ ਅੱਗੇ ਸ਼ੁਰੂ ਕਰੀਏ। ਰੂਪ ਰਾਗ ਨਾ ਰੇਖ ਰੰਗ ਨਾ ਜਨਮ ਮਰਨ ਬੇਹੀਨ। ਇਹ ਵਿਹੀਨ ਦਾ ਉਚਾਰਨ ਕਰਨ ਲੱਗਿਆ ਵੀ ਧਿਆਨ ਦਿੱਤਾ ਜਾਵੇ, ਕਿਤੇ ਜਿਹੜੀ ਬੱਬੇ ਨੂੰ ਸਿਹਾਰੀ ਲੱਗੀ ਉਹ ਰਾਹੀ ਨਾ ਜਾਵੇ। ਵਿਹੀਨ। ਅਤੇ ਇਹ ਵੀ ਦੇਖਣਾ ਅਸੀਂ ਸਿਹਾਰੀ ਲਾਉਂਦੇ ਕਿਤੇ ਲਾਮ ਹੀ ਨਾ ਲਾ ਜਾਈਏ, ਉਹਨੂੰ ਲੰਬੇਰਾ ਵੀ ਨਹੀਂ ਕਰਨਾ। ਇਹ ਛੋਟੀ ਲਘੂ ਮਾਤਰਾ ਹੈ, ਉਸੇ ਪ੍ਰਕਾਰ ਧਿਆਨ ਦਿੱਤਾ ਜਾਵੇ। ਹਾਂਜੀ। ਆਦ ਨਾਥ ਅਗਾਧ ਪੁਰਖ ਸੋ ਧਰਮ ਕਰਮ ਪ੍ਰਵੀਨ। ਹਾਂ, ਇਹ ਪੁਰਖ ਤੇ ਵਿਸਰਾਮ ਜਿਵੇਂ ਲੱਗਿਆ, ਠੀਕ ਹੈ। ਚਲੋ ਅੱਗੇ। ਜੰਤਰ ਮੰਤਰ ਨਾ ਤੰਤਰ ਜਾ ਕੋ ਆਦ ਪੁਰਖ ਅਪਾਰ। ਹਾਂ, ਜਾ ਕੋ ਦੇ ਵਿਸਰਾਮ ਜਿਵੇਂ ਲੱਗ ਰਿਹਾ, ਠੀਕ ਆ, ਸ਼ੁੱਧ ਆ। ਹਾਂਜੀ। ਹਸਤ ਕੀਟ ਬਿਖੈ ਬਸੈ ਸਭ ਠੌਰ ਮੈਂ ਨਿਰਧਾਰ। ਹਾਂਜੀ। ਜਾਤ ਪਾਤ ਨਾ ਤਾਤ ਜਾ ਕੋ ਮੰਤਰ ਮਾਤ ਨਾ ਮਿੱਤਰ। ਸਰਬ ਠੌਰ ਵਿਖਾਇ ਰਮਿਓ ਜਿਹ ਚੱਕਰ ਚਿਹਨ ਨਾ ਚਿੱਤਰ। ਚਿੱਤਰ ਪੋਲਾ ਜਿਹਾ ਪਾਠ ਕਰਨਾ। ਚਿੱਤਰ ਫੋਟੋ ਮੂਰਤ ਜਿਹਨੂੰ ਕਹਿੰਦੇ ਆ। ਹਾਂ, ਜਿਹੇ ਇਹਨਾਂ ਵਿਸਰਾਮ ਵੀ ਰਮਿਓ 'ਤੇ ਲੱਗਣਾ। ਸਰਬ ਠੌਰ ਵਿਖਾਇ ਰਮਿਓ ਜਿਹੇ ਚੱਕਰ ਚਿਹਨ ਨਾ ਚਿੱਤਰ। ਚਿੱਤਰ ਪੋਲਾ ਜਿਹਾ ਪਾਠ ਕਰਨਾ। ਸਰਬ ਕੰਧਾਂ 'ਤੇ ਫੋਟੋ ਲੱਗੀਆਂ ਉਹਨੂੰ ਚਿੱਤਰ ਕਹਿੰਦੇ ਅਸੀਂ, ਉਹ ਚਿੱਤਰ। ਜਾਂ ਚਿੱਤਰਕਾਰੀ ਆਮ ਚਿੱਤਰਕਾਰੀ ਤਾਂ ਨਹੀਂ ਬੋਲਦੇ, ਚਿੱਤਰਕਾਰੀ ਬੋਲਦੇ ਨਾ, ਇਸ ਕਰਕੇ ਪੋਲਾ ਜਿਹਾ ਪਾਠ ਚਿੱਤਰ ਕੀਤਾ ਜਾਵੇ। ਹਾਂਜੀ। ਸਰਬ ਠੌਰ ਵਿਖਾਇ ਰਮਿਓ ਜਿਹ ਚੱਕਰ ਚਿਹਨ ਨਾ ਚਿੱਤਰ। ਆਦ ਦੇਵ ਉਦਾਰ ਮੂਰਤ ਅਗਾਧ ਨਾਥ ਅਨੰਤ। ਆਦ ਅੰਤ ਨਾ ਜਾਨੀਐ ਅਵਿਖਾਦ ਦੇਵ ਦੁਰੰਤ। ਅਵਿਖਾਦ ਜਿਵੇਂ ਪਾਠ ਹੋਇਆ, ਇਸੇ ਪ੍ਰਕਾਰ ਆੜਾ ਅੱਗੇ ਲਾ ਕੇ ਵਿਖਾਦ ਅਵਿਖਾਦ। ਅਵਖਾਦ ਨਹੀਂ ਪਾਠ ਕਰਨਾ, ਜਿਵੇਂ ਪਾਠ ਹੋਇਆ ਅਤੇ ਇਸ ਪ੍ਰਕਾਰ ਸਮਝ ਲੈਣਾ ਅਵਿਖਾਦ ਆੜਾ ਅੱਗੇ ਲਾ ਕੇ ਜਿਵੇਂ। ਹਾਂਜੀ, ਚਲੋ ਅੱਗੇ ਚਲੋ। ਦੇਵ ਭੇਵ ਨਾ ਜਾਨਹੀ ਜਿਹ ਮਰਮ ਵੇਦ ਕਤੇਬ। ਸਨਕ ਆਓ ਸਨਕੇਸ ਨੰਦਨ ਪਾਵਹੀ ਨਾ ਹਸੇਬ।
ਜਛ ਕਿੰਨਰ ਮਛ ਮਾਨਸ ਮੁਰਗ ਉਰਗ ਅਪਾਰ ਨੇਤ ਨੇਤ ਪੁਕਾਰ ਹੀ ਸਿਵ ਸਕਰ ਔ ਮੁਖ ਚਾਰ ਸਰਬ ਸਬਤ ਬਤਾਰ ਕੇ ਤਰ ਜਾਪ ਹੀ ਜਿਹ ਜਾਪ ਆਦ ਦੇਵ ਅਗਾਧ ਤੇਜ ਅਨਾਦ ਮੂਰਤ ਅਤਾਪ ਜੰਤਰ ਮੰਤਰ ਨਾ ਆਵਈ ਕਰ ਤੰਤਰ ਕਰ ਮੰਤਰ ਤੇ ਵਿਸਰਾਮ ਲਾ ਕੇ ਜੀ। ਹਾਂਜੀ। ਜੰਤਰਾਂ ਮੰਤਰਾਂ ਨਾਲ ਵੀ ਪਰਮੇਸ਼ਰ ਕਰ ਭਾਵ ਹੱਥਾਂ 'ਚ ਨਹੀਂ ਆਉਂਦਾ। ਜੰਤਰ ਮੰਤਰ ਨਾ ਆਵਈ ਕਰ ਤੰਤਰ ਮੰਤਰ ਨਾ ਕੀਨ ਸਰਬ ਠੌਰ ਰਹਿਓ ਬਿਰਾਜ ਤਿਰਾਜ ਰਾਜ ਪ੍ਰਬੀਨ ਜਛ ਗੰਧਰਵ ਦੇਵ ਦਾਨੋ ਨਾ ਬ੍ਰਹਮ ਛਤਰੀਅਨ ਮਾਹੇ। ਹਾਂ, ਜਿਵੇਂ ਇਥੇ ਵਿਸਰਾਮ ਲੱਗਾ ਦਾਨੋਂ ਤੇ। ਚਲੋ ਅੱਗੇ ਸਾ ਬੈਸਨੰ ਕੇ ਬਿਖੈ ਬਿਰਾਜੈ ਸੂਦਰ ਭੀ ਵਹਿ ਨਾਹਿ ਗੂੜ ਗੌੜ ਨਾ ਭੀਲ ਭੀਕਰ ਬ੍ਰਹਮ ਸੇਖ ਸਰੂਪ ਰਾਤ ਦਿਵਸ ਨਾ ਮਦ ਉਰਦ ਨਾ ਭੂਮ ਆਕਾਸ ਅਨੂਪ। ਇਹ ਵੀ ਵਿਸਰਾਮ ਅਸੀਂ ਨਾਂ ਤੇ ਲਾਵਾਂਗੇ ਜੀ। ਰਾਤ ਦਿਵਸ ਨਾ ਮਦ ਉਰਦ ਨਾ ਭੂਮ ਆਕਾਸ ਅਨੂਪ। ਰਾਤ ਦਿਵਸ ਨਾ ਮਦ ਉਰਦ ਨਾ ਜਿਵੇਂ ਪਹਿਲਾ ਨੰਨਾ ਉਹਦੇ ਤੇ ਜਮਕੀ ਲਾ ਕੇ ਅਗਲੇ ਨੰਨਾ ਜਿਹੜਾ ਨਾ ਉਹਦੇ ਤੇ ਵਿਸਰਾਮ ਲਾ ਕੇ। ਹਾਂ, ਇਹ ਸਮਝ ਲੈਣਾ। ਰਾਤ ਦਿਵਸ ਨਾ ਮਦ ਉਰਦ ਨਾ ਭੂਮ ਆਕਾਸ ਅਨੂਪ। ਹਾਂ, ਰਾਤ ਦਿਵਸ ਨਾ ਮਦ ਉਰਦ ਨਾ ਭੂਮ ਆਕਾਸ ਅਨੂਪ ਜਾਤ ਜਨਮ ਨਾ ਕਾਲ ਕਰਮ ਨਾ ਧਰਮ ਕਰਮ ਬੇਹੀਨ। ਇਹ ਜਿਵੇਂ ਵਿਸਰਾਮ, ਜਿਵੇਂ ਦੋਵੇਂ ਪਹਿਲਾਂ ਜਮਕ ਤੇ ਵਿਸਰਾਮ ਇਹ ਨਾਂ ਤੇ ਲੱਗੇ, ਇਸੇ ਪ੍ਰਕਾਰ ਸਮਝ ਲੈਣਾ। ਹਾਂਜੀ। ਜਾਤ ਜਨਮ ਨਾ ਕਾਲ ਕਰਮ ਨਾ ਧਰਮ ਕਰਮ ਬੇਹੀਨ ਤੀਰਥ ਜਾਤਰ ਨਾ ਦੇਵ ਪੂਜਾ ਗੋਰ ਕੇ ਨਾ ਅਧੀਨ ਸਰਬ ਸਬਤ ਪਤਾਰ ਕੇ ਤਰ ਜਾਨੀਐ ਜਿਹ ਜੋਤ ਸੇਸ ਨਾਮ ਸਹੰਸ ਫਾਨ ਨਹਿ ਫਨ ਤੇ ਵਿਸਰਾਮ ਲਾਓ। ਸੇਸ ਨਾਮ ਸਹੰਸ ਫਨ ਨਹਿ ਨੇਤ ਪੂਰਨ ਹੋਤ। ਸ਼ੇਸ਼ ਨਾਗ ਦੇ ਜੋ 1000 ਫਣ ਨੇ ਤੇ ਉਹ ਨਾਮ ਪਰਮੇਸ਼ਰ ਦਾ ਜਪਦਾ, ਤਾਂ ਕਰਕੇ ਫਨ ਤੇ ਵਿਸਰਾਮ। ਨਹਿ ਨੇਤ ਪੂਰਨ ਹੋ ਤੋਂ ਵਡਿਆਈ ਕਰਦਾ ਪਰਮੇਸ਼ਰ ਦੀ। ਫੇਰ ਵੀ ਉਹਦੀ ਵਡਿਆਈ ਜਿਹੜੀ ਆ ਅਪਰਪਾਰ ਹੈ ਪਰਮੇਸ਼ਰ ਦੀ, ਉਹ ਪੂਰਨ ਨਹੀਂ ਹੋ ਸਕਦੀ। ਸੋਧ ਸੋਧ ਹਟੇ ਸਭੈ ਸੁਰ ਵਿਰੋਧ ਦਾਨਵ ਸਰਬ ਗਾਏ ਗਾਏ ਹਟੇ ਗੰਧਰਵ ਗਵਾਏ ਕਿੰਨਰ ਗਰਭ ਪੜਤ ਪੜਤ ਥਕੇ ਮਹਾਕਾਬ ਗੜਤ ਗਾੜ ਅਨੰਤ। ਇਹ ਪੜਤ ਪੜਤ ਜਿਹੜਾ ਇਹਨੂੰ ਭਾਰਾ ਕਰਕੇ ਬੋਲਣਾ, ਪੜਨ ਤੋਂ ਭਾਵਾ ਪੜਤ ਪੜਤ ਥੱਕੇ ਮਹਾਕਾਬ। ਕਾਬ ਪੋਲਾ ਜਾਂ ਥੱਕੇ ਕਸ ਕੇ ਪੜਤ ਪੜਤ ਥੱਕੇ ਮਹਾਕਾਬ ਗੜਤ ਗਾੜ ਅਨੰਤ। ਹਾਂ, ਚਲੋ ਅੱਗੇ। ਹਾਰ ਹਾਰ ਕਹਿਓ ਸਭੂ ਮਿਲ ਨਾਮ ਨਾਮ ਦੁਰੰਤ ਵੇਦ ਭੇਦ ਨਾ ਪਾਇਓ ਲਖਿਓ ਨਾ ਸੇਵਕ ਤੇਬ ਦੇਵ ਦਾਨੋ ਮੂੜ ਮਾਨੋ ਜਛ ਨਾ ਜਾਣੈ ਜੇਬ ਭੂਤ ਭਬ ਭਵਾਨ ਭੂਪਤ ਆਦ ਨਾਥ ਅਨਾਥ ਅਗਨ ਬਾਏ ਜਲੇ ਥਲੇ ਮਹਿ ਸਰਬ ਠੌਰ ਨਿਵਾਸ ਦੇਹ ਗੇਹ ਨਾ ਨੇਹ ਸਨੇਹ ਅਬੇਹ ਨਾਥ ਅਜੀਤ ਸਰਬ ਗੰਜਨ ਸਰਬ ਭੰਜਨ ਸਰਬ ਤੇ ਅਨਭੀਤ ਸਰਬ ਕਰਤਾ ਸਰਬ ਹਰਤਾ ਸਰਬ ਦਿਆਲ ਅਦਵੇਖ ਚੱਕਰ ਚਿਹਨ ਨਾ ਬਰਨ ਜਾਕੋ ਜਾਤ ਪਾਤ ਨਾ ਭੇਖ। ਫਿਰ ਬੇਨਤੀ ਕਰ ਦਈਏ, ਪਿੱਛੇ ਪਾਠ ਜੋ ਆਇਆ ਹੈ ਸਰਬ ਕਰਤਾ ਸਰਬ ਹਰਤਾ ਸਰਬ ਦਿਆਲ ਅਦਵੇਖ, ਚਰਨਾਂ ਵਿੱਚ ਵਾਵਾ ਲੱਗਾ ਹੈ ਤੇ ਉੱਤੇ ਲੱਗੀ ਆ ਲਾਉ, ਤੇ ਚਰਨਾਂ ਵਾਲੇ ਅੱਖਰ ਨੂੰ ਹੀ ਮਾਤਰਾ ਲੱਗਦੀ ਹੁੰਦੀ ਹੈ, ਇੱਥੇ ਲੱਗੀ ਲਾਂ। ਜਿਵੇਂ ਅਸੀਂ ਕਹੀਏ ਵੀ ਜਿਹੜਾ ਅੱਧਾ ਵਾਵਾ ਉਹਦਾ ਆੜਾ ਅਸੀਂ ਬੁਲਾਈਏ ਤੇ ਆੜਾ ਹੀ ਬੋਲੇਗਾ, ਤੇ ਫਿਰ ਆੜੇ ਨੂੰ ਲਾਂ ਨਹੀਂ ਲੱਗ ਸਕਦੀ। ਇਸ ਕਰਕੇ ਉਹ ਨਿਯਮ ਜਿਹੜਾ ਹੈ ਕੋਈ ਜ਼ਰੂਰੀ ਨਹੀਂ ਵੀ ਵਾਵੇ ਦਾ ਆੜਾ ਹੀ ਲੱਗੇਗਾ। ਹੁਣ ਮਾਤਰਾ ਜਿਹੜੀਆਂ ਉਹਨੂੰ ਪੂਰੀਆਂ ਲੱਗਦੀਆਂ ਹੀ ਨਹੀਂ ਆੜੇ ਨੂੰ, ਤੇ ਇਹ ਜਿਹੜੀ ਲਾਂ ਆ
ਇਹ ਮਾਤਰਾ ਜਿਹੜੀ ਆੜੇ ਨੂੰ ਨਹੀਂ ਲੱਗ ਸਕਦੀ, ਇਹ ਵਾਵੇ ਨੂੰ ਹੀ ਲੱਗੇਗੀ। ਤਾਂ ਕਰਕੇ ਤੇ ਵਾਵਾ ਹੀ ਹਰਕਤਾਂ ਭੁੱਲਿਆ ਜਾਵੇ ਤੇ ਕੋਈ ਬਹੁਤੀ ਮਾੜੀ ਗੱਲ ਨਹੀਂ ਹੋਵੇਗੀ, ਅੱਛਾ ਹੀ ਹੋਵੇਗਾ। ਜਿਵੇਂ ਅਦਵੇਖ ਹੈ ਤੇ ਅੱਗੇ ਜਾ ਕੇ ਭੇਖ ਤੁਕਾਂਤ ਮਿਲਦਾ ਹੈ। ਹਾਂਜੀ, ਫੇਰ ਪੜ੍ਹ ਦਿਓ ਭਾਵੇਂ ਪਾਠ। ਸਰਬ ਕਰਤਾ ਸਰਬ ਹਰਤਾ ਸਰਬ ਦਿਆਲ ਅਦਵੇਖ ਚੱਕਰ ਚਿਹਨ ਨਾ ਬਰਨ ਜਾ ਕੋ ਜਾਤ ਪਾਤ ਨਾ ਭੇਖ ਰੂਪ ਰੇਖ ਨਾ ਰੰਗ ਜਾ ਕੋ ਰਾਗ ਰੂਪ ਨਾ ਰੰਗ ਸਰਬ ਲਾਇਕ ਸਰਬ ਕਾਇਕ ਸਰਬ ਤੇ ਅਨਭੰਗ ਸਰਬ ਦਾਤਾ ਸਰਬ ਗਿਆਤਾ ਸਰਬ ਕੋ ਪ੍ਰਤਪਾਲ ਦੀਨ। ਦਾਤਾ ਪੁੱਲਾ ਜਾ ਗਿਆਤਾ ਜਿਵੇਂ ਪਾਠ ਕੀਤਾ ਹੈਗਾ ਕੱਸ ਕੇ, ਤੇ ਨਾਲ ਨਾਲ ਕਿ ਜਿਹੜੀ ਚਰਨਾਂ ਵਿੱਚ ਲੱਗੇ ਨੇ ਉਹਦੀ ਆਵਾਜ਼ ਜਰਾ ਕਿ ਆਪਾਂ ਇਸ ਪ੍ਰਕਾਰ ਕਰਨੀ। ਸਰਬ ਸਾਰਬ ਵੀ ਨਹੀਂ ਪੂਰਾ ਬੋਲਣਾ, ਤੇ ਸਰਬ ਕਹਿ ਕੇ ਉੱਤੇ ਅਧਿਕ ਵੀ ਨਹੀਂ ਲਾ ਦੇਣਾ। ਸਰਬ ਦਾਤਾ ਸਰਬ ਗਿਆਤਾ ਸਰਬ ਕੋ ਪ੍ਰਤਪਾਲ, ਇਹ ਵੀ ਧਿਆਨ ਰੱਖਣਾ। ਆਪਣੇ ਕੋਲ ਪੂਰੇ ਜੀ ਇੱਧਰ। ਅੱਛਾ, ਹਾਂਜੀ ਹਾਂ, ਉਹ ਚਲੋ ਜਿਹੜੀ ਪੁਰਾਤਨ ਲਿਖਤ ਹੈ ਨਾ ਉਹਨਾਂ ਵਿੱਚ ਪੂਰੇ ਲੱਗੇ, ਸਰਬ ਦਾਤਾ ਸਰਬ ਗਿਆਤਾ, ਤੇ ਕਈ ਵਿੱਚ ਪੈਰੇ ਵੀ ਲੱਗੇ ਆ, ਪਰ ਅਸੀਂ ਉਹ ਜਿਹੜੇ ਪੁਰਾਤਨ ਲਿਖਤ ਨੂੰ ਮੁੱਖ ਰੱਖਾਂਗੇ। ਹਾਂਜੀ ਇਹ ਪੂਰੇ ਹੀ ਇੱਥੇ ਰਾਰੇ ਬੁਲਾਏ ਜਾਣੇ ਚਾਹੀਦੇ ਨੇ। ਤੁਹਾਡੇ ਕੋਲੇ ਪੂਰੇ ਹਨ। ਪੂਰਾ ਨਾ ਲੱਗਾ? ਹਾਂ, ਜੋ ਪੁਰਾਤਨ ਲਿਖਤ ਆ ਉਹਨਾਂ ਦੇ ਪੂਰੇ ਲੱਗੇ ਜੀ ਇਹਨਾਂ ਤੇ। ਹਾਂਜੀ, ਸਰਬ ਦਾਤਾ ਸਰਬ ਗਿਆਤਾ ਸਰਬ ਕੋ ਪ੍ਰਤਪਾਲ। ਹਾਂ, ਚਲੋ ਜੀ ਅੱਗੇ। ਦੀਨ ਬੰਦ ਦਇਆਲ ਸੁਆਮੀ ਆਦ ਦੇਵ ਅਪਾਲ ਦੀਨ ਬੰਦ ਪ੍ਰਵੀਨ ਸ੍ਰੀ ਪਤ ਸਰਬ ਕੋ ਕਰਤਾਰ ਬਰਨ ਚਿਹਨ ਨਾ ਚੱਕਰ ਜਾ ਕੋ ਚੱਕਰ ਚਿਹਨ ਆਕਾਰ ਜਾਤ ਪਾਤ ਨਾ ਗੋਤਰ ਗਾਥਾ ਰੂਪ ਰੇਖ ਨਾ ਬਰਨ ਸਰਬ ਦਾਤਾ ਸਰਬ ਗਿਆਤਾ ਸਰਬ ਭੂ ਕੋ ਭਰਨ। ਇਹ ਅੱਗੇ ਵਿਦਿਆਰਥੀ ਸਿੰਘ ਜਿਹੜੇ ਪਾਠ ਕਰਨ ਵਾਲੇ ਜਾਂ ਸੁਣਨ ਵਾਲੇ ਧਿਆਨ ਦੇਣ ਵੀ ਜਿਵੇਂ ਹੁਣ ਪਾਠੀ ਸਿੰਘ ਪਾਠ ਕਰ ਰਿਹਾ ਹੈ, ਉਹ ਪਾਠ ਆਪਾਂ ਸਰਵਣ ਕਰ ਰਹੇ ਹਾਂ, ਤੇ ਅੱਗੇ ਇਸ ਪ੍ਰਕਾਰ ਦਰਸ਼ਨ ਦਿਦਾਰੇ ਵੀ ਕਰਾਂਗੇ ਤੇ ਸਰਵਣ ਵੀ ਕਰਨਾ। ਉਹਨੂੰ ਧਿਆਨ 'ਚ ਰੱਖਣਾ ਵੀ ਸਰਬ ਦਾਤਾ ਸਰਬ ਗਿਆਤਾ, ਦਾਤਾ ਭੁੱਲਾ ਜਾ ਤੇ ਗਿਆਤਾ ਕੱਸ ਕੇ, ਜੇ ਪਾਠ ਸ਼ੁੱਧ ਹੋ ਰਿਹਾ ਇਸੇ ਪ੍ਰਕਾਰ ਧਿਆਨ ਦੇਣਾ ਅੱਗੇ ਵੀ। ਫੇਰ ਪੜ੍ਹ ਦਿਓ ਜੀ। ਜਾਤ ਪਾਤ ਨਾ ਗੋਤਰ ਗਾਥਾ ਰੂਪ ਰੇਖ ਨਾ ਬਰਨ ਸਰਬ ਦਾਤਾ ਸਰਬ ਗਿਆਤਾ ਸਰਬ ਭੂ ਕੋ ਭਰਨ ਦੁਸ਼ਟ ਗੰਜਨ ਸਤਰ ਭੰਜਨ ਪਰਮ ਪੁਰਖ ਪ੍ਰਮਾਥ ਦੁਸ਼ਟ ਹਰਤਾ ਸ੍ਰਿਸ਼ਟ ਕਰਤਾ ਜਗਤ ਮੈਂ ਜਿਹ ਗਾਥ ਭੂਤ ਭਵ ਭਵਿਖ ਭਵਾਨ ਪ੍ਰਮਾਨ ਦੇਵ ਅਗੰਜ। ਹਾਂਜੀ, ਕਿਸੇ ਮੈਂ ਵਿਸਰਾਮ ਲੱਗੇ ਦਰਸ਼ਨ ਕੀਤੇ, ਉਹਨਾਂ ਨੇ ਇਹ ਵਿਸਰਾਮ ਭਵਿੱਖ ਤੇ ਲਾਤਾ, ਪਰ ਜਿਹੜਾ ਵਿਸਰਾਮ ਜਿਵੇਂ ਸ਼ੁੱਧ ਇੱਥੇ ਲੱਗਿਆ ਭਵਾਨ ਤੇ ਵਿਸਰਾਮ ਲੱਗੇਗਾ, ਸ਼ੁੱਧ ਇੱਥੇ ਹੀ ਆ ਜੀ। ਹਾਂਜੀ, ਫੇਰ ਪੜ੍ਹ ਦਿਓ ਜੀ। ਭੂਤ ਭਵ ਭਵਿਖ ਭਵਾਨ ਪ੍ਰਮਾਨ ਦੇਵ ਅਗੰਜ ਆਦ ਅੰਤ ਅਨਾਦ ਸ੍ਰੀ ਪਤ ਪਰਮ ਪੁਰਖ ਅਭੰਜ ਧਰਮ ਕੇ ਅਨਕਰਮ ਜੇਤਕ ਕੀਨ ਤੌਨ ਪਸਾਰ ਦੇਵ ਅਦੇਵ ਗੰਧਰਵ ਕਿੰਨਰ ਮੱਛ ਕੱਛ ਅਪਾਰ ਭੂਮ ਆਕਾਸ ਜਲੇ ਥਲੇ ਮਹਿ ਮਾਨੀਐ ਜਿਹ ਨਾਮ ਦੁਸ਼ਟ ਹਰਤਾ ਪੁਸ਼ਟ ਕਰਤਾ ਸ੍ਰਿਸ਼ਟ ਹਰਤਾ ਕਾਮ ਦੁਸ਼ਟ ਹਰਨਾ ਸ੍ਰਿਸ਼ਟ ਕਰਨਾ ਦਿਆਲ ਲਾਲ ਗੋਬਿੰਦ ਮਿੱਤਰ ਪਾਲਕ ਸਤਰ ਘਾਲਕ ਦੀਨ ਦਇਆਲ ਮੁਕੰਦ। ਦੀਨ ਦਇਆਲ ਦੱਦਾ ਜਿਹੜੀ ਸ਼ਹਿਰੀ ਨਾ ਇਹ ਨਾ ਇਹ ਨਾਲ ਅੱਛਾ ਟੇਢਾ ਜੀ ਆ ਕਈਆਂ ਦੇ ਵਿੱਚ ਦੀਨ ਦਇਆਲ ਈੜੀ ਨਾ, ਪਰ ਜਿਹੜਾ ਸ਼ੁੱਧ ਪਾਠ ਹੈ ਜੋ ਪੁਰਾਤਨ ਸਰੂਪਾਂ ਜਿਵੇਂ ਲਾਹੌਰ ਵਾਲਾ ਛਾਪਾ ਹੈ ਜਾਂ ਉਸ ਤੋਂ ਵੀ ਹੱਥ ਲਿਖ ਤਾਂ ਉਹਦੇ 'ਚ ਯੀਏ ਨਾਲ ਪਾਠ ਹੈ। ਤੱਦਾ ਯੀਆ ਅੱਧਾ ਲੱਗਾ ਕੰਨਾ ਤੇ ਆ ਲੱਲਾ ਦਇਆਲ, ਇਸ ਪ੍ਰਕਾਰ ਪਾਠ ਇਹ ਪੁਰਾਤਨ ਇਸ ਤਰ੍ਹਾਂ ਹੀ ਸ਼ੁੱਧ ਹੈ। ਤੇ ਅੱਜ ਕੱਲ੍ਹ ਲਿਖਤਾਂ ਵਿੱਚ ਕਈਆਂ ਨੇ ਦੱਦਾ ਈੜੀ ਸਿਹਾਰੀ ਵਾਲੇ ਕੰਨਾ ਲੱਲਾ ਵੀ ਲਾਇਆ, ਪਰ ਸ਼ੁੱਧ ਅੱਖਰ ਜਿਹੜਾ ਹੈ ਅੱਧੇ ਯੀਏ ਨਾਲ ਹੈ ਜੀ ਦਇਆਲ। ਅਤੇ ਆ ਜਿਹੜਾ ਉਚਾਰਨ ਉਵੇਂ ਹੋਏਗਾ ਦਇਆਲ। ਸੇਮ ਹਾਂਜੀ, ਮਿੱਤਰ ਪਾਲਕ ਸਤਰ ਘਾਲਕ ਦੀਨ ਦਇਆਲ ਮੁਕੰਦ
ਅਗਉ ਦੰਡਨ ਦੁਸ਼ਟ ਖੰਡਨ ਕਾਲ ਹੂੰ ਕੇ ਕਾਲ ਦੁਸ਼ਟ ਹਰਣੰ ਪੁਸ਼ਟ ਕਰਣੰ ਸਰਬ ਕੇ ਪ੍ਰਤਿਪਾਲ ਸਰਬ ਕਰਤਾ ਸਰਬ ਹਰਤਾ ਸਰਬ ਤੇ ਅਨਕਾਮ ਸਰਬ ਖੰਡਨ ਸਰਬ ਦੰਡਨ ਸਰਬ ਕੇ ਨਿਜ ਭਾਮ ਸਰਬ ਭੁਗਤਾ ਸਰਬ ਜੁਗਤਾ ਸਰਬ ਕਰਮ ਪ੍ਰਵੀਨ। ਇਹ ਸਰਬ ਪਾਠ ਹਰੇ ਇਹ ਪੂਰੇ ਬੱਬੇ ਲੱਗੇ ਨੇ। ਹਾਂਜੀ ਹਾਂ ਇਹ ਫਿਰ ਮੇਰੇ ਕੋਲੇ ਹੈ ਇਹਦੇ ਤੇ ਅੱਧੇ ਲੱਗੇ ਨੇ ਪਰ ਜਿਹੜੇ ਪੁਰਾਤਨ ਲਿਖਤ ਮੁਤਾਬਕ ਇਹ ਪੂਰੇ ਬੱਬੇ ਆ। ਇਹ ਜਿਹੜੀ ਛਪਾਈ ਹੋਈ ਹੈ ਇਹ ਪੁਰਾਤਨ ਸਰੂਪ ਨਾਲ ਰਾਰੇ ਇਹ ਸਰਬ ਭੁਗਤਾ ਸਰਬ ਜੁਗਤਾ ਸਰਬ ਕਰਮ ਪ੍ਰਵੀਨ ਇਹ ਰਾਰੇ ਪੂਰੇ ਨੇ। ਹਾਂਜੀ ਸਰਬ ਭੁਗਤਾ ਸਰਬ ਜੁਗਤਾ ਸਰਬ ਕਰਮ ਪ੍ਰਵੀਨ ਸਰਬ ਖੰਡਨ ਸਰਬ ਦੰਡਨ ਸਰਬ ਕਰਮ ਅਧੀਨ ਸਰਬ ਸਿਮਰਤਨ ਸਰਬ ਸ਼ਾਸਤਰਨ। ਸਿਮਰਤਨ ਇਕੱਠਾ ਹੀ ਪਾਠ ਕਰਨਾ, ਸਿਮਰਤਾਨ ਵੱਖਰਾ ਵੱਖਰਾ ਨਹੀਂ ਕਰਨਾ। ਸਰਬ ਸਿਮਰਤਨ ਸਰਬ ਸ਼ਾਸਤਰਨ। ਹਾਂ ਠੀਕ। ਸਰਬ ਸਿਮਰਤਨ ਸਰਬ ਸ਼ਾਸਤਰਨ ਸਰਬ ਵੇਦ ਵਿਚਾਰ ਦੁਸ਼ਟ ਹਰਤਾ ਵਿਸ਼ਵ ਭਰਤਾ ਆਦ ਰੂਪ ਅਪਾਰ ਦੁਸ਼ਟ ਦੰਡਨ ਪੁਸ਼ਟ ਖੰਡਨ ਆਦ ਦੇਵ ਅਖੰਡ ਭੂਮ ਆਕਾਸ਼ ਜਲੇ ਥਲੇ ਮਹਿ ਜਪਤ ਜਾਪ ਅਮੰਡ ਸ੍ਰਿਸ਼ਟ ਚਾਰ ਵਿਚਾਰ। ਸ੍ਰਿਸ਼ਟ ਚਾਰ ਫਿਰ ਪੜੋ। ਸ੍ਰਿਸ਼ਟ ਚਾਰ ਵਿਚਾਰ ਜੇਤੇ ਜਾਨੀਐ ਸਭ ਚਾਰ ਆਦ ਦੇਵ ਅਪਾਰ ਸ੍ਰੀ ਪਤ ਦੁਸ਼ਟ ਪੁਸ਼ਟ ਪ੍ਰਹਾਰ ਅੰਨ ਦਾਤਾ ਗਿਆਨ ਗਿਆਤਾ ਸਰਬ ਮਾਨ ਮਹਿੰਦਰ ਵੇਦ ਵਿਆਸ ਕਰੇ ਕਈ ਦਿਨ ਕੋਟ ਇੰਦਰ ਉਪਿੰਦਰ ਜਨਮ ਜਾਤਾ ਕੋਟ ਇੰਦਰ ਉਪ ਇੰਦਰ ਉਪ ਇੰਦਰ ਇਹ ਊੜਾ ਲੱਗਾ। ਹਾਂਜੀ ਉਪ ਇੰਦਰ ਹੈ ਨਾ ਉਪਿੰਦਰ ਨਹੀਂ ਉਪਿੰਦਰ ਲੱਗਿਆ ਆਪਾਂ ਨੂੰ। ਉਪਿੰਦਰ ਪੱਪੇ ਸ਼ਾਇਦ ਅੱਛਾ ਫਿਰ ਇੱਧਰ ਤੁਹਾਡੇ ਉਪ ਇੰਦਰ ਪਾਠ ਵੀ ਕਈ ਲਿਖਤਾਂ 'ਚ ਆ ਜਾਂਦਾ ਤੇ ਕਈ ਉਪਿੰਦਰ ਜਿਹੜੀ ਚਾਲ ਵੀ ਉਪਿੰਦਰ ਨਾਲ ਹੀ ਬਣਨੀ ਹੈ ਉਹਦੇ ਵਿੱਚੋਂ ਊੜਾ ਨਿਕਲੇਗਾ ਉਪ ਇੰਦਰ ਪਰ ਅਸੀਂ ਜੇ ਅਰਥ ਹੀ ਲਾਤਾ ਲਿਖ ਕੇ ਉਹ ਫਿਰ ਠੀਕ ਦੀ ਗੱਲ ਬਣਨੀ। ਉਪਿੰਦਰ ਪਾਠ ਹੈ ਉਹ ਜੋ ਗਿਆਨੀ ਲੋਕ ਜਿਹੜੇ ਅਰਥ ਕਰਨ ਵਾਲੇ ਉਹਦਾ ਵੀ ਉਪ ਇੰਦਰ ਛੋਟਾ ਇੰਦਰ ਆਪੇ ਅਰਥ ਬਣਾ ਲੈਣਗੇ। ਉਪਿੰਦਰ ਜਿਹੜੇ ਚਾਲ ਮੁਤਾਬਕ ਪਾਠ ਉਪਿੰਦਰ ਹੀ ਹੋਵੇਗਾ। ਵੇਦ ਵਿਆਸ ਕਰੇ ਕਈ ਦਿਨ ਕੋਟ ਇੰਦਰ ਉਪਿੰਦਰ ਜਨਮ ਜਾਤਾ ਕਰਮ ਗਿਆਤਾ ਧਰਮ ਚਾਰ ਵਿਚਾਰ ਵੇਦ ਭੇਵ ਨਾ ਪਾਵਈ ਸਿਵ ਰੁਦਰ ਔ ਮੁਖ ਚਾਰ ਕੋਟ ਇੰਦਰ ਉਪ ਇੰਦਰ ਵਿਆਸ ਸਨਕ ਸਨਤ ਕੁਮਾਰ। ਇਥੇ ਉਪ ਇੰਦਰ ਹੈ। ਹਾਂਜੀ ਇਥੇ ਉਪ ਇੰਦਰ ਪ੍ਰਿੰਟ ਵੀ ਹੋਇਆ ਸਮਝ ਲਿਆ ਜਾਵੇ। ਪਹਿਲਾਂ ਉਪਿੰਦਰ ਹੀ ਸੀ ਪਾਠ ਇਹਦੇ ਕੋਟ ਇੰਦਰ ਉਪ ਇੰਦਰ ਵਿਆਸ ਸਨਕ ਸਨਤ ਕੁਮਾਰ। ਕੋਟ ਇੰਦਰ ਉਪ ਇੰਦਰ ਵਿਆਸ ਸਨਕ ਸਨਤ ਕੁਮਾਰ ਗਾਏ ਗਾਏ ਥਕੇ ਸਭੈ ਗੁਣ ਚਕਰਤ ਭੇ ਮੁਖ ਚਾਰ ਆਦ ਅੰਤ ਨਾ ਮਦ ਜਾ ਕੋ ਭੂਤ ਭਵ ਭਵਾਨ ਸਤ ਦੁਆਪਰ ਤ੍ਰਿਤੀਆ ਕਲਯੁਗ ਚਤਰ ਕਾਲ ਪ੍ਰਧਾਨ ਧਿਆਏ ਧਿਆਏ ਥਕੇ ਮਹਾ ਮੁਨ ਗਾਏ ਗੰਧਰਵ ਅਪਾਰ ਹਾਰ ਹਾਰ ਥਕੇ ਸਭੈ ਨਹੀਂ ਪਾਈਐ ਤਿਹ ਪਾਰ ਨਾਰਦ ਆਦਿਕ ਵੇਦ ਵਿਆਸਕ ਮੁਨ ਮਹਾਨ ਅਨੰਤ ਧਿਆਏ ਧਿਆਏ ਥਕੇ ਸਭੈ ਕਰ ਕੋਟ ਕਸ਼ਟ ਦੁਰੰਤ ਗਾਏ ਗਾਏ ਥਕੇ ਗੰਧਰਵ ਨਾਚ ਅਪਛਰ ਅਪਾਰ ਸੋਧ ਸੋਧ ਥਕੇ ਮਹਾਸੁਰ ਪਾਇਓ ਨਹਿ ਪਾਰ ਤਵ ਪ੍ਰਸਾਦ ਦੋਹਰਾ ਏਕ ਸਮੈ ਸ੍ਰੀ ਆਤਮਾ ਉਚਰਿਓ ਮਤ ਸਿਉ ਬੈਨ ਸਭ ਪ੍ਰਤਾਪ ਜਗਦੀਸ਼ ਕੋ ਕਹੋ ਸਕਲ ਵਿਦ ਤੈਨ दोहरा को आत्मा स्वरूप है कहाँ सृष्ट को विचार कौन धर्म को कर्म है कहो सकल विस्तार दोहरा
कह जीतब कह मरन है, कवन सुर्ग कह नरक, को सुगड़ा को मूढ़ता, कहा तर्क अवतर्क। दोहरा को निंदा जास है कवन, कवन पाप कह धर्म, कवन जोग को भोग है, कवन कर्म अपकर्म। दोहरा कहो सो श्रम का सो कहे, दाम को कहा कहंत, को सूरा दाता कवन, कहो तंत को मंत। दोहरा कहाँ रंक राजा कवन, हरख सोग है कवन, को रोगी रागी कवन, कहो तत् मोहि तवन। दोहरा कवन श्रेष्ठ को पुष्ट है, कहाँ श्रेष्ठ को विचार, कवन श्रेष्ठ को पृष्ठ है, कहो सकल विस्तार। दोहरा कहा परम को कर्म है, कहा परम को नाश, कहा चेतन की चेष्टा, कहा अचेत प्रकाश। दोहरा कहा नेम संयम कहा ज्ञान अज्ञान, को रोगी सोगी कवन, कहा धर्म की हान। दोहरा को सूरा सुंदर कवन, कहा जोग को सार, को दाता ज्ञानी कवन, कहो विचार अविचार। हाँ जी, ਇੱਥੇ 10 ਦੋਹਰੇ ਆਏ ਨੇ ਤੇ 10 ਵਾਰੀ ਆਪਾਂ ਨੇ ਪਾਠ ਸਰਵਣ ਕੀਤਾ ਹੈ। ਅੱਗੇ ਵੀ ਪਾਠ ਇਸ ਪ੍ਰਕਾਰ ਦੋਹਰਾ ਆਵੇਗਾ। ਦੋਹਰਾ ਚਾਲ ਇੱਕ ਛੰਦ ਦਾ ਨਾਮ ਹੈ। ਤੋ ਬਹੁਤਾ ਵਿਸਥਾਰ ਚਲੋ ਹਲੇ ਨਹੀਂ ਕਰਦੇ ਕਿ ਲੋੜ ਪਈ ਉਹ ਦੱਸਿਆ ਵੀ ਜਾਵੇਗਾ। ਤੋ ਇੱਥੇ ਜਿਹੜੀ ਬੇਨਤੀ ਕਰਨੀ ਆ ਵੀ ਉਚਾਰਨ ਕਿਵੇਂ ਕਰਨਾ। ਜਿਵੇਂ ਆਪਾਂ ਨੇ ਸਰਵਣ ਕੀਤਾ ਦੋਹਰਾ, ਤੇ ਕਈ ਇਹ ਵੀ ਸੁਣਿਆ ਪਾਠ ਕਰਦੇ ਅਣਜਾਣਪੁਣੇ ਵਿੱਚ ਦੋਹਰਾ ਕਹਿ ਜਾਂਦੇ। ਦੋਹਰਾ ਪਾਠ ਨਹੀਂ, ਦੋਹਰਾ। ਦੋਹਰੇ ਵੀ ਹੁੰਦੇ ਆ ਉਹ ਜਿਹੜੇ ਆਮ ਖੁੱਲ੍ਹੇ ਗਾਉਣ ਗਾਉਂਦੇ ਨੇ ਲੋਕ, ਉਹਨੂੰ ਕਹਿੰਦੇ ਦੋਹਰਾ ਲਾ ਦੇ ਭਾਈ ਜਾਂ ਦੋਹਾ ਲਾ ਦੇ, ਉਹ ਹੁੰਦਾ ਉੱਥੇ ਦੋਹਰਾ। ਇੱਥੇ ਦੋਹਰਾ ਹੀ ਪਾਠ ਆ, ਸਿਹਾਰੀ ਕਰਕੇ ਨਾ ਲਾਇਆ ਜਾਵੇ। ਜਿਵੇਂ ਗੁਰੂ ਗ੍ਰੰਥ ਸਾਹਿਬ ਜੀ ਪਾਠ ਆਉਂਦਾ ਨਾਵੇਂ ਮਹੱਲੇ ਪਾਤਸ਼ਾਹ ਮਹਾਰਾਜ ਦੇ ਨਵੇਂ ਪਾਤਸ਼ਾਹ ਦੇ ਸਲੋਕਾਂ ਵਿੱਚ, ਉੱਥੇ ਵੀ ਦੋਹਰਾ ਹੀ ਪਾਠ ਕਰਨਾ ਹੁੰਦਾ। ਦੋਹਰਾ ਨਵੇਂ ਪਾਤਸ਼ਾਹ ਨੇ ਉਚਾਰਨ ਕੀਤਾ, ਫਿਰ ਦਸਮ ਪਾਤਸ਼ਾਹ ਨੇ ਉਹਦੇ ਵਿੱਚ ਇਸ ਪ੍ਰਕਾਰ ਉੱਤਰ ਰੂਪ ਵਿੱਚ ਉਚਾਰਨ ਕੀਤਾ। ਬਲ ਸੁੱਟ ਕੇ ਉਹ ਬੰਧਨ ਪਰੇ ਕਛੁ ਨਾ ਹੋਦਾ ਪਾਏ, ਉੱਥੇ ਵੀ ਦੋਹਰਾ ਹੀ ਪਾਠ ਕਰਦੇ ਅਸੀਂ। ਦੋਹਰਾ ਨਹੀਂ ਤਾਂ ਇਹ ਯਾਦ ਰੱਖਿਆ ਵੇ ਦੋਹਰਾ ਹੀ ਪਾਠ ਕਰਨਾ, ਜਿਸ ਪ੍ਰਕਾਰ ਆਪਾਂ ਨੇ ਹੁਣ ਇੱਥੇ ਸਰਵਣ ਕੀਤਾ। ਹਾਂਜੀ, ਧਿਆਨ 'ਚ ਰੱਖਣਾ ਹੈ ਬੇਨਤੀ। ਤਵ ਪ੍ਰਸਾਦ ਦੀਰਘ ਤ੍ਰਿਭੰਗੀ ਛੰਦ, ਦੁਰਜਨ ਦਲ ਦੰਡਣ ਦੁਸ਼ਟ ਵਿਹੰਡਣ, ਦੁਰਜਨ ਦਲ ਦੰਡਣ ਅਸੁਰ ਵਿਹੰਡਣ, ਦੁਸ਼ਟ ਨਿਕੰਦਨ ਆਦ ਬ੍ਰਿਤੇ, ਚਛਰਾਸੁਰ ਮਾਰਨ ਪਤਤ ਉਦਾਹਰਣ, ਨਰਕ ਨਿਵਾਰਣ ਗੂੜ ਗਤੇ, ਅਸ਼ੈ ਅਖੰਡੇ ਤੇਜ ਪ੍ਰਚੰਡੇ। ਦਾਲਾਵਾਂ ਲੱਗੀਆਂ ਇੱਥੇ। ਹਾਂਜੀ ਹਾਂ, ਅਸ਼ੈ ਅਖੰਡੇ ਜੋ ਆੜਾ ਹੈ ਅੱਗੇ ਲਾ ਕੇ ਪਾਠ ਕਰਨਾ। ਚਲੋ ਫਿਰ ਅੱਗੇ ਬੇਨਤੀ ਕਰਦੇ ਹਾਂ। ਅਸ਼ੈ ਅਖੰਡੇ ਤੇਜ ਪ੍ਰਚੰਡੇ, ਖੰਡ ਉਦੰਡੇ ਅਲਖ ਮਤੇ, ਜੈ ਜੈ ਹੋਸੀ ਮਹਿਖਾਸੁਰ ਮਰਦਨ, ਰਾਮਕ ਪਰਦਨ ਛਤਰ ਛਿਤੇ। ਹਾਂਜੀ, ਇਹ ਤ੍ਰਿਭੰਗੀ ਛੰਦ ਹੈ। ਇਹ ਦੀਰਘ ਤੋਂ ਹੁੰਦਾ ਵੀ, ਉਸ ਤੋਂ ਵੀ ਇੱਕ ਤ੍ਰਿਭੰਗੀ ਛੰਦ ਹੁੰਦਾ, ਇੱਕ ਦੀਰਘ ਉਸ ਤੋਂ ਵੀ ਜਰਾ ਕੁ ਵੱਡਾ ਛੰਦ ਆ। ਦੀਰਘ ਤ੍ਰਿਭੰਗੀ ਛੰਦ ਤੇ ਤ੍ਰਿਭੰਗੀ ਹੁੰਦਾ ਵੀ ਇਹ 3 ਥਾਂ ਇਹਦੇ ਵਿੱਚ ਰੁਕਣਾ ਸੀ। ਇਹਦੀ ਚਾਲ ਜਰਾ ਕੁ ਜਿਵੇਂ ਸਾਨੂੰ ਮਹਾਂਪੁਰਸ਼ ਦੱਸਦੇ ਸਨ, ਆਪਾਂ ਚਾਲ ਨਾਲ ਛੰਦ ਇੱਕ ਦੋ ਪੜ੍ਹ ਕੇ ਦੇਖਦੇ ਹਾਂ ਤੇ ਨਾਲ ਧਿਆਨ ਰੱਖਿਓ ਸਾਰੇ। ਦੁਰਜਨ ਦਲ ਦੰਡਣ ਅਸੁਰ ਵਿਹੰਡਣ, ਦੁਸ਼ਟ ਨਿਕੰਦਣ ਨਿਕੰਦਣ ਆਦ ਬਿਰਤੇ। ਦੁਰਜਨ ਦਲ ਦੰਡਣ ਅਸੁਰ ਵਿਹੰਡਣ, ਦੁਸ਼ਟ ਨਿਕੰਦਣ ਆਦ ਬਿਰਤੇ, ਚਛਰਾਸੁਰ ਮਾਰਨ ਪਤਤ ਉਦਾਹਰਣ, ਨਰਕ ਨਿਵਾਰਣ ਗੂੜ ਗਤੇ। ਅਸ਼ੈ ਖੰਡੇ ਤੇਜ ਪ੍ਰਚੰਡੇ, ਖੰਡ ਉਦੰਡੇ ਅਲਖ ਮਤੇ, ਜਹ ਜਹ ਹੋਸੀ ਮਹਿਕਾਸੁਰ ਮਰਦਨ, ਰਮ ਕਪਰਦਨ ਚਤਰ ਛਤੇ।
ਰਾਮਕ ਪਰਦਨ ਪਾਠ ਕਰਨਾ। ਰਾਮਕ ਪਰਦਨ ਨਹੀਂ, ਰਾਮ ਕਪਰਦਨ ਹਾਂਜੀ ਇਹ ਦੇਖਣਾ ਜੀ। ਜੈ ਜੈ ਹੋਸੀ ਮਹਿਕਾਸੁਰ ਮਰਦਨ ਰਾਮਕ ਪਰਦਨ ਛਤਰ ਛਤੇ ਅਸੁਰੀ ਬਿਹੰਡਣ ਦੁਸ਼ਟ ਨਿਕੰਦਨ ਪੁਸ਼ਟ ਅਦੰਡਣ ਰੂਪ ਅਤੇ ਇਹ ਵੀ ਪੁਸ਼ਟ ਪਾਠ ਕਰਨਾ, ਪੁਸ਼ਟ ਨਹੀਂ ਕਰਨਾ, ਸੱਸੇ ਪੈਰ 'ਚ ਬਿੰਦੀ ਨਹੀਂ ਲਾਉਣੀ। ਅਸੁਰੀ ਬਿਹੰਡਣ ਦੁਸ਼ਟ ਨਿਕੰਦਨ ਪੁਸ਼ਟ ਉਦੰਡਣ ਰੂਪ ਅਤੇ ਬਈ ਅਸੁਰੀ ਨੂੰ ਇੱਥੇ ਤੁਹਾਡੇ ਕੋਲ ਕੰਨਾ ਨਹੀਂ ਹੋਣਾ ਹਨਾ, ਅਸੁਰੀ ਇੱਥੇ ਕੰਨਾ ਆਸੁਰੀ ਬਿਹੰਡਣ, ਹਾਂ ਜੀ ਹੈ, ਇਹ ਕੰਨਾ ਲਾ ਕੇ ਧਿਆਨ ਰੱਖਣਾ। ਆਸੁਰੀ ਬਿਹੰਡਣ ਦੁਸ਼ਟ ਨਿਕੰਦਨ ਪੁਸ਼ਟ ਉਦੰਡਣ ਰੂਪ ਅਤੇ ਚੰਡਾਸੁਰ ਚੰਡਣ ਮੁੰਡ ਬਿਹੰਡਣ ਧੂਮਰ ਵਿਧੁੰਸਣ ਮਹਿਕਮਤੇ ਦਾਨਵ ਪ੍ਰਹਾਰਨ ਨਰਕ ਨਿਵਾਰਨ ਅਦਮ ਉਦਾਹਰਨ ਉਰਦ ਅਦੇ ਜੈ ਜੈ ਹੋਸੀ ਮਹਿਕਾਸੁਰ ਮਰਦਨ ਰਮਕ ਪਰਦਨ ਆਦਿ ਬਿਰਤੇ ਡਾਵਰੂ ਡਵੰਕੈ ਬਬਰ ਬਵੰਕੈ ਭੁਜਾ ਫਰੰਕੈ ਤੇਜ ਬਰੰ ਲੰਕੁੜੀਆ ਫਾਦੈ ਆਜੁਦ ਬਾਧੈ ਸੈਨ ਬਿਮਰਦਨ ਕਾਲ ਅਸੁਰੰ ਲਾ ਕੇ ਅਗਿਤਰਾੜਾ ਹਾਂਜੀ ਫਿਰ ਪੜ੍ਹ ਗਏ ਲੰਕੁੜੀਆ ਫਾਦੈ ਆਜੁਦ ਬਾਧੈ ਸੈਨ ਬਿਮਰਦਨ ਕਾਲ ਅਸੁਰੰ ਅਸ਼ਟਾਇਦ ਚਮਕੈ ਭੂਖਣ ਦਮਕੈ ਅਤ ਸਤ ਝਮਕੈ ਫੁੰਕ ਫਣੰ ਜੈ ਜੈ ਹੋਸੀ ਮਹਿਕਾਸੁਰ ਮਰਦਨ ਰਮਕ ਪਰਦਨ ਦੈਤ ਜਣੰ ਚੰਡਾਸੁਰ ਚੰਡਣ ਮੁੰਡ ਮੇ ਮੁੰਡਣ ਖੰਡ ਖੰਡਣ ਖੂਨ ਖਿਤੇ ਦਾਮਨੀ ਦਮੰਕਣ ਤੁਜਾ ਫਰੰਕਣ ਫਣੀ ਫੁੰਕਾਰਨ ਜੋਧ ਜਿਤੇ ਸਰਧਾਰ ਬਿਵਰਖਣ ਬੱਬਾ ਗਿੱਤਰ ਲਾ ਕੇ ਜੀ। ਹਾਂਜੀ ਸਰਧਾਰ ਬਿਵਰਖਣ ਦੁਸ਼ਟ ਪ੍ਰਕਰਖਣ ਪੁਸ਼ਟ ਪ੍ਰਹਰਖਣ ਦੁਸ਼ਟ ਮਥੇ ਜੈ ਜੈ ਹੋਸੀ ਮਹਿਕਾਸੁਰ ਮਰਦਨ ਭੂਮਾ ਆਕਾਸ ਤਲ ਉਰਦ ਅਦੇ ਦਾਮਨੀ ਪ੍ਰਹਾਸਨ ਸੋ ਸ਼ਾਬ ਨਿਵਾਸਨ ਸ੍ਰਿਸ਼ਟ ਪ੍ਰਕਾਸ਼ਨ ਗੂੜ ਅਤੇ ਗੂੜ ਗਤੇ ਰਕਤਾਸੁਰ ਆਚਨ ਜੁਧ ਪਰਮਾਚਨ ਨਿਰਦੈ ਨਰਾਚਨ ਧਰਮ ਅੰਮ੍ਰਿਤੇ ਸਰੋਣੰਤ ਅਚੰਤੀ ਅਨਲ ਬੇਵੰਤੀ ਸਰੋਣੰਤ ਅਚੰਤੀ ਅਨਲ ਬੇਵੰਤੀ ਜੋਗ ਜਯੰਤੀ ਖੜਗ ਧਰੇ ਜੈ ਜੈ ਹੋਸੀ ਮਹਿਕਾਸੁਰ ਮਰਦਨ ਪਾਪ ਵਿਨਾਸ਼ਨ ਧਰਮ ਕਰੇ ਅਗ ਓਗ ਨਿਵਾਰਨ ਦੁਸ਼ਟ ਪਰਜਾਰਨ ਸ੍ਰਿਸ਼ਟ ਉਬਾਰਨ ਸੁਧ ਮਤੇ ਫਣੀਅਰ ਫੁੰਕਾਰਨ ਬਾਗ ਬਕਾਰਨ ਸ਼ਸਤਰ ਪ੍ਰਹਾਰਨ ਸਾਧ ਮਤੇ ਸਹਿਤੀ ਸਨਾਹਨ ਦੁਸ਼ਟ ਸਹਿਤੀ ਸਨਾਹਨ ਅਸ਼ਟ ਪ੍ਰਵਾਹਨ ਬੋਲਨੇ ਬਾਹਨ ਤੇਲ ਅਤੁਲੰ ਜੈ ਜੈ ਹੋਸੀ ਮਹਿਕਾਸੁਰ ਮਰਦਨ ਭੂਮਾ ਆਕਾਸ ਪਤਾਲ ਜਲੰ ਸਹਿਤੀ ਸਨਾਹਨ ਅਸ਼ਟ ਪ੍ਰਵਾਹਨ ਬੋਲਨੇ ਬਾਹਨ ਤੇਜ ਅਤੁਲੰ ਜੈ ਜੈ ਹੋਸੀ ਮਹਿਕਾਸੁਰ ਮਰਦਨ ਭੂਮਾ ਆਕਾਸ ਪਤਾਲ ਜਲੰ। ਹਾਂ ਜੀ ਚਲੋ ਇਹਦੀ ਚਾਲ ਮਹਾਂਪੁਰਸ਼ ਪੜ੍ਹਦੇ ਹੁੰਦੇ ਸਨ, ਉਦੋਂ ਫਿਰ ਇਸ ਪ੍ਰਕਾਰ ਪੜ੍ਹਦੇ ਸਨ। ਹਾਂਜੀ ਚਾਚਰ ਚਮਕਾਰਨ ਚਿਛੁਰ ਹਾਰਨ ਧੂਮ ਤੁਕਾਰਨ ਦ੍ਰਾਪ ਮਾਥੇ ਦਾੜ ਵੀ ਪਰਦੰਤੇ ਜੋਗ ਜਯੰਤੇ ਮਨਜ ਮਥੰਤੇ ਗੂੜ ਕਥੇ ਮਨੁਜ ਮਨੁਜ ਮਥੰਤੇ ਗੂੜ ਕਥੇ ਦਾੜ ਵੀ ਪਰਦੰਤੇ ਜੋਗ ਜਯੰਤੇ ਮਨੁਜ ਮਥੰਤੇ ਗੂੜ ਕਥੇ ਕਰਮ ਪਰਨਾਸਨ ਚੰਦ ਪ੍ਰਕਾਸ਼ਨ ਸੂਰਜ ਪਰਤੇਜਨ ਅਸ਼ਟ ਭੁਜੇ ਜੈ ਜੈ ਹੋਸੀ ਮਹਿਕਾਸੁਰ ਮਰਦਨ ਭਰਮ ਵਿਨਾਸ਼ਨ ਧਰਮ ਤੁਜੇ ਘੁੰਗਰੂ ਕਮੰਕਣ ਸ਼ਸਤਰ ਚਮੰਕਣ ਫਣੀਅਰ ਫੁੰਕਾਰਨ ਧਰਮ ਤੁਜੇ ਅਸਟਾਟ ਪ੍ਰਹਾਸਨ ਸ੍ਰਿਸ਼ਟ ਨਿਵਾਸਨ ਦੁਸ਼ਟ ਪਰਨਾਸਨ ਚਕਰ ਗਤੇ ਕੇਸਰੀ ਪ੍ਰਵਾਹੇ ਸੁਧ ਸਨਾਹੇ ਕੇਸਰੀ ਪ੍ਰਵਾਹੇ ਸੁਧ ਸਨਾਹੇ ਅਗਮ ਅਥਾਹੇ ਏਕ ਬ੍ਰਿਤੇ ਜੈ ਜੈ ਹੋਸੀ ਮਹਿਕਾਸੁਰ ਮਰਦਨ ਆਦ ਕੁਮਾਰ ਅਗਾਧ ਬ੍ਰਿਤੇ ਸੁਰ ਨਰ ਮੋਨ ਬੰਦਨ ਦੁਸ਼ਟ ਨਿਕੰਦਨ ਭ੍ਰਿਸ਼ਟ ਵਿਨਾਸ਼ਨ ਮਿਰਤ ਮਥੇ ਕਾਵਰੂ ਕੁਮਾਰੇ ਅਦਮ ਉਧਾਰੇ ਨਰਕ ਨਿਵਾਰੇ ਆਦ ਕਥੇ ਕਿੰਕਣੀ ਪ੍ਰਸੋਹਣ ਸੁਰ ਨਰ ਮੋਹਣ ਸਿੰਘਾਰੋਹਣ ਬੇਤਾਲ ਤਲੇ। ਇਹ ਪਾਠ ਦਾ ਧਿਆਨ ਦੇਣਾ ਪੈਣਾ ਸਾਰੇ ਆਪਾਂ। ਕਿੰਕਣੀ ਪ੍ਰਸੋਹਣ ਸੁਰ ਨਰ ਮੋਹਣ, ਪ੍ਰਸੋਹਣ ਤੇ ਜਮਕ ਲਾ ਕੇ ਤੇ ਮੋਹਣ ਤੇ ਵਿਸਰਾਮ, ਅੱਗੇ ਸਿੰਘਾਰੋਹਣ। ਇੱਥੇ
ਫਿਰ ਠਮਕੀ ਲਾ ਕੇ ਬਿਤਲ ਤਲੇ। ਇਹ ਪਾਠ ਦੀ ਜਿਹੜੀ ਵਿਚਾਰ ਆ, ਇਹ ਸਿੰਘ ਆਰੋਹਣ, ਸਿੰਘ ਆਰੋਹਣ ਜਿਹੜਾ ਲੱਗਾ ਕੰਨਾ ਘੱਗੇ ਨੂੰ, ਉਹਦਾ ਆੜਾ ਬਣ ਜਾਣਾ। ਸਿੰਘ ਆਰੋਹਣ ਵੱਖਰਾ ਵੱਖਰਾ ਪਾਠ ਨਹੀਂ, ਸਿੰਘ ਆਰੋਹਣ, ਸਿੰਘ ਤੇ ਅਸਵਾਰੀ ਹੋਣੀ, ਸਿੰਘ ਆਰੋਹਣ, ਸਿੰਘ ਭਾਵ ਸ਼ੇਰ ਆਰੋਹਣ, ਉੱਤੇ ਦੀ ਸਵਾਰੀ ਕਰਨੀ। ਸਿੰਘ ਆਰੋਹਣ ਵੱਖ ਵੱਖ ਪਾਠ ਨੇ, ਸਿੰਘ ਆਰੋਹਣ ਇਹ ਇਕੱਠਾ ਹੀ ਪਾਠ ਆ, ਤੇ ਇਹਦਾ ਉਚਾਰਨ ਵੀ ਸਿੰਘ ਆਰੋਹਣ। ਫੇਰ ਧਿਆਨ ਦਈਏ, ਸਿੰਘ ਆਰੋਹਣ ਪਾਠ ਨਹੀਂ ਹੈ, ਸਿੰਘ ਆਰੋਹਣ ਉਹ ਇਕੱਠਾ ਹੀ ਪਾਠ ਆ, ਤੇ ਉਹਦੇ ਵਿੱਚ ਜਿਹੜਾ ਹੈਗਾ ਕੰਨੇ ਦੇ ਵਿੱਚੋਂ ਆਲਾ ਨਿਕਲੇਗਾ, ਫੇਰ ਅਰਥ ਬਣੇਗਾ। ਇਹ ਪਾਠ ਇਕੱਠਾ ਹੀ ਧਿਆਨ ਰੱਖਿਆ ਜਾਵੇ। ਹਾਂਜੀ, ਬਿਤਲ ਤਲੇ। ਫੇਰ ਪੜ੍ਹ ਦਈਏ ਪਾਠ ਜੀ। ਕਿੰਕਣੀ ਪ੍ਰਸੋਹਣ ਸੁਰ ਨਰ ਮੋਹਣ ਸਿੰਘਾਰੋਹਣ ਬੇਤਲ ਤਲੇ। ਸਿੰਘਾਰੋਹਣ, ਆਰੋਹਣ, ਆ ਸਿੰਘਾਰੋਹਣ ਆੜਾ ਬਣਾ ਪੂਰਾ ਲਾਇਆ ਜਾਵੇ ਤੇ ਵਿੱਚੋਂ ਕੱਢਣਾ ਸਿੰਘਾਰੋਹਣ, ਸਿੰਘਾਰੋਹਣ ਬੇਤਲ ਤਲੇ। ਹਾਂਜੀ, ਜੈ ਜੈ ਹੋਸੀ ਸਭ। ਜੇ ਅਸੀਂ ਸਿੰਘਾਰੋਹਣ ਵੱਖ ਵੱਖ ਪਾਠ ਕਰਦੇ, ਉਹਦਾ ਅਰਥ ਕੋਈ ਬਣਦਾ ਨਹੀਂ ਹੈ, ਤਾਂ ਕਰਕੇ ਪਾਠ ਇਕੱਠਾ ਹੀ ਆ, ਇਹ ਨੋਟ ਕਰ ਲਿਆ ਜਾਵੇ ਜੀ। ਜੈ ਜੈ ਹੋਸੀ ਸਭ ਠੌਰ ਨਿਵਾਸਨ ਬਾਏ ਪਤਾਲ ਆਕਾਸ ਅਨਲੇ। ਸੰਕਟੀ ਨਿਵਾਰਨ ਅਦਮ ਉਧਾਰਨ ਤੇਜ ਪਰ ਕਰਖਣ ਤੁੰਦ ਤਬੇ। ਦੁਖ ਦੋਖ ਦਹੰਤੀ ਜਵਾਲ ਜਯੰਤੀ ਆਦ ਅਨਾਦ ਅਗਾਧ ਅਸ਼ੇ। ਅਸ਼ੇ ਇਹ ਵੀ ਪਾਠ ਇਸ ਪ੍ਰਕਾਰ ਜਿਵੇਂ ਹੋਇਆ ਇਹ ਕਰਨਾ, ਅੱਛੇ ਪਾਠ ਨਹੀਂ ਕਰਨਾ। ਹਾਂਜੀ, ਸੁੱਧਤਾ ਸਮਰਪਣ ਤਰਕ ਵਿਤਰਕਣ। ਸਮਰਪਣ ਵਿਤਰਕਣ ਜਿਵੇਂ ਪਾਠ ਹੋ ਰਹੇ ਆ, ਇਹ ਧਿਆਨ ਦੇਣਾ ਜੀ। ਹਾਂਜੀ, ਸੁੱਧਤਾ ਸਮਰਪਣ ਤਰਕ ਵਿਤਰਕਣ ਤਪਤ ਪ੍ਰਤਾਪਣ ਜਪਤ ਜਿਵੇ। ਜੈ ਜੈ ਹੋਸੀ ਸ਼ਸਤਰ ਪ੍ਰਕਰਖਣ ਆਦ ਅਨੀਲ ਅਗਾਧ ਆਪੇ। ਇਹ ਪੰਕਤੀ ਫੇਰ ਪੜ੍ਹ ਦਿਓ ਜੀ। ਜੈ ਜੈ ਹੋਸੀ ਸ਼ਸਤਰ ਪ੍ਰਕਰਖਣ ਆਦ ਅਨੀਲ ਅਗਾਧ ਆਪੇ। ਚੰਚਲਾ ਚਖੰਗੀ ਅਲਕ ਭੁਜੰਗੀ ਤੁੰਦ ਤੁਰੰਗਣ ਤਿਛ ਸਰੇ। ਕਰ ਕਸਾ ਕੁਠਾਰੇ ਨਰਕ ਨਿਵਾਰੇ ਅਦਮ ਉਧਾਰੇ ਤੂਰ ਭੁਜੇ। ਦਾਮਨੀ ਦਮੰਕੇ ਕੇ ਹਰ ਲੰਕੇ ਆਦ ਅਤੰਕੇ ਕਰੂਰ ਕਥੇ। ਜੈ ਜੈ ਹੋਸੀ ਰਕਤਾ ਸੁਰ ਖੰਡਨ ਸੁੰਭ ਚਕਰਤ ਨਿਸੁੰਭ ਮਥੇ। ਸੁੰਭ ਚਕਰਤ ਨਿਸੁੰਭ ਮਥੇ। ਕਈ ਵਾਰੀ ਇਹ ਪਾਠ ਜਿਹੜੇ ਪਹਿਲਾਂ ਭਾਗ ਛਪਦੇ ਸਨ ਨਾ ਦੁਕਾਨਦਾਰਾਂ ਵੱਲੋਂ, ਉੱਥੇ ਹੁੰਦਾ ਇਹ ਸੁੰਭ ਚਕਰਤਨ ਸੁੰਭ ਮਥੇ। ਉਹ ਦੋਈ ਪਾਠ ਹੀ ਸੁੰਭ ਬਣਾਇਆ ਜਾਂਦਾ ਹੈ। ਸੁੰਭ ਚਕਰਤਨ ਸੁੰਭ ਮਥੇ ਨਹੀਂ, ਇੱਦਾਂ ਨਹੀਂ ਪਾਠ। ਸੁੰਭ ਤੇ ਨਿਸੁੰਭ ਦੋ ਨੇ, ਉਹਨਾਂ ਦੇ ਨਾਂ ਨੇ ਸੁੰਭ ਚਕਰਤ ਨਿਸੁੰਭ ਮਥੇ ਪਾਠ ਕਰਨਾ। ਨੰਨਾ ਜਿਹੜਾ ਸੁੰਭ ਅਗਲੇ ਨਾਲ ਜਾ ਕੇ ਲੱਗਣਾ। ਇਹ ਜਿਵੇਂ ਹੁਣੇ ਪਾਠ ਹੋਇਆ ਸੁੰਭ ਚਕਰਤ ਨਿਸੁੰਭ ਮਥੇ। ਤਾਂ ਬੇਨਤੀ ਕਰਨੀ ਪਈ ਹੈ ਵੀ ਕਈ ਵਾਰੀ ਪਾਠ ਦੇਖਿਆ ਹੈ ਜਿਹੜੇ ਪਹਿਲਾਂ ਛਪੇ ਨੇ ਭਾਗ, ਜੋ ਸੰਪਰਦਾਵਾਂ ਤੋਂ ਪਹਿਲਾਂ ਛਪੇ, ਆਮ ਵਿਚਾਰੇ ਦੁਕਾਨਦਾਰ ਛਪਦੇ ਹਨ, ਪਰ ਫਿਰ ਵੀ ਉਹਨਾਂ ਦਾ ਧੰਨਵਾਦ ਕਰਦੇ ਹਾਂ ਵੀ ਸਾਡੇ ਕੋਲ ਜਿਸ ਪ੍ਰਕਾਰ ਤਾਂ ਬਾਣੀ ਲੈ ਤਾਂ ਆਉਂਦੀ ਨਾ, ਆਪੇ ਸੋਧ ਹੋ ਸਕਦੀ ਅੱਗੇ। ਤੋ ਉਹਨਾਂ 'ਚ ਇਹ ਪਾਠ ਚਕਰਤਨ ਹੁੰਦਾ ਸੀ। ਜੇ ਕਿਸੇ ਕੋਲੇ ਹੋਣ ਸਮਝ ਲੈਣ, ਚਕਰਤਨ ਨਹੀਂ ਪਾਠ ਹੈ, ਸੁੰਭ ਚਕਰਤ ਨਿਸੁੰਭ ਮਥੇ। ਹਾਂਜੀ, ਬਾਰਜ ਬਿਲੋਚਨ ਬ੍ਰਿਤਨ ਬਿਮੋਚਨ ਸੋਚ ਬਿਸੋਚਨ ਕੌਚ ਕਸੇ। ਦਾਮਨੀ ਪ੍ਰਹਾਸੇ ਸੋਕ ਸਰ ਨਾਸੇ ਸੋ ਬ੍ਰਿਤ ਸੁਬਾਸੇ ਦੁਸ਼ਟ ਗ੍ਰਸੇ। ਚੰਚਲਾ ਪ੍ਰਯੰਗੀ ਵੇਦ ਪ੍ਰਸੰਗੀ ਤੇਜ ਤੁਰੰਗੀ ਖੰਡ ਸੁਰੰਗ। ਜੈ ਜੈ ਹੋਸੀ ਮਹਿਖਾ ਸੁਰ ਮਰਦਨ ਆਦ ਅਨਾਦ ਅਗਾਧ ਉਰਦੰ। ਘੰਟਕਾ ਬਿਰਾਜੈ ਰੁਣ ਝੁਣ ਬਾਜੈ ਭ੍ਰਮ ਭੈ ਭਾਜੈ ਸੁਨਤ ਸੁਰੰਗ। ਕੋਕਲ ਸੁਨ ਲਾਜੈ ਕਿਲ ਬਿਖ ਭਾਜੈ ਸੁਖ ਉਪਰਾਜੈ ਮਦ ਉਰੰਗ। ਦੁਰਜਨ ਦਲ ਦੱਜੈ ਮਨ ਤਨ ਰਿਜੈ ਸਭੈ ਨਾ ਭਜੈ ਰੋਹ ਰਣੰ। ਜੈ ਜੈ ਹੋਸੀ ਮਹਿਖਾ ਸੁਰ ਮਰਦਨ ਚੰਡ ਚਕਰਤਨ ਆਦ ਗੁਰੰ।
ਚਾਚਰੀ ਪ੍ਰਜੋਧਨ ਦੁਸ਼ਟ ਵਿਰੋਧਨ ਰੋਸ ਅਰੋਧਨ ਕਰੂਰ ਬ੍ਰਿਤੇ ਧੂਮ ਰਾਸ਼ ਵਿਧੁੰਸਨ ਪ੍ਰਲੈ ਪ੍ਰਜੁੰਸਨ ਜਗ ਵਿਧੁੰਸਨ ਸੁਧ ਮਤੇ ਜਾਲ ਪਾ ਜਯੰਤੀ ਸਤਰ ਮਥੰਤੀ ਦੁਸ਼ਟ ਪ੍ਰਦਾਹਨ ਗਾੜ ਮਤੇ ਜੈ ਜੈ ਹੋਸੀ ਮਹਿਖਾਸੁਰ ਮਰਦਨ ਆਦ ਜੁਗਾਦ ਅਗਾਧ ਗਤੇ। ਹਾਂਜੀ, ਪਿੱਛੇ ਪਾਠ ਆਇਆ ਇੱਕ ਜਾਲਪਾ ਜਯੰਤੀ ਸਤਰਮਥੰਤੀ, ਉਹ ਯੀਆ ਲੱਗਾ ਜੱਜਾ ਯੇ ਟਿੱਪੀ ਤੱਤੇ ਬਿਹਾਰੀ ਜਯੰਤੀ, ਤੇ ਉਹਨੂੰ ਅਸੀਂ ਜਿਹੜਾ ਉਚਾਰਨ ਕਰਨਾ ਹੈ ਜਯੰਤੀ ਪਾਠ ਹੋਏਗਾ। ਇਹਦਾ ਉਚਾਰਨ ਭਾਵੇਂ ਲਿਖ ਲਿਆ ਹੋਵੇ ਜੱਜਾ ਈੜੀ ਸਿਹਾਰੀ ਆੜੇ ਟਿੱਪੀ ਤੱਤੇ ਬਿਹਾਰੀ ਜਯੰਤੀ, ਇਸ ਪ੍ਰਕਾਰ ਪਾਠ ਕਰਨਾ ਜਯੰਤੀ, ਇਹਦਾ ਉਚਾਰਨ ਇਸ ਪ੍ਰਕਾਰ ਹੋਏਗਾ। ਹਾਂਜੀ। ਜਾਲ ਪਾ ਜਯੰਤੀ ਸਤਰ ਮਥੰਤੀ ਦੁਸ਼ਟ ਪ੍ਰਦਾਹਨ ਗਾੜ ਮਤੇ ਜੈ ਜੈ ਹੋਸੀ ਮਹਿਖਾਸੁਰ ਮਰਦਨ ਆਦ ਜੁਗਾਦ ਅਗਾਧ ਗਤੇ। ਖਤਰੀਆਣ ਖਤੰਗੀ ਅਭੈ ਅਭੰਗੀ ਆਦ ਅਨੰਗੀ ਅਗਾਧ ਗਤੇ ਬਿਰੜ ਲਾਸ਼ ਬਿਹੰਡਣ ਚੱਛਰ ਦੰਡਣ ਤੇਜ ਪ੍ਰਚੰਡਣ ਆਦ ਬ੍ਰਿਤੇ। ਸੁਰ ਨਰ ਪ੍ਰਤਪਾਰਣ ਪਤਤ ਉਦਾਹਰਣ ਦੁਸ਼ਟ ਨਿਵਾਰਣ ਦੋਖ ਹਰੇ ਜੈ ਜੈ ਹੋਸੀ ਮਹਿਖਾਸੁਰ ਮਰਦਨ ਬੇਸ ਵਿਧੁੰਸਨ ਸ੍ਰਿਸ਼ਟ ਕਰੇ। ਵਿਸ਼ਵ ਨਹੀਂ ਪੈਰ ਚਵਾਵ ਲੱਗਿਆ ਨਹੀਂ ਹੈ ਨਹੀਂ। ਵਿਸ਼ਵ ਵਿਧੁੰਸਨ ਸ੍ਰਿਸ਼ਟ ਕਰੇ ਵੀ ਪਾਠ ਮਿਲ ਜਾਂਦਾ ਕਈ ਵਾਰੀ, ਤੇ ਵਿਸ ਵੀ ਪਾਠ ਮਿਲ ਜਾਂਦਾ। ਹਾਂ, ਉਹ ਵੀ ਅਰਥ ਬਣ ਜਾਣਾ ਜੈ ਜੈ ਹੋਸੀ ਮਹਿਖਾਸੁਰ ਮਰਦਨ ਵਿਸ ਵਿਧੁੰਸਨ ਸ੍ਰਿਸ਼ਟ ਕਰੇ। ਪਹਿਲਾ ਪਾਠ ਵਿਸੀ ਆ, ਪਰ ਫਿਰ ਅੱਜ ਕੱਲ੍ਹ ਕੁਛ ਲਿਖਤਾਂ 'ਚ ਵਿਸ਼ਵ ਵੀ ਪੈਰੀ ਵਾਹ ਵੀ ਆ ਰਿਹਾ ਹੈ, ਇਹਨੂੰ ਦੂਜੇ ਨੰਬਰ ਦਾ ਪਾਠ ਸਮਝ ਲਿਆ ਜਾਵੇ। ਹਾਂਜੀ। ਜੈ ਜੈ ਹੋਸੀ ਮਹਿਖਾਸੁਰ ਮਰਦਨ ਵਿਸ ਵਿਧੁੰਸਨ ਸ੍ਰਿਸ਼ਟ ਕਰੇ। ਦਾਮਨੀ ਪ੍ਰਕਾਸੇ ਓਨ ਤਨ ਨਾਸੇ ਜੋਤ ਓਨ ਤਨ ਇਕੱਠਾ, ਓਨ ਤਨ ਵੱਖਰਾ ਨਹੀਂ ਕਰਨਾ, ਓਨ ਤਨ ਨਾਸੇ। ਆਪਣੇ ਕੋਲ ਹੱਡ ਚਲੋ। ਦਾਮਨੀ ਪ੍ਰਕਾਸੇ ਓਨ ਤਨ ਨਾਸੇ ਜੋਤ ਪ੍ਰਕਾਸੇ ਅਤੁਲ ਬਲੇ। ਦਾਨਵੀ ਪ੍ਰਕਰਖਣ ਸਰਵਰ ਵਰਖਣ ਦੁਸ਼ਟ ਪ੍ਰਦਰਖਣ ਬਿਤਲ ਤਲੇ। ਅਸਟਾਇਦ ਬਾਹਣ ਬੋਲ ਨਿਵਾਹਣ ਸੰਤ ਪ੍ਰਨਾਹਣ। ਪ੍ਰਨਾਹਣ ਰਾਰਾ ਵੀ ਲੱਗਿਆ? ਹਾਂ, ਨਹੀਂ ਹੈ ਨਹੀਂ, ਪਨਾਹਣ। ਪਨਾਹਣ ਸੰਤਾਂ ਨੂੰ ਪਨਾਹ ਦੇਣ ਵਾਲਾ ਪਰਮੇਸ਼ਰ ਹੈ, ਤਾਂ ਕਰਕੇ ਸੰਤ ਪਨਾਹਣ। ਗੂੜ ਗਤੇ ਉਹਦੀ ਗਾਤ ਜਿਹੜੀ ਬੜੀ ਗੂੜ ਹੈ, ਗੰਭੀਰ ਹੈ। ਐਸਾ ਪਰਮੇਸ਼ਰ ਸੰਤਾਂ ਨੂੰ ਪਨਾਹ ਦੇਣ ਵਾਲਾ ਪਰਮੇਸ਼ਰ ਹੀ ਹੈ। ਪ੍ਰਹਲਾਦ ਜੀ ਨੂੰ ਪਨਾਹ ਦਿੱਤੀ, ਕਬੀਰ ਜੀ ਨੂੰ ਪਨਾਹ ਦਿੱਤੀ, ਨਾਮਦੇਵ ਜੀ ਨੂੰ ਪਨਾਹ ਦਿੱਤੀ, ਰਵਿਦਾਸ ਜੀ ਨੂੰ ਪਨਾਹ ਦਿੱਤੀ। ਕਿਤਨੇ ਭਗਤ ਗੁਰੂ ਗ੍ਰੰਥ ਸਾਹਿਬ ਮਹਾਰਾਜ 15 ਤੱਕ ਗੁਰੂ ਗ੍ਰੰਥ ਸਾਹਿਬ ਵਿੱਚ ਹੀ ਆਉਂਦੇ ਨੇ ਜਿਨ੍ਹਾਂ ਨੇ ਇਸ ਪਰਮੇਸ਼ਰ ਦੀ ਪਨਾਹ ਲਈ ਆ। ਅਗਰ ਅਥਵਾ ਪਰਮੇਸ਼ਰ ਨੇ ਪਨਾਹ ਉਹਨਾਂ ਨੂੰ ਦਿੱਤੀ, ਇਹ ਸੰਤਾਂ ਦਾ ਪਿਆਰਾ ਜਿਹਾ ਹੋਇਆ ਪਰਮੇਸ਼ਰ। ਹਾਂਜੀ। ਅਸਟਾਇਦ ਬਾਹਣ ਬੋਲ ਨਿਬਾਹਣ ਸੰਤ ਪਨਾਹਣ ਗੂੜ ਗਤੇ। ਜੈ ਜੈ ਹੋਸੀ ਮਹਿਖਾਸੁਰ ਮਰਦਨ ਆਦ ਅਨਾਦ ਅਗਾਧ ਬ੍ਰਿਤੇ। ਦੁਖ ਦੋਖ ਪਰਪਛਣ ਸੇਵਕ ਰਛਣ ਸੰਤ ਪ੍ਰਤਛਣ ਸੁਧ ਸਰੇ। ਇਹ ਜੋ ਪ੍ਰਕਰਨ ਚੱਲ ਰਿਹਾ ਇਸ ਵੇਲੇ, ਜੋ ਦੇਵਤਿਆਂ ਤੇ ਚੜ੍ਹਾਈ ਕਰ ਕਰ ਰਾਖਸ਼ ਆਉਂਦੇ ਸਨ, ਤੇ ਪਰਮੇਸ਼ਰ ਆਪਣਾ ਜਿਸ ਪ੍ਰਕਾਰ ਵੀ ਸਮਾਂ ਬਣਿਆ ਉਹੋ ਜਿਹਾ ਰੂਪ ਧਾਰਨ ਕਰਕੇ ਉਹਨਾਂ ਦੇ ਜਿਹੜੇ ਦੁੱਖ ਦੋਖ ਦੂਰ ਕਰਕੇ ਸੇਵਕਾਂ ਦੀ ਰੱਖਿਆ ਕਰਦਾ ਸੀ, ਤੇ ਸੰਤਾਂ ਲਈ ਪ੍ਰਤੱਖ ਰੂਪ ਹੋ ਕੇ ਮਹਾਰਾਜ ਪ੍ਰਗਟ ਹੋ ਕੇ ਉਹਨਾਂ ਦੀ ਸਹਾਇਤਾ ਕਰਦਾ। ਇਹ ਆ ਹਰ ਜੁਗ ਜੁਗ ਭਗਤੋ ਪਾਇਆ ਪੈਜ ਰਹਦਾ ਆਇਆ ਰਾਮ ਰਾਜੀ। ਉਸ ਪੰਕਤੀ ਦੀ ਸਾਰੀ ਵਿਆਖਿਆ ਹੀ ਹੈ। ਹਾਂਜੀ। ਦੁਖ ਦੋਖ ਪਰਪਛਣ ਸੇਵਕ ਰਛਣ ਸੰਤ ਪ੍ਰਤਛਣ ਸੁਧ ਸਰੇ। ਸਾਰੰਗ ਸਨਾਹੇ ਦੁਸ਼ਟ ਪ੍ਰਦਾਹੇ ਆਰ ਦਲ ਗਾਹੇ ਦੁਖ ਹਰੇ। ਨਹੀਂ ਠੀਕ ਆ। ਆਰ ਦਲ ਵੱਖੋ, ਆਰ ਵੈਰੀਆਂ ਦੇ ਦਲ ਨੂੰ ਗਾਹ ਛੱਡਦਾ, ਦੁੱਖ ਆਪਦੇ ਭਗਤਾਂ ਦੇ ਦੂਰ ਕਰ ਦਿੰਦਾ। ਹਾਂਜੀ। ਗੰਜਨ ਗੁਮਾਨੇ ਅਤੁਲ ਪ੍ਰਵਾਨੇ ਸੰਤ ਜਮਾਨੇ ਆਦ ਅੰਤੇ। ਜੈ ਜੈ ਹੋਸੀ ਮਹਿਖਾਸੁਰ ਮਰਦਨ ਸਾਧ ਪ੍ਰਦਛਣ ਦੁਸ਼ਟ ਹੰਤੇ।
ਕਾਰਣ ਕਰੇਲੀ ਗਰਭ ਗਹੀਲੀ ਜੋਤ ਜਤੀਲੀ ਤੁੰਦ ਮਤੇ ਅਸਟਾਇਦ ਚਮਕਣ ਸ਼ਸਤਰ ਝਮਕਣ ਦਾਮਨ ਦਮਕਣ ਆਦ ਬ੍ਰਿਤੇ ਡੁਕ ਡੁਕੀ ਦਮੰਕੈ ਬਾਗ ਬਵੰਕੈ ਭੁਜਾ ਫਰੰਕੈ ਸੁਧ ਗਤੇ ਜੈ ਜੈ ਹੋਸੀ ਮਹਿਖਾ ਸੁਰ ਮਰਦਨ ਆਦ ਜੁਗਾਦ ਅਨਾਦ ਮਤੇ ਚਛਰਾ ਸੁਰ ਮਾਰਣ ਨਰਕ ਨਿਵਾਰਣ ਪਤਤ ਉਦਾਹਰਣ ਏਕ ਭਟੇ ਪਾਪਾਨ ਬਿਹੰਡਣ ਦੁਸ਼ਟ ਪ੍ਰਚੰਡਣ ਖੰਡ ਅਖੰਡਣ ਕਾਲ ਕਟੇ ਚੰਦਰਾਨਨ ਚਾਰੈ ਨਰਕ ਨਿਵਾਰੈ ਪਤਤ ਉਧਾਰੇ ਮੁੰਡ ਮਥੇ ਜੈ ਜੈ ਹੋਸੀ ਮਹਿਖਾ ਸੁਰ ਮਰਦਨ ਧੂਮਰ ਵਿਧੁੰਸਨ ਆਦ ਕਥੇ ਰਕਤਾਸੁਰ ਮਰਦਨ ਚੰਡ ਚਕਰਦਨ ਦਾਨਮ ਅਰਦਨ ਵਿੜਾਲ ਬਦੇ ਸਰ ਧਾਰ ਬਿਬਰਖਣ ਦੁਰਜਨ ਧਰਖਣ ਅਤੁਲ ਅਮਰਖਣ ਧਰਮ ਤੁਝੇ। ਹਾਂਜੀ ਪਾਠ ਆਇਆ ਸਰਦਾਰ ਬਿਬਰਖਣ। ਇਹ ਬੱਬੇ ਨੂੰ ਜਿਹੜਾ ਸਿਹਾਰੀ ਵਾਲਾ ਬੱਬਾ ਨੂੰ ਲਾ ਕੇ ਗੇਤਰ ਬਰਖਣ ਫੇਰ ਕਹਿਣਾ ਬਿਬਰਖਣ ਇਕੱਠਾ ਹੀ ਪਾਠ ਕਰਨਾ ਤੇ ਪਰ ਬੱਬਾ ਸਿਹਾਰੀ ਵਾਲਾ ਉਹ ਅੱਗੇ ਤਰਾਉਣਾ ਸਰਦਾਰ ਬਿਬਰਖਣ ਦੁਰਜਨ ਧਰਖਣ ਅਤੁਲ ਅਮਰਖਣ ਉਹ ਵੀ ਆੜਾ ਵਾ ਅਮਰਖਣ ਧਰਮ ਤੋਂ ਜੇ ਇਸ ਪ੍ਰਕਾਰ ਸਮਝ ਲੈਣਾ ਜੀ। ਧੁਮਰਾਸ਼ ਵਿਧੁੰਸ ਧੂਮਰਾਸ਼ ਇੱਕ ਲੱਗੀ ਅੱਛਾ ਤੇ ਤੇਰੇ ਕੋਲ ਧੂਮਰਾਸ਼ ਪਾਠ ਹੈਗਾ ਤੁਹਾਡੇ ਕੋਲ ਦੋ ਹੀ ਇੱਕ ਇੱਕ ਹੀ ਹੈ। ਹਾਂ ਕਈ ਵਾਰੀ ਦੋ ਨਾ ਵੀ ਆਉਂਦਾ ਪੁਰਾਤਨ ਸਟੀਕ 'ਚ ਵੀ ਦੋ ਨਾ ਆ ਰਿਹਾ ਭਾਵੇਂ ਸ਼ੁੱਧ ਕਰ ਲਿਆ ਧੂਮਰਾਸ਼ ਵਿਧੁੰਸਨ ਚਾ ਨੋਟ ਕਰ ਲਓ ਕੋਈ ਨਾ ਆਪਣੇ ਨੋਟ ਹੀ ਹੈਗਾ ਹਾਂ ਚਲੋ ਜੀ। ਧੂਮਰਾਸ਼ ਵਿਧੁੰਸਨ ਸਰੋਣਤ ਚੁੰਸਨ ਸੁੰਭ ਨਪਾਤ ਨਿਸੁੰਭ ਮਥੇ ਜੈ ਜੈ ਹੋਸੀ ਮਹਿਖਾ ਸੁਰ ਮਰਦਨ ਆਦ ਅਨੀਲ ਅਗਾਧ ਕਥੇ ਤਵ ਪ੍ਰਸਾਦ ਪਾਦੜੀ ਛੰਦ ਤੁਮ ਕਹੋ ਦੇਵ ਸਰਬੰ ਵਿਚਾਰ ਜਿਮ ਕੀਓ ਆਪ ਕਰਤੇ ਪਸਾਰ ਜਦਪ ਅਭੂਤ ਅਨਭੈ ਅਨੰਤ ਤਉ ਕਹੋ ਜਥਾ ਮਤ ਤਰੈਣ ਤੰਤ। ਜਥਾ ਮਤ ਭਾਵੇਂ ਵੱਖਰਾ ਛਪਿਆ ਤੇ ਉਹਨੂੰ ਇਕੱਠਾ ਹੀ ਪਾਠ ਜਥਾ ਮਤ ਮੈਂ ਗੁਰ ਮਤ ਮਨ ਮਤ ਕਹਿ ਬੋਲਦੇ ਹਾਂ ਜਥਾ ਮਤ ਤਉ ਕਹੋ ਜਥਾ ਮਤ ਤਰੈਣ ਤੰਤ ਕਰਤਾ ਕਰੀਮ ਕਾਦਰ ਕਿਰਪਾਲ ਅਦਵੈ ਅਭੂਤ ਅਨਭੈ ਦਿਆਲ ਦਾਤਾ ਦੁਰੰਤ ਦੁਖ ਦੋਖ ਰਹਿਤ ਜਿਹ ਨੇਤ ਨੇਤ ਸਭ ਵੇਦ ਕਹਿਤ ਕਈ ਊਚ ਨੀਚ ਕੀਨੋ ਬਨਾਓ ਸਭ ਵਾਰ ਪਾਰ ਜਾ ਕੋ ਪ੍ਰਭਾਓ ਸਭ ਜੀਵ ਜੰਤ ਜਾਨੰਤ ਜਾਹੇ ਮਨ ਮੂੜ ਕਿਉ ਨਾ ਸੇਵੰਤ ਤਾਹੇ ਕਈ ਮੂੜ ਪਤਰ ਪੂਜਾ ਕਰੰਤ ਕਈ ਸਿੱਧ ਸਾਧ ਸੂਰਜ ਸੇਵੰਤ ਕਈ ਪਲਟ ਸੂਰਜ ਸਿਜਦਾ ਕਰਾਏ ਪ੍ਰਭ ਏਕ ਰੂਪ ਦਵਾਇ ਕਹਿ ਲਖਾਏ। ਇਹ ਸਾਰੇ ਪਖੰਡ ਦਾ ਖੰਡਨ ਹੋ ਰਿਹਾ ਹੈ ਜੋ ਪਹਿਲੇ ਸਮੇਂ ਵਿੱਚ ਕਈ ਲੋਕ ਤਪੀਏ ਹੁੰਦੇ ਸਨ ਸੂਰਜ ਦੀ ਤਪੱਸਿਆ ਕਰਨੀ ਚੰਦ ਦੀ ਤਪੱਸਿਆ ਕਰਨੀ ਤੇ ਸੂਰਜ ਵਾਲੀ ਸਾਰੀ ਦਿਹਾੜੀ ਆਪਣਾ ਮੁੱਖ ਰੱਖਣਾ ਵੀ ਸੂਰਜ ਜਿਹੜਾ ਇਹ ਪਰਮਾਤਮਾ ਰੱਬ ਦੇ ਬਣਾਇਆ ਹੋਇਆ ਹੈਗਾ ਤੇ ਰੱਬ ਸੂਰਜ ਨੂੰ ਸਮਝ ਲੈਣਾ। ਕਈ ਪਲਟ ਸੂਰਜ ਸਜਦਾ ਕਰਾਏ ਪ੍ਰਭ ਏਕ ਰੂਪ ਪ੍ਰਭੂ ਤਾਂ ਏਕ ਆ ਉਹਨੂੰ ਦੋ ਕਰਕੇ ਬਣਾ ਲਿਆ ਇੱਕ ਸੂਰਜ 'ਚ ਬਣਾ ਲਿਆ। ਇਸ ਕਰਕੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਬਖਸ਼ ਕਰਦੇ ਨੇ ਭਾਈ ਇਹ ਸਭ ਚੰਦ ਸੂਰਜ ਜੋ ਨੇ ਪਰਮੇਸ਼ਰ ਦੇ ਬਣਾਏ ਹੋਏ ਨੇ ਤੇ ਅਸੀਂ ਕਰਕੇ ਫਿਰ ਇਹਨਾਂ ਦਾ ਜਾਪ ਛੱਡ ਕੇ ਪਰਮੇਸ਼ਰ ਦਾ ਹੀ ਜਾਪ ਕਰੀਏ। ਹਾਂਜੀ। ਅਨਛਿਜ ਤੇਜ ਅਨਭੈ ਪ੍ਰਕਾਸ਼ ਦਾਤਾ ਤੁਰੰਤ ਅਦਵੈ ਅਨਾਸ ਸਭ ਰੋਗ ਸੋਗ ਤੇ ਰਹਿਤ ਰੂਪ ਅਨਭੈ ਅਕਾਲ ਅਛੈ ਸਰੂਪ। ਅਛੈ ਸਰੂਪ ਅਨਭੈ ਅਕਾਲ ਜਿਵੇਂ ਆਨ ਭੈ ਤੇ ਉਹਨੂੰ ਅੰਨ ਨੂੰ ਲਾ ਕੇ ਭੈ ਵੱਖ ਅਨਭੈ ਅਕਾਲ ਵਾਲਾ ਵੀ ਉਹਦਾ ਅਗੇਤਰੀ ਆ ਇਹ ਵੀ ਅਛੈ ਉਹ ਅਨਭੈ ਆ ਕਿਸੇ ਦਾ ਭੈ ਨਹੀਂ ਅਕਾਲ ਰੂਪ ਹੈ ਕਾਲ ਤੋਂ ਰਹਿਤ ਹੈ। ਅਛੈ ਭਾਵ ਉਹ ਛਲਿਆ ਨਹੀਂ ਜਾਂਦਾ ਕਿਸੇ ਤੋਂ ਅਛਲ ਅਛੇਦ ਅਪਾਰ ਪ੍ਰਭ ਉੱਚਾ ਜਾਕਾ ਰੂਪ ਅਛੈ ਅਛੈ ਪਾਠ ਕਰਨਾ ਹੈ।
ਨਹੀਂ ਆਦਿਕ ਜਿਹੜੇ ਲੱਗੇ ਉੱਤੇ ਉਹਦਾ ਭਾਵ ਇਹ ਹੁੰਦਾ ਵੀ ਪੁਰਾਤਨ ਲਿਖਤਾਂ 'ਚ ਹਾਂਜੀ ਇਹ ਸਮਝ ਲਿਆ ਜਾਵੇ ਚੰਗੀ ਤਰ੍ਹਾਂ ਵੀ ਜਿਹੜਾ ਅੱਛਾ ਸਰੂਪ ਲਿਖਿਆ ਨਾ ਉਹਨੂੰ ਅਦਿਕ ਕਰਨਾ ਤਾਂ ਲਾਇਆ ਵੀ ਉਹਨੂੰ ਆੜੇ ਨੂੰ ਅਗੇਤਰ ਸਮਝਾਉਣ ਵਾਸਤੇ। ਇਹ ਪੁਰਾਤਨ ਭਾਸ਼ਾ ਹੁੰਦੀ ਸੀ, ਕਈ ਵਾਰੀ ਔਂਕੜ ਵੀ ਲੱਗਾ ਹੁੰਦਾ ਅਤੇ ਕਈ ਵਾਰੀ ਔਂਕੜ ਗੁਰੂ ਗ੍ਰੰਥ ਸਾਹਿਬ ਮਹਾਰਾਜ ਵੀ ਆਉਂਦੇ ਨੇ, ਉੱਥੇ ਉਹ ਵਿਸਰਾਮ ਦਾ ਕੰਮ ਦਿੰਦੇ ਨੇ। ਜਿਵੇਂ ਗੁਰ ਅਰਜਨ, ਉੱਥੇ ਔਂਕੜ ਲੱਗ ਗੁਰ ਅਰਜਨ ਘਰ ਗੁਰੂ ਰਾਮਦਾਸ ਭਗਤ ਉਤਰ ਆਇਓ, ਉੱਥੇ ਅਰਜਨ ਨੰਨੇ ਨੂੰ ਔਂਕੜ ਲੱਗਾ, ਉਹਦਾ ਨੰਨੇ ਦਾ ਔਂਕੜ ਦਾ ਭਾਵ ਵੀ ਉੱਥੇ ਵਿਸਰਾਮ ਹੀ ਹੈ। ਅਤੇ ਉਹ ਉਚਾਰਨ ਤਾਂ ਨਹੀਂ ਔਂਕੜ ਕਰਦੇ, ਇੱਥੇ ਜਿਹੜਾ ਅਦਿਕ ਲੱਗੀ ਹੋਈ ਨਾ, ਇਸ ਅਦਿਕ ਨੂੰ ਅਸੀਂ ਉਚਾਰਨ ਨਹੀਂ ਕਰਨਾ, ਇਹ ਸਮਝਣਾ ਹੈ ਅਦਿਕ ਆੜੇ ਨੂੰ ਜਿਵੇਂ ਅਸੀਂ ਲਾ ਦਿੰਦੇ ਸੀ, ਅੱਜ ਕੱਲ੍ਹ ਉਹਨੂੰ ਕਹਿੰਦੇ ਪੱਚਰ ਲਾ ਦੇਣੀ, ਪੱਚਰ ਲਾਉਣ ਦੇ ਵਿੱਚ ਉਹਨੂੰ ਅਗੇਤਰ ਕਰਕੇ ਬੁਲਾਉਣ ਵਾਸਤੇ ਉਹ ਇਸ਼ਾਰਾ ਹੈ। ਉਦੋਂ ਦੀ ਪੜ੍ਹਾਈ ਐਸੀ ਸੀ। ਉਹ ਤੁਸੀਂ ਕਈ ਜਿਵੇਂ ਤੁਸੀਂ ਡਾਕਟਰ ਸਾਹਿਬ ਪੁਰਾਣੇ ਗ੍ਰੰਥ ਦੇਖੇ ਦਰਸ਼ਨ ਕਰੇ ਨੇ, ਉਹਨਾਂ 'ਚ ਜਿਹੜੀ ਉਹ ਮਾਤਰਾ ਉਹ ਹਾਸ਼ੀਏ ਤੋਂ ਬਾਹਰ ਲੱਗੀ ਹੁੰਦੀ ਕੰਨਾਂ, ਅਤੇ ਉਹਦਾ ਜਿਹੜਾ ਸਰੂਪ ਆ ਮਾਤਰਾ ਦਾ ਕੰਨਾ ਨਹੀਂ ਹੁੰਦਾ, ਇੱਕ ਬਾਹਰ ਬਿੰਦੀ ਜੀ ਲਾਈ ਹੁੰਦੀ। ਉਹ ਜਿਹੜੇ ਗ੍ਰੰਥ ਪੁਰਾਣੇ ਪੜ੍ਹੇ ਉਹ ਸਮਝ ਜਾਂਦੇ ਵੀ ਇਹ ਕੰਨਾ ਲੱਗਿਆ ਹੋਇਆ ਹਾਸ਼ੀਏ ਤੋਂ ਬਾਹਰ। ਇਸ ਕਰਕੇ ਇਹ ਸਮਝਣ ਯੋਗ ਨੇ ਗੱਲਾਂ, ਅਤੇ ਸੰਥਿਆ ਵਿੱਚ ਸਾਨੂੰ ਐਸੀਆਂ ਵਿਚਾਰਾਂ ਦਾ ਜਿਹੜਾ ਪਤਾ ਲੱਗ ਜਾਂਦਾ। ਤੋ ਇੱਥੇ ਜਿਹੜਾ ਅਦਿਕ ਲੱਗਾ ਵੀ ਹੈ, ਜਿੱਥੇ ਆਪਣੇ ਭਾਗਾਂ 'ਚ ਲੱਗਾ ਮਹਿਰੋਣਾ 'ਚ ਜਿਹੜੇ ਛਪੇ ਨੇ, ਉਹਦਾ ਭਾਵ ਉਹ ਪੁਰਾਤਨ ਸਰੂਪਾਂ 'ਚ ਲੱਗਾ, ਉਹਨੂੰ ਵੇਖ ਕੇ ਲਾਇਆ। ਅਸੀਂ ਪੁਰਾਤਨਤਾ ਛੱਡਣੀ ਨਹੀਂ ਹੈ, ਤਾਂ ਕਰਕੇ ਪੁਰਾਤਨਤਾ ਨਾਲ ਜੁੜੇ ਰਹਿਣਾ। ਸਮਝਣਾ ਜ਼ਰੂਰ ਹੈ ਵੀ ਇਹ ਅਦਿਕ ਲਾਇਆ ਕਿਉਂ ਆ। ਅਦਿਕ ਤਾਂ ਲਾਇਆ ਕਿ ਆੜੇ ਨੂੰ ਅਗੇਤਰ ਉਹਦੀ ਸਮਝ ਨੂੰ ਪੱਚਰ ਸਮਝ ਲਈ ਜਾਵੇ। ਹਾਂਜੀ, ਇੱਥੇ ਅਸ਼ੈ ਜੋ ਛਲਿਆ ਨਹੀਂ ਜਾ ਸਕਦਾ ਪਰਮੇਸ਼ਰ, ਉਹਦਾ ਅਰਥ ਹੈ ਅਸ਼ੈ ਉਚਾਰਨ ਕਰਨਾ। ਜੀ ਫੇਰ ਪੜ੍ਹ ਦਿਓ। ਅਨਭੈ ਅਕਾਲ ਅਸ਼ੈ ਸਰੂਪ। ਸਰੂਪ ਆ ਨਾ, ਅਸ਼ਲ ਅਸ਼ੇਦ ਅਪਾਰ ਪ੍ਰਭ, ਅਸ਼ਲ ਤੋਂ ਭਾਵ ਵੀ ਨਾ ਛਲੈਣ, ਅਸ਼ੈ ਕਹਿ ਦਿਓ, ਅਸ਼ਲ ਕਹਿ ਦਿਓ, ਸਰੂਪ ਐਸਾ ਪਰਮੇਸ਼ਰ ਦਾ। ਫੇਰ ਪੜ੍ਹ ਦਈਏ ਜੀ। ਅਨਭੈ ਅਕਾਲ ਅਸ਼ੈ ਸਰੂਪ, ਕਰੁਣਾ ਨਿਧਾਨ ਕਾਮਲ ਕਿਰਪਾਲ, ਦੁਖ ਦੋਖ ਹਰਤ ਦਾਤਾ ਦਿਆਲ। ਇਹ ਮੇਰੀ ਰਹਿਤ ਵੀ ਪਾਠ ਹੁੰਦਾ ਇੱਥੇ, ਤਾਂ ਕਰਕੇ ਉਹ ਚੜ੍ਹਿਆ ਹੁੰਦਾ ਜ਼ਬਾਨ 'ਚ ਕਿੰਨਾ ਗੁਟਕੇ ਸਾਹਿਬਾਂ 'ਤੇ ਰਹਿਤ ਵੀ। ਪਰ ਮੁੱਖ ਪਾਠ ਦੁਖ ਹਰਤ, ਦੁੱਖਾਂ ਨੂੰ, ਸਾਡੇ ਦੋਸ਼ਾਂ ਨੂੰ ਹਰ ਲੈਣ ਵਾਲਾ ਹੈ, ਦਾਤਾ ਹੈ, ਦਿਆਲੂ ਪਰਮੇਸ਼ਰ ਹੈ। ਦੁਖ ਹਰਤ ਦਾਤਾ ਦਿਆਲ, ਅੰਜਨ ਬੇਹੀਨ ਅਨਭੰਜ ਨਾਥ। ਇੱਥੇ ਵੀ ਬੇਨਤੀ ਕਰਦੇ ਦੁੱਖ ਹਰਤ। ਦੁੱਖ ਜਿਹੜੇ ਸਾਨੂੰ ਦੁੱਖ ਲੱਗੇ ਹੁੰਦੇ ਨੇ, ਅੰਦਰੂਨੀ ਰੋਗ, ਅਤੇ ਦੋਖ ਤੋਂ ਭਾਵ ਆ ਦੁੱਖ ਤਾਂ ਪਹਿਲਾਂ ਆ ਗਿਆ, ਉਹਦਾ ਅਰਥ ਦੋਖ ਨਹੀਂ, ਉਹਦਾ ਦੋਸ਼ ਲੱਗੇ ਹੋਏ, ਸਾਨੂੰ ਬਾਹਰੋਂ ਦੋਸ਼ ਲੱਗ ਜਾਣੇ, ਇਲਜ਼ਾਮ ਲੱਗ ਜਾਣੇ। ਜੇ ਕਿਸੇ ਨੇ ਥੋਪ ਦੇਣਾ ਵੀ ਇਹ ਬਦਨਾਮੀ ਦੇ ਚੱਕਰ ਬਣ ਜਾਣੇ, ਉਹਦਾ ਭਾਵ ਦੋਖ ਤੋਂ ਇਹ ਭਾਵ। ਦੁੱਖ ਹਰਤ, ਆਪਣੇ ਪਿਆਰਿਆਂ ਦੇ ਦੁੱਖ ਵੀ ਹਰਦਾ, ਅਤੇ ਦੋਸ਼ ਲੱਗੇ ਹੋਏ ਜਿਹੜੇ ਉਹਨਾਂ ਦੇ, ਅਤੇ ਕਈ ਉਹ ਵੀ ਉਹਨਾਂ ਤੋਂ ਬਚਾ ਕੇ ਰੱਖਦਾ ਪਰਮੇਸ਼ਰ ਆਪਣੇ ਪਿਆਰਿਆਂ ਨੂੰ ਬਦਨਾਮੀ ਤੋਂ, ਦੋਸ਼ਾਂ ਤੋਂ, ਅਤੇ ਕਾਲ ਖਾਦ ਕਹਿ ਲਓ। ਇਹ ਪਰਮੇਸ਼ਰ ਵਿੱਚ ਇੱਕ ਕਲਾ ਹੁੰਦੀ ਹੈ, ਆਪਣੇ ਪਿਆਰਿਆਂ ਨੂੰ ਰੱਖ ਲੈਂਦਾ। ਉਹਨਾਂ ਭਾਰ ਕਰੈਤ ਕਹਿ ਲਓ, ਮਾੜੇ ਕਰਮਾਂ, ਜੇ ਮਾੜੇ ਕਰਮ ਨਾ ਕਰੇ ਤਾਂ ਦੋਸ਼ਾਂ ਤੋਂ ਰਹਿਤ ਹੋ ਜਾਣ, ਪਰਮੇਸ਼ਰ ਨੇ ਨਾ ਕਰਨ ਦਿੱਤੇ ਤਾਂ। ਇਹ ਉਹਦੀ ਕਲਾ ਹੈ, ਆਪਣੇ ਪਿਆਰਿਆਂ ਨੂੰ ਜਿਹੜੇ ਖੋਟੇ ਕਰਮਾਂ ਤੋਂ ਬਚਾ ਕੇ ਰੱਖਦਾ। ਜੇ ਖੋਟੇ ਕਰਮ ਕਰਨਗੇ ਉਹਨਾਂ ਨੂੰ ਦੋਸ਼ ਲੱਗਣਗੇ ਸੰਸਾਰ ਵੱਲੋਂ, ਜੇ ਸੰਸਾਰ ਵੱਲੋਂ, ਸਮਾਜ ਵੱਲੋਂ ਕੋਈ ਇਹਦੇ 'ਤੇ ਦੋਸ਼ ਆਰੋਪੇ ਜਾਣੇ, ਉਹਨੂੰ ਦੋਖ ਬੋਲਦੇ ਨੇ, ਬਦਨਾਮੀ ਦੇ ਕਾਰਨ ਵਾਲੇ। ਹਾਂਜੀ। ਦੁਖ ਹਰਤ ਦਾਤਾ ਦਿਆਲ, ਅੰਜਨ ਬੇਹੀਨ ਅਨਭੰਜ ਅਨਾਥ। ਨਹੀਂ, ਅਨਾਥ ਨਹੀਂ, ਨਾਥ। ਅੰਜਨ ਬੇਹੀਨ ਅਨਭੰਜ ਨਾਥ, ਜਲ ਥਲ ਪ੍ਰਭਾਉ ਸਰਬਤਰ ਸਾਥ। ਜਿਹ ਜਾਤ ਪਾਤ ਨਹੀਂ ਭੇਦ ਭਰਮ, ਜਿਹ ਰੰਗ ਰੂਪ ਨਹੀਂ ਏਕ ਧਰਮ। ਜਿਹ ਸਤਰ ਮਿੱਤਰ ਦੋਊ ਏਕ ਸਾਰ, ਅਸ਼ੈ ਸਰੂਪ ਅਬਚਲ ਅਪਾਰ। ਹਾਂਜੀ, ਪਹਿਲੀਆਂ ਪੰਕਤੀਆਂ ਇਹਨਾਂ 'ਚ ਤਿੰਨਾਂ 'ਚ ਆਇਆ ਜਿਹ ਜੱਜੇ ਸ਼ਾਰੀ ਹਾਹਾ, ਉਹਨੂੰ ਜਿਹੇ ਹੀ ਪਾਠ ਕਰਨਾ ਜਿਵੇਂ ਅਸੀਂ ਪਾਠ ਸਰਵਣ ਕੀਤਾ। ਜਹ ਵਗੈਰਾ ਇੱਕ ਆਮ ਪਾਠ ਕਰ ਜਾਂਦੇ ਨੇ, ਜਹ ਨਹੀਂ ਕਰਨਾ, ਜਿਹੇ ਪਾਠ ਕਰਨਾ ਜਿਵੇਂ ਸ਼ਾਰੀ ਲੱਗ ਕੇ ਜੱਜੇ ਨੂੰ ਲਾਈ ਹੈ।
ਹਾਂਜੀ ਜਾਨੀ- ਚਲੋ ਜੀ। ਜਾਨੀ ਨਾ ਜਾਏ ਜਿਹ ਰੂਪ ਰੇਖ, ਕਹਿ ਬਾਸ ਤਾਸ ਕਹਿ ਕੌਣ ਭੇਖ, ਕਹਿ ਨਾਮ ਤਾਸ ਹੈ ਕਮਨ ਜਾਤ, ਜਿਹ ਹੈ ਤੇ ਵਿਸਰਾਮ ਲਾ ਕੇ ਜੀ, ਕਹਿ ਨਾਮ ਤਾਸ ਹੈ ਕਮਨ ਜਾਤ। ਕਹਿ ਨਾਮ ਤਾਸ ਹੈ ਕਵਨ ਜਾਤ, ਜਿਹ ਸਤਰ ਮਿੱਤਰ ਨਹੀਂ ਪੁੱਤਰ ਭਰਾਤ, ਕਰਣਾ ਨਿਧਾਨ ਕਾਰਣ ਸਰੂਪ, ਜਿਹ ਚੱਕਰ ਚਿਹਨ ਨਹੀਂ ਰੰਗ ਰੂਪ, ਜਿਹ ਖੇਦ ਭੇਦ ਨਹੀਂ ਕਰਮ ਕਾਲ, ਜਿਹ ਸਭ ਜੀਵ ਜੰਤ ਕੀ ਕਰਤ ਪਾਲ, ਉਰਦੰ ਬਿਰਹਿਤ ਸਿੱਧੰ ਸਰੂਪ। ਇਹ ਵੀ ਬ੍ਰਹਿਤ ਬੱਬਾ ਜਿਹੜਾ ਇਹਨੂੰ ਸਿਹਾਰੀ ਸਮੇਤ ਲੱਗਾ ਅੱਗੇ ਤੇ ਲਾ ਕੇ ਬ੍ਰਹਿਤ, ਬਿਰਹਤ ਪਾਠ ਨਹੀਂ ਕਰਨਾ, ਉਰਦਮ ਬ੍ਰਹਿਤ ਸਿੱਧੰ ਸਰੂਪ, ਜਿਵੇਂ ਪਾਠ ਹੋਇਆ ਇਸੇ ਪ੍ਰਕਾਰ ਸਮਝ ਲੈਣਾ ਜੀ। ਉਰਧੰ ਬਿਰਹਿਤ ਸਿੱਧੰ ਸਰੂਪ, ਬੁੱਧੰ ਅਪਾਲ ਜੁੱਧੰ ਅਨੂਪ, ਜਿਹ ਰੂਪ ਰੇਖ ਨਹੀਂ ਰੰਗ ਰਾਗ, ਅਨਸਿਜ ਤੇਜ ਅਨਭਿਜ ਅਦਾਗ, ਜਲ ਥਲ ਮਹੀਪ ਬਨ ਤਨ ਦੁਰੰਤ, ਜਿਹ ਨੇਤ ਨੇਤ ਨਿਸ ਦਿਨ ਉਚਰੰਤ, ਪਾਇਓ ਨ ਜਾਏ ਜਿਹ ਪੈਰ ਪਾਰ, ਦੀਨਾਨ ਦੋਖ ਦਹਿਤਾ ਉਦਾਰ। ਫਿਰ ਦੋਖ ਦੁਭਾਵਾ ਦੀਨਾਨ, ਆਪਣੇ ਦੀਨਾਂ ਦੇ, ਆਪਣੇ ਦੀਨ ਭਾਵ ਧਰਮੀ ਲੋਕਾਂ ਦੇ, ਦੀਨ ਦੇ ਅਰਥ ਤਿੰਨ ਹੋਏ, ਦੀਨ ਗਰੀਬ ਨੂੰ ਵੀ ਕਹਿੰਦੇ, ਕੰਗਾਲ ਨੂੰ, ਦੀਨ ਜੋ ਦੁਖੀ ਨੂੰ ਵੀ ਕਹਿੰਦੇ, ਤੇ ਦੀਨ ਧਰਮੀ ਨੂੰ ਵੀ ਕਹਿੰਦੇ। ਦੀਨਾਨ ਦੋਖ, ਜੋ ਧਰਮੀ ਲੋਕ ਨੇ ਉਹਨਾਂ ਦੇ ਦੋਸ਼ ਜਿਹੜੇ ਨੇ ਦਹਿਤਾ, ਉਹਨਾਂ ਨੂੰ ਸਾੜ ਦਿੰਦਾ, ਖਤਮ ਹੀ ਕਰ ਦਿੰਦਾ, ਐਸਾ ਉਦਾਰ ਪ੍ਰਭੂ ਹੈ। ਦੀਨਾਨ ਦੋਖ ਦਹਿਤਾ ਉਦਾਰ, ਕਈ ਕੋਟ ਇੰਦਰ ਜਿਹ ਪਾਨਹਾਰ, ਕਈ ਕੋਟ ਰੁਦਰ ਜੁਗਿਆ ਦੁਆਰ, ਕਈ ਵੇਦ ਵਿਆਸ ਬ੍ਰਹਮਾ ਅਨੰਤ, ਜਿਹ ਨੇਤ ਨੇਤ ਨਿਸ ਦਿਨ ਉਚਰੰਤ, ਤਵ ਪ੍ਰਸਾਦ ਸਵਈਏ। ਹਾਂ ਜੀ, ਪਿਛਲੇ ਛੰਦਾਂ ਵਿੱਚ ਆਪਾਂ ਨੇ ਸਰਵਣ ਕੀਤੀ ਪਰਮੇਸ਼ਰ ਦੀ ਬੇਅੰਤਤਾ, ਉਹ ਕੈਸਾ ਹੈ, ਦੁੱਖ ਦੋਖ ਆਪਣੇ ਸੇਵਕਾਂ ਦੇ ਦੂਰ ਕਰਨ ਵਾਲਾ ਦਿਆਲੂ ਪ੍ਰਭੂ ਹੈ, ਤੇ ਜਲਸਲ ਵਿੱਚ ਉਹ ਰਮਿਆ ਹੋਇਆ ਹੈ, ਜਿਸ ਨੂੰ ਨੇਤ ਨੇਤ ਸਾਰੇ ਦਿਨ ਰਾਤ ਉਚਰਦੇ ਹਨ। ਉਹਦੇ ਜਿਹੜੇ ਆ ਪਾਰਾਵਾਰ ਨਹੀਂ ਪਾਇਆ ਜਾ ਸਕਦਾ। ਦੀਨਿਆਂ ਦੇ, ਦੁਖੀਆਂ ਦੇ, ਧਰਮੀਆਂ ਦੇ ਦੋਸ਼ਾਂ ਨੂੰ ਦੂਰ ਕਰਨੇ ਵਾਲਾ ਹੈ, ਐਸਾ ਉਦਾਰ ਪ੍ਰਭੂ ਹੈ। ਬਹੁਤ ਭਾਵੇਂ ਕਰੋੜਾਂ ਇੰਦਰ ਹੋਣ, ਉਹ ਵੀ ਉਹਦਾ ਪਾਣੀ ਭਰਦੇ ਹਨ, ਤੇ ਕਰੋੜਾਂ ਹੀ ਜਿਹੜੇ ਰੁਦਰ ਸ਼ਿਵ ਜੀ ਵਰਗੇ ਭਗਤ ਜੋਗੀ ਉਹਦੇ ਦੁਆਰੇ ਤੇ ਪ੍ਰਾਰਥਨਾ ਕਰਨ ਵਾਲੇ ਉਹਦਾ ਜਾਪ ਕਰਦੇ ਨੇ। ਬਹੁਤ ਸਾਰੇ ਵਿਆਸ ਵਰਗੇ ਰਿਸ਼ੀ ਮੁਨੀ, ਜਿਹੜਾ ਬ੍ਰਹਮਾ ਦਾ ਸਰੂਪ ਸੀ, ਬ੍ਰਹਮਾ ਦਾ ਅਵਤਾਰ ਸੀ, ਉਹ ਵੀ ਇਹਨੂੰ ਅਨੰਤ ਅਨੰਤ ਕਹਿ ਰਹੇ ਨੇ। ਵਾਹਿਗੁਰੂ ਤੋਂ ਅੰਤ ਨਹੀਂ ਪਾਇਆ ਜਾ ਸਕਦਾ। ਦਿਨ ਰਾਤ ਪਰਮੇਸ਼ਰ ਦਾ ਸਿਮਰਨ ਕਰ ਰਹੇ ਨੇ। ਇਹ ਪਰਮੇਸ਼ਰ ਦੀ ਉਸਤਤੀ। ਤੇ ਅਗਲੇ ਸਵਈਏ ਆ ਰਹੇ ਨੇ ਦਾਸਾਤ ਸੰਗਤ ਜੀ, ਸਾਡੀ ਨਿਤਨੇਮ ਵਿੱਚ ਵੀ ਪੜ੍ਹਦੇ ਹਾਂ। ਉਹ ਐਸਾ ਜੇ ਪ੍ਰਭੂ ਹੈ, ਜਿਵੇਂ ਪਿੱਛੇ ਉਸਤਤ ਸੁਣੀ ਆਪਾਂ ਨੇ ਸਰਵਣ ਕੀਤੀ ਹੈ, ਤੇ ਉਹ ਕਰਦਾ ਕੀ ਹੈ। ਅਗਲੇ ਸਵਈਆਂ ਦੇ ਵਿੱਚ ਪਾਤਸ਼ਾਹ ਦੱਸਦੇ ਨੇ, ਗੁਰੂ ਗੋਬਿੰਦ ਸਿੰਘ ਸਾਹਿਬ, ਉਹ ਪਰਮੇਸ਼ਰ ਕੀ ਕਰਦਾ ਹੈ, ਇਹ ਸਰਵਣ ਕਰਾਂਗੇ ਆਪਾਂ। ਉਹ ਦੀਨਨ ਕੀ ਪ੍ਰਤਪਾਲ ਕਰੈ, ਦੀਨਾਂ ਦੀ ਗਰੀਬਾਂ ਦੀ ਪ੍ਰਤਪਾਲਨਾ ਕਰਦਾ ਹੈ, ਪੰਛੀਆਂ ਦੀ, ਪਸ਼ੂਆਂ ਦੀ, ਨਾਗ ਆਦਿਕਾਂ ਦੀ, ਰਾਜੇ ਲੋਕਾਂ ਦੀ, ਗਰੀਬਾਂ ਦੀ ਵੀ ਰੱਖਿਆ ਕਰਦਾ ਹੈ। ਸਾਨੂੰ ਜਲ ਦੇ ਥਲ ਦੇ ਵਿੱਚ ਇਹ ਉਹਨਾਂ ਦੀ ਪ੍ਰਤਪਾਲਨਾ ਕਰਦਾ, ਪਰ ਉਹਨਾਂ ਦੇ ਕਰਮ ਨਹੀਂ ਵਿਚਾਰਦਾ। ਐਸਾ ਪ੍ਰਭੂ ਹੈ। ਤੇ ਉਹ ਦੀਨ ਦਿਆਲ ਐਸਾ ਹੈ ਕਿ ਦਇਆ ਦਾ ਖਜ਼ਾਨਾ ਹੈ। ਦਇਆ ਕਰੀ ਜਾਂਦਾ, ਦਇਆ ਮੁੱਕਦੀ ਨਹੀਂ ਉਹਦੇ ਕੋਲੋਂ। ਕਈ ਚੀਜ਼ ਹੁੰਦੀ ਮੁੱਕ ਜਾਣ ਵਾਲੀ, ਤੇ ਜਿਹੜੀ ਖਜ਼ਾਨਾ ਹੈ ਨਾ, ਉਹਦਾ ਕੋਲ ਇਹਦੇ ਭਰੇ ਭੰਡਾਰ ਪਏ, ਮੁੱਕਣ ਵਾਲੇ। ਦਇਆ ਦਾ ਖਜ਼ਾਨਾ ਪਰਮੇਸ਼ਰ ਜੀ। ਤੇ ਆਪਣੇ ਸੇਵਕਾਂ ਦੇ ਦੁੱਖ ਕਿਵੇਂ ਦੂਰ ਕਰਦਾ, ਉਹ ਆਪਾਂ ਇਹਦੇ 'ਚ ਸਰਵਣ ਕਰਾਂਗੇ। ਐਸਾ ਕਿਹਾ ਪਰਮੇਸ਼ਰ ਨੇ। ਫਿਰ ਉਹ ਐਸਾ ਵੀ ਸਾਨੂੰ ਬਚਾਉਂਦਾ ਕਿਤੇ ਕਿਤੇ, ਉਹ ਰੋਗਾਂ ਤੋਂ, ਸੋਗਾਂ ਤੋਂ, ਰੋਗਣ ਤੇ ਅਰ ਸੋਗਣ ਤੇ ਜਲ ਜੋਗਣ ਤੇ ਬਹੁਪਾਂ ਦਾ ਬਚਾਵ ਹੈ। ਇਸ ਦਾ ਕਿਹਾ ਹੈ ਕਿ ਉਹ ਪੇਟ ਹੀ ਕਿ ਪੱਟ ਪੀੜ ਬਚਾਵੇ। ਅਸੀਂ ਮਾਤਾ ਦੇ ਉਹਦੇ ਵਿੱਚ ਜਦੋਂ ਬੱਚਾ
ਉਹਦੀ ਬੱਚੇ ਦੀ ਪ੍ਰਤਪਾਲਨਾ ਹੋ ਰਹੀ ਹੁੰਦੀ, ਉੱਥੇ ਵੀ ਪਰਮੇਸ਼ਰ ਪ੍ਰਭੂ ਉਹਨੂੰ ਅੰਨ ਪਹੁੰਚਾਉਂਦਾ ਹੈ, ਉੱਥੇ ਉਹਨੂੰ ਸਵਾਸ ਭੇਜਦਾ ਹੈ। ਐਸੀ ਪਰਮੇਸ਼ਰ ਦੀ ਉਸਤਤ ਕਰਕੇ। ਤੇ ਫਿਰ ਕਰਦਾ ਕੀ ਹੈ, ਉਹਦੇ ਲੱਛਣ ਮਹਾਰਾਜ ਜੀ ਦੱਸ ਰਹੇ ਨੇ। ਆਹ ਸਰਵਣ ਕਰੀਏ ਜੀ। ਇਹ 10 ਸਵਈਏ ਨੇ, ਨਿਤਨੇਮ ਦੇ ਸਾਡੇ ਸਵਈਏ ਨੇ। ਕਈ ਬਹੁਤ ਸਾਰੇ ਪ੍ਰੇਮੀ ਇਹਨਾਂ ਸਵਈਆਂ ਦਾ ਨਿਤਨੇਮ ਵਿੱਚ ਪਾਠ ਕਰਦੇ ਹਨ ਜੀ, ਅਤੇ ਇਹਨਾਂ ਦਾ ਮਹੱਤਵ ਬਹੁਤ ਹੈ। ਹਾਂਜੀ, ਇਹਨਾਂ ਦਾ ਪਾਠ ਕਰਨ ਵਾਲਿਆਂ ਦੇ ਪਰਮੇਸ਼ਰ ਅੰਗ ਸੰਗ ਰਹਿੰਦਾ ਹੈ। ਤੋ ਸਾਨੂੰ ਆਪਣੇ ਨਿਤਨੇਮ ਦੇ ਵਿੱਚ ਇਹ ਵੀ ਸਵਈਏ ਸਾਧ ਸੰਗ ਜੀ ਫਿਰ ਸ਼ਾਮਲ ਕਰ ਲੈਣੇ ਚਾਹੀਦੇ ਨੇ। ਹਾਂਜੀ। ਤਵ ਪ੍ਰਸਾਦ ਸਵਈਏ ਦੀਨਨ ਕੀ ਪ੍ਰਤਿਪਾਲ ਕਰੈ, ਨਿਤ ਸੰਤ ਉਬਾਰ ਗਨੀ ਮਨ ਗਾਰੈ। ਨਿਤ ਤੇ ਵਿਸਰਾਮ ਲੱਗ, ਦੀਨਨ ਕੀ ਪ੍ਰਤਿਪਾਲ ਕਰੈ, ਨਿਤ ਹਾਂਜੀ ਸੰਤ ਉਬਾਰ ਗਨੀ ਮਨ ਗਾਰੈ। ਹਾਂ, ਇਹਦੀ ਚਾਲ ਵੀ ਦੱਸ ਦਈਏ ਪਹਿਲਾ ਸਵਈਆ ਪੜ੍ਹ ਕੇ, ਤੇ ਨਿਤ ਤੇ ਵਿਸਰਾਮ ਹੋਏਗਾ। ਦੀਨਨ ਕੀ ਪ੍ਰਤਿਪਾਲ ਕਰੈ, ਨਿਤ ਸੰਤ ਉਬਾਰ ਗਨੀ ਮਨ ਗਾਰੈ। ਪਸ਼ ਪਸ਼ੂ ਨਾਗ ਨਾਗ ਨਰਾਧਿਪ, ਸਰਬ ਸਮੈ ਸਭ ਕੂ ਪ੍ਰਤਪਾਰੈ। ਭੂਖਤ ਹੈ ਜਲ ਮੈਂ ਥਲ ਮੈਂ ਪਲ ਮੈਂ ਕਲ ਕੀ, ਨਹੀਂ ਕਰਮ ਵਿਚਾਰੈ। ਦੀਨ ਦਇਆਲ ਦਇਆ ਨਿਧ, ਦੋਖਨ ਦੇਖਤ ਹੈ ਪਰ ਦੇਤ ਨਾ ਹਾਰੈ। ਦਾਹਤ ਹੈ ਦੁਖ ਦੁਖਨ ਕਉ, ਦਲ ਦੁਜਨ ਕੇ ਪਲ ਮੈਂ ਦਲ ਡਾਰੈ। ਖੰਡ ਅਖੰਡ ਪ੍ਰਚੰਡ ਪ੍ਰਹਾਰਨ, ਪੂਰਨ ਪ੍ਰੇਮ ਕੀ ਪ੍ਰੀਤ ਸੰਭਾਰੈ। ਪਾਰ ਨਾ ਪਾਏ ਸਕੈ ਪਦਮਾ ਪਤ, ਭੇਦ ਕਤੇਬ ਅਭੇਦ ਉਚਾਰੈ। ਰੋਜ਼ ਹੀ ਰਾਜ ਬਿਲੋਕ ਤਰਾਜ। ਕਿਸੇ ਪਾਠ ਲੱਗਿਆ ਮੇਰੇ ਕੋਲ ਰੋਜ਼ ਹੀ ਰਾਜ, ਨਹੀਂ ਇਹਦਾ ਨਹੀਂ ਪਾਠ ਹੈਗਾ। ਰੋਜ਼ ਹੀ ਰਾਜ ਬਿਲੋਕ ਤਰਾਜਕ, ਰੋਖ ਰੂਹਾਨ ਕੀ ਰੋਜੀ ਨਾ ਟਾਰੈ। ਇਹ ਤੁਸੀਂ ਇਹ ਤੋਂ ਪੜ੍ਹ ਲਓ ਜੀ, ਫਿਰ ਵਿਚਾਰ ਕਰਾਂਗੇ। ਦਾਹਤ ਹੈ, ਭਲਾ ਉੱਪਰੋਂ ਲੱਗ ਜਾਓ। ਤਵ ਪ੍ਰਸਾਦ ਸਵਈਏ ਦੀਨਨ ਕੀ ਪ੍ਰਤਿਪਾਲ ਕਰੈ, ਨਿਤ ਸੰਤ ਉਬਾਰ ਗਨੀ ਮਨ ਗਾਰੈ। ਪਛ ਪਸ਼ੂ ਨਗ ਨਾਗ ਨਰਾਧਪ, ਪਛ ਪਸ਼ੂ ਨਗ ਨਾਗ ਨਰਾਧਪ, ਸਰਬ ਸਮੈ ਸਭ ਕੋ ਪ੍ਰਤਿਪਾਰੈ। ਕਈ ਵਾਰੀ ਇਹ ਪਹਿਲਾਂ ਪਛ ਲਿਖਿਆ ਕਰਕੇ ਇਹ ਅਸੀਂ ਸਾਡੀ ਰਸਨਾ ਤੋਂ ਪਸ਼ੂ ਨਾਲ ਨਿਕਲ ਜਾਂਦਾ, ਪਰ ਨਹੀਂ, ਪਾਠ ਸ਼ੁੱਧ ਹੈ। ਪਛ ਪਸ਼ੂ ਨਗ ਨਾਗ ਨਰਾਧਪ, ਸਰਬ ਸਮੈ ਸਭ ਕੋ ਪ੍ਰਤਪਾਰੈ। ਮੈਂ ਆਪਦੀ ਗੱਲ ਤੁਹਾਨੂੰ ਦੱਸਣ ਲੱਗਾ ਵੀ ਜਦੋਂ ਕਥਾ ਕਰਾਉਂਦੇ ਹੁੰਦੇ ਸਾਂ, ਅਤੇ ਇਹ ਸਵਈਆਂ ਦਾ ਵੀ ਨਾਲ, ਇਹ ਪਹਿਲੇ ਸਵਈਏ ਦਾ ਵੀ ਮੰਗਲਾਚਰਨ ਕਰਦੇ ਸਾਂ, ਅਤੇ ਮੇਰੇ ਖੁਦ ਦੇ ਪਸ਼ੂ ਪੱਕ ਗਿਆ ਸੀ। ਫਿਰ ਮੰਗਲਾਚਰਨ ਕਰਦਿਆਂ ਸੰਤਾਂ ਨੇ ਮੈਨੂੰ ਘੂਰਿਆ ਵੀ ਭਾਈ ਵੇਖ ਕੇ ਪੜ੍ਹ ਤੂੰ ਪਸ਼ੂ ਕਹੀ ਜਾਂਦਾ। ਮੈਨੂੰ ਕਹਿੰਦੇ ਸਾਨੂੰ ਦੂਸਰਿਆਂ ਨੂੰ ਪਕਾ ਦੇਂਗਾ, ਭੁਲਾ ਦੇਵੇਂਗਾ। ਅਤੇ ਇਸ ਕਰਕੇ ਇਹ ਧਿਆਨ ਦੇਣ ਵਾਲਾ ਇਹ ਬਚਨ ਹੈ। ਨਹੀਂ ਸਾਡੇ ਪੱਕ ਜਾਂਦਾ ਹੁੰਦਾ, ਮੇਰੇ ਖੁਦ ਪੱਕ ਗਿਆ ਸੀ। ਤੋ ਇਸ ਕਰਕੇ ਧਿਆਨ ਨਾਲ ਪਸ਼ ਪਸ਼ੂ, ਕਿਉਂਕਿ ਛੱਛਾ ਪਹਿਲਾਂ ਲਗਾ ਹੋਣਾ ਕਰਕੇ, ਅਤੇ ਅਸੀਂ ਵੈਸੇ ਵੀ ਪਸ਼ੂ ਹੀ ਬੋਲਦੇ ਹਾਂ। ਉਹ ਸਾਡੀ ਆਮ ਬੋਲੀ ਹੈ, ਅਤੇ ਗੁਰਬਾਣੀ ਵਿੱਚ ਜੋ ਪਸ਼ੂ ਹੈ, ਪਸ਼ੂ ਨਹੀਂ ਹੈ। ਇੱਥੇ ਧਿਆਨ ਦੇਣਾ। ਪਸ਼ ਪਸ਼ੂ ਨਗ ਨਾਗ ਨਰਾਧਪ, ਸਰਬ ਸਮੈ ਸਭ ਕੋ ਪ੍ਰਤਪਾਰੈ। ਪਛ ਪਸ਼ੂ ਨਗ ਨਾਗ ਨਰਾਧਪ, ਸਰਬ ਸਮੈ ਸਭ ਕੋ ਨਰਾਧਪ ਹੈ ਜੀ। ਚਲੋ ਠੀਕ ਹੈ। ਪਛ ਪਸ਼ੂ ਨਗ ਨਾਗ ਨਰਾਧਪ, ਸਰਬ ਸਮੈ ਸਭ ਕੋ ਪ੍ਰਤਿਪਾਰੈ। ਭੂਖਤ ਹੈ ਜਲ ਮੈਂ ਥਲ ਮੈਂ, ਪਲ ਮੈਂ ਕਲ ਕੇ ਨਹੀਂ ਕਰਮ ਵਿਚਾਰੈ। ਦੀਨ ਦਇਆਲ ਦਇਆ ਨਿਧ ਦੋਖਨ, ਦੀਨ ਦਇਆਲ ਦਇਆ ਨਿਧ ਦੋਖਨ ਦੇਖਤ ਹੈ, ਪਰ ਦੇਤ ਨਾ ਹਾਰੈ। ਆਮ ਵਿਸਰਾਮ ਦੁਬਾਰਾ ਉਹਨਾਂ ਨੇ ਪੜ੍ਹਿਆ ਸ਼ੁੱਧ ਕਰਨ ਲਈ। ਅਸੀਂ ਵੀ ਧਿਆਨ ਦੇਣਾ। ਦੀਨ ਦਇਆਲ ਦਇਆ ਨਿਧ, ਨਿਧ 'ਤੇ ਵਿਸਰਾਮ ਲਾ ਕੇ, ਦੋਖਣ ਦੇਖਤ ਹੈ। ਸਾਡੇ ਦੋਸ਼ ਜਿਹੜੇ ਆ, ਸਾਡੇ 'ਤੇ ਇਲਜ਼ਾਮ ਲੱਗੇ ਨੇ, ਸਭ ਨੂੰ ਸਾਨੂੰ ਹੈਗੇ, ਸਾਨੂੰ ਆਪਣੇ ਆਪ ਨੂੰ ਪਤਾ ਸੀ ਇਲਜ਼ਾਮ ਸਾਡੇ 'ਤੇ ਹਨ, ਦੋਸ਼ ਹਨ। ਅਤੇ ਪਰ ਉਹ ਪਰਮੇਸ਼ਰ ਐਸਾ ਹੈ। ਸੰਸਾਰ ਦੇ ਲੋਕ ਜਿਹੜੇ ਨੇ ਉਹ ਦੋਸ਼ ਲਿਖ ਦਿੰਦੇ ਵੀ ਇਹ ਤਾਂ ਇਹ ਜਾਂ ਇਹਦੀ ਬਦਨਾਮੀ ਹੋਈ ਹੈ, ਦੂਰ ਹੋ ਜਾਓ। ਪਰ ਪਰਮੇਸ਼ਰ ਐਸਾ, ਉਹ ਰੋਜ਼ੀ ਦਿੰਦਾ ਹੀ ਹੈ, ਦਿੰਦਾ ਹੈ। ਦੀਨ ਦਇਆਲ ਦਇਆ ਨਿਧ, ਉਹ ਦੀਨਾਂ ਦੇ ਦਇਆ ਕਰਨ ਵਾਲਾ, ਦਇਆ ਦਾ ਖਜ਼ਾਨਾ ਹੈ। ਕਿਸੇ ਦੇ ਦੋਸ਼ ਦੇਖ ਕੇ ਵੀ, ਕਿਸੇ 'ਤੇ ਆਰੋਪ ਲੱਗੇ ਹੋਏ ਦੇਖ ਕੇ ਵੀ, ਪਰ ਦੇਤ ਨਾ ਹਾਰੈ, ਰੋਜ਼ੀ ਦਿੰਦਾ।
ਉਹਨੂੰ ਰੋਜ਼ੀ ਬੰਦ ਨਹੀਂ ਕਰਦਾ। ਅੱਗੇ ਆ ਰਹੇ ਆ ਇਹ ਜੇ ਨਾਲ ਦੇ ਲੱਗਦੇ ਬਚਨ, ਅੱਗੇ ਵਿਚਾਰ ਕਰਾਂਗੇ ਹੋਰ। ਹਾਂਜੀ। ਦੀਨ ਦਇਆਲ ਦਇਆ ਨਿਧ, ਦੋਖਨ ਦੇਖਤ ਹੈ ਪਰ ਦੇਤ ਨਾ ਹਾਰੈ। ਦਾਹਤ ਹੈ ਦੁਖ ਦੋਖਨ ਕਉ, ਦਲ ਦੂਜਨ ਕੇ ਪਲ ਮੈਂ ਦਲ ਡਾਰੈ। ਉਹਦਾ ਦਾਹ ਸਾੜ ਹੀ ਦਿੰਦਾ ਦੁੱਖਾਂ ਨੂੰ ਤੇ ਦੋਸ਼ਾਂ ਨੂੰ। ਆਪਣੇ ਪ੍ਰੇਮੀਆਂ ਦੇ ਦੁੱਖ ਤੇ ਦੋਸ਼ ਲੱਗੇ ਹੋਏ ਜਿਹੜੇ ਨਾ, ਤੇ ਬਦਨਾਮੀ ਦੀ ਕਾਲਖ ਲੱਗੀ ਹੋਈ, ਇਹਨੂੰ ਸੱਚੇ ਪਾਤਸ਼ਾਹ ਸਾੜਨ ਦੇ ਸਮਰੱਥ ਹੈ। ਹਾਂਜੀ। ਦਾਹਤ ਹੈ ਦੁਖ ਦੋਖਨ ਕਉ, ਦਲ ਦੂਜਨ ਕੇ ਪਲ ਮੈਂ ਦਲ ਡਾਰੈ। ਅਖੰਡ ਅਖੰਡ ਪ੍ਰਚੰਡ ਪ੍ਰਹਾਰਨ, ਪੂਰਨ ਪ੍ਰੇਮ ਕੀ ਪ੍ਰੀਤ ਸੰਭਾਰੈ। ਪਾਰ ਨਾ ਪਾਏ ਸਕੈ ਪਦਮਾ ਪਤ, ਵੇਦ ਕਤੇਬ ਅਭੇਦ ਉਚਾਰੈ। ਰੋਜੀ ਹੀ ਰਾਜ ਬਿਲੋਕਤ ਰਾਜਕ, ਰੋਖ ਰੂਹਾਨ ਕੀ ਰੋਜੀ ਨਾ ਟਾਰੈ। ਇੱਥੇ ਵੀ ਗੁਣੀ ਗਿਆਨੀ ਮਹਾਂਪੁਰਸ਼ ਜਿਹੜੇ ਦੱਸਦੇ ਨੇ ਕਿ ਰੋਖ ਰੂਹਾਨ ਕੀ ਰੋਜੀ ਨਾ ਟਾਰੈ। ਉਹ ਇਸ ਪ੍ਰਕਾਰ ਸਾਖੀ ਕਈ ਵਿਦਵਾਨ ਮਹਾਂਪੁਰਸ਼ ਸੁਣਾਉਂਦੇ ਨੇ, ਆਪਣੇ ਮਹਾਂਪੁਰਸ਼ ਵੀ ਸੁਣਾਇਆ ਕਰਦੇ ਸਨ। ਰੋਖ ਰੂਹਾਨ ਕੀ ਰੋਜੀ ਨਾ ਟਾਰੈ ਇੱਕ ਜਾਨਵਰ ਹੈ, ਤੇ ਉਹਦਾ ਨਾਮ ਹੀ ਰੋਖ ਰੂਹਾਨ ਹੈ। तो वो ऐसा है जानवर, छोटा जानवर है। ਉਹਦੀ खुराक की है? खुराक ਉਹਦੀ ਇਹ ਹੈ ਵੀ ਜਦੋਂ ਜੋ ਸ਼ੇਰ ਆਪਣਾ ਸ਼ਿਕਾਰ ਕਰਦਾ ਹੈ, ਸ਼ਿਕਾਰ ਕਰਦਾ ਸ਼ੇਰ, ਫਿਰ ਰੱਜ ਜਾਂਦਾ ਹੈ, ਰੱਜ ਕੇ ਫਿਰ ਉਹ ਜਾ ਕੇ ਜੰਗਲਾਂ ਵਿੱਚ ਸੌਂ ਜਾਂਦਾ, ਆਰਾਮ ਕਰਦਾ ਪਿਆ ਹੁੰਦਾ। ਫਿਰ ਜਦੋਂ ਉੱਠਦਾ ਨਾ ਉਹ ਉਬਾਸੀ ਲੈਂਦਾ ਸ਼ੇਰ। ਜੋ ਉਬਾਸੀ ਲੈਂਦਾ ਤੇ ਉਹਨੇ ਉਬਾਸੀ ਲੈਂਦੇ ਸਮੇਂ ਦੇ ਵਿੱਚ ਕੋਈ ਇਹੋ ਜਾਨਵਰ ਆ ਉਹਦੇ ਸ਼ੇਰ ਦੇ ਲੱਗਾਂ 'ਚ ਜਿਹੜਾ ਦੜਾਂ ਵਿੱਚ ਮਾਸ ਫਸਿਆ ਹੁੰਦਾ ਨਾ, ਉਹ ਕੱਢਦਾ, ਉਹਦੀ ਖੁਰਾਕ ਆ। ਤੇ ਪਰਮੇਸ਼ਰ ਉਹਨੂੰ ਵੀ ਖੁਰਾਕ ਦਿੰਦਾ ਹੈ। ਸ਼ੇਰ ਨਿਕਲਣਾ, ਫਿਰ ਸ਼ੇਰ ਨੇ ਆਪਣਾ ਸ਼ਿਕਾਰ ਕਰਨਾ, ਫਿਰ ਉਹਨੇ ਸੌਣਾ, ਫਿਰ ਉੱਠਣ ਲੱਗਾ ਉਬਾਸੀ ਲੈਣੀ। ਉਬਾਸੀ ਲੈਣ ਦੇ ਵਿੱਚ ਜੇ ਉਹ ਆਪਣਾ ਜਿਹੜਾ ਮੁੱਖ ਆਪਣਾ ਮੀਚ ਵੀ ਸਕਦਾ, ਪਰ ਪਰਮੇਸ਼ਰ ਉਸ ਜਾਨਵਰ ਨੂੰ ਵੀ ਰੋਜੀ ਦਿੰਦਾ ਹੈ, ਉਹਦੀ ਰੱਖਿਆ ਕਰਦਾ ਹੈ। ਰੋਖ ਰੂਹਾਨ ਕੀ ਰੋਜੀ ਟਾਰ ਹੈ। ਪਰਮੇਸ਼ਰ ਕਿਸੇ ਰੋਜੀ ਟਾਰਦਾ ਨਹੀਂ, ਹਰੇਕ ਨੂੰ ਰੋਜੀ ਭੇਜਦਾ ਹੈ। ਹਾਂਜੀ। ਪਰ ਅਸੀਂ ਜਿਹੜੇ ਆ ਸੰਸਾਰ ਦੇ ਬੰਦੇ ਜਾਂ ਕੋਈ ਹੋਰ ਆ ਛੋਟੀ ਪਦਵੀ ਵਾਲੇ, ਭਾਵੇਂ ਦੇਵਤੇ ਹੀ ਹੋਣ, ਭਾਵੇਂ ਪੈਗੰਬਰ ਹੋਣ, ਉਹ ਕਿਸੇ ਦਾ ਦੋਸ਼ ਦੇਖ ਕੇ ਉਹਨੂੰ ਫਿਰ ਉਹਦੀ ਰੋਟੀ ਬੰਦ ਕਰ ਦਿੰਦੇ। ਇੱਕ ਇੱਥੇ ਸਾਖੀ ਆਉਂਦੀ ਵੀ ਇੱਕ ਮੂਸਾ ਪੈਗੰਬਰ ਹੋਇਆ, ਤੇ ਉਹਦੀ ਡਿਊਟੀ ਲੱਗੀ ਵੀ ਮੈਂ ਸੰਸਾਰ ਦੇ ਲੋਕਾਂ ਨੂੰ ਰੋਜੀ ਪਹੁੰਚਾਉਂ। ਰੋਜੀ ਜਿਹੜੀ ਪਹੁੰਚਾਉਣ ਦੀ ਇਹ ਵੇਖ ਲਓ ਵੀ ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਈ ਦੀ ਬਾਣ, ਇਹ ਤਿੰਨੇ ਦੇਵਤੇ ਨੇ। ਇੱਕ ਨੇ ਪੈਦਾਇਸ਼ ਕਰਨੀ ਆ, ਇੱਕ ਨੇ ਰੋਜੀ ਦੇਣੀ ਆ, ਇਹ ਰੋਜੀ ਦੇਣੀ ਵਿਸ਼ਨੂੰ ਜੀ ਦਾ ਪਹਿਰਾ, ਤੇ ਬਾਣ ਜਿਹੜੀ ਲਾਇਤਾ ਦੀ ਉਹ ਰੁਦਰ ਜੀ ਨੂੰ ਆ, ਸ਼ਿਵ ਨੂੰ ਆ। ਤੇ ਮੂਸਾ ਪੈਗੰਬਰ ਕਹਿੰਦਾ ਵੀ ਮੇਰੀ ਡਿਊਟੀ ਲਾਓ, ਮੈਂ ਵੰਡਿਆ ਕਰੂ ਸਭ ਨੂੰ ਰੋਜੀ। ਇੱਕ ਦਿਨ ਐਸਾ ਹੋਇਆ ਵੀ ਇੱਕ ਬੰਦੇ ਨੂੰ ਉਹਨੇ ਰੋਜੀ ਨਾ ਦਿੱਤੀ, ਪੇਸ਼ੀ ਹੋ ਗਈ। ਉਹ ਬੰਦੇ ਦੀ ਪੁਕਾਰ ਗਈ ਦਰਗਾਹ ਵਿੱਚ, ਮੈਂ ਤਾਂ ਭੁੱਖਾ। ਤੇ ਪੈਗੰਬਰ ਜੀ ਨੂੰ ਸੱਦਿਆ ਗਿਆ ਵੀ ਉਹ ਬੰਦੇ ਨੂੰ ਤੁਸੀਂ ਪ੍ਰਸ਼ਾਦਾ ਕਿਉਂ ਨਹੀਂ ਦਿੱਤਾ, ਰੋਟੀ ਕਿਉਂ ਨਹੀਂ ਦਿੱਤੀ, ਰੋਜੀ ਕਿਉਂ ਬੰਦ ਕਰਤੀ ਉਹਦੀ? ਕਹਿੰਦੀ ਉਹਨੇ ਕੰਮ ਹੀ ਇੰਨਾ ਮਾੜਾ ਕੀਤਾ, ਉਹ ਰੋਜੀ ਦੇਣ ਦੇ ਲਾਇਕ ਹੀ ਨਹੀਂ ਹੈ, ਉਹਨੂੰ ਭੁੱਖੇ ਨੂੰ ਮਾਰਨਾ। ਉਹਨੇ ਦੋਸ਼ ਵੀ ਕਹਿੰਦੇ ਐਸਾ ਕੀਤਾ ਸੀਗਾ ਉਸ ਬੰਦੇ ਨੇ, ਬੜਾ ਭੈੜਾ ਦੋਸ਼ ਉਹ 'ਤੇ ਲੱਗਿਆ ਸੀ। ਉਹਨੇ ਇਹ ਕੀਤਾ ਵੀ ਕੋਈ ਮੁਰਦ ਘਾਟ ਵਿੱਚੋਂ, ਕਰਮ ਵਿੱਚੋਂ ਕੋਈ ਜਨਾਨੀ ਕੱਢ ਕੇ ਤੇ ਉਹਦੇ ਨਾਲ ਕੁਕਰਮ ਕਰਿਆ। ਉਹਦੇ ਕੁਕਰਮ ਨੂੰ ਦੇਖ ਕੇ ਮੂਸੇ ਨੇ ਉਹਦੀ ਰੋਟੀ ਬੰਦ ਕਰਤੀ, ਰੋਜੀ। ਪਰ ਪਰਮੇਸ਼ਰ ਕਹਿੰਦਾ ਨਹੀਂ, ਰੋਜੀ ਹਰੇਕ ਨੂੰ ਦੇਣੀ, ਕਰਮਾਂ ਦਾ ਦੰਡ ਦੇਣਾ ਉਹ ਮੇਰੇ ਹੱਥ ਵਿੱਚ। ਜਦੋਂ ਪੇਸ਼ੀ ਹੋਏਗੀ ਦੰਡ ਉਹਨੂੰ ਜ਼ਰੂਰ ਦਿੱਤਾ ਜਾਵੇਗਾ, ਪਰ ਰੋਟੀ ਨਹੀਂ ਰੋਕਣੀ ਕਿਸੇ ਦੀ। ਇਸ ਕਰਕੇ ਜਿਹੜਾ ਪਰਮੇਸ਼ਰ ਹੈ ਨਾ, ਉਹ ਕਿਸੇ ਦੀ ਭਲਾ ਕੋਈ ਦੋਸ਼ੀ ਹੋਵੇ
ਉਹ ਰੋਜੀ ਦੇਹੰਦ ਹੈ, ਹਰੇਕ ਨੂੰ ਰੋਜੀ ਦੇने वाला है, तो रोख रूहान की रोजी न टारे। हाँ जी, ऐसा परमेश्वर है। फिर पढ़ दो जी। ਰੋਜੀ ਹੀ ਰਾਜ ਬੇਲੋਕਤ ਰਾਜਕ, ਰੋਖ ਰੂਹਾਨ ਕੀ ਰੋਜੀ ਨਾ ਟਾਰੈ। हाँ जी। ਕੀਟ ਪਤੰਗ ਕੁਰੰਗ ਭੁਜੰਗਮ, ਭੂਤ ਭਵਿਖ ਭਵਾਨ ਬਨਾਏ। ਦੇਵ ਆਦੇਵ ਖਪੇ ਅਹੰ ਮੇਵ, ਨਾ ਭੇਦ ਲਖਿਓ ਭ੍ਰਮ ਸਿਉ ਪਰਮਾਏ। ਭੇਵ ਭੇਵ ਲਖਿਓ। ਦੇਵ ਅਦੇਵ ਖਪੇ ਅਹੰ ਮੇਵ, ਨਾ ਭੇਵ ਲਖਿਓ ਭ੍ਰਮ ਸਿਉ ਪਰਮਾਏ। ਵੇਦ ਪੁਰਾਨ ਕਤੇਬ ਕੁਰਾਨ, ਹਸੇਬ ਥਕੇ ਕਰ ਹਾਥ ਨਾ ਆਏ। ਪੂਰਨ ਪ੍ਰੇਮ ਪ੍ਰਭਾਉ ਬਿਨਾ, ਪਤ ਸਿਉ ਕੇਨ ਸ੍ਰੀ ਪਦਮਾ ਪਤ ਪਾਏ। ਆਦ ਅਨੰਤ ਅਗਾਧ ਅਦਵੈਖ, ਸੋ ਭੂਤ ਭਵਿਖ ਭਵਾਨ ਅਭੈ ਹੈ। ਅੰਤ ਬੇਹੀਨ ਅਨਾਤਮ ਆਪ, ਅਦਾਗ ਅਦੋਖ ਅਛਿਦਰ ਅਸ਼ੈ ਹੈ। ਵਿਸਰਾਮ ਸਹੀ ਲੱਗ ਰਹੇ ਨੇ, ਜਿੱਥੇ ਕੋਈ ਲੋੜ ਆਇਆ ਦੱਸਿਆ ਵੀ ਜਾਵੇਗਾ, ਪਰ ਸ਼ੁੱਧ ਲੱਗ ਰਹੇ ਨੇ, ਧਿਆਨ ਰੱਖਿਆ ਜਾਵੇ ਇਹਨਾਂ ਵਿਸਰਾਮਾਂ ਦਾ ਜੀ। ਹਾਂ, ਲੋਗਨ ਕੇ ਕਰਤਾ ਹਰਤਾ, ਜਲ ਮੈਂ ਥਲ ਮੈਂ ਭਰਤਾ ਪ੍ਰਭ ਵੈ ਹੈ। ਦੀਨ ਦਇਆਲ ਦਇਆ ਕਰ ਸ੍ਰੀ ਪਤ, ਸੁੰਦਰ ਸ੍ਰੀ ਪਦਮਾ ਪਤ ਏ ਹੈ। ਦੀਨ ਦਇਆਲ ਤੇ ਜਮਕ ਲਾ ਕੇ ਦਇਆ ਕਰ ਸ੍ਰੀ ਪਤ ਦੇ ਵਿਸਰਾਮ, ਸੁੰਦਰ ਸ੍ਰੀ ਪਦਮਾ ਪਤ ਇਹ ਹੈ। ਫਿਰ ਪੜ੍ਹ ਦਿਓ ਜੀ। ਦੀਨ ਦਇਆਲ ਦਇਆ ਕਰ ਸ੍ਰੀ ਪਤ, ਸੁੰਦਰ ਸ੍ਰੀ ਪਦਮਾ ਪਤ ਏ ਹੈ। ਕਾਮ ਨਾ ਕ੍ਰੋਧ ਨਾ ਲੋਭ ਨਾ ਮੋਹ, ਨਾ ਰੋਗ ਨਾ ਸੋਗ। ਨਾ 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 ਨਾ, ਨੰਨਿਆਂ ਦੇ ਵਿਸਰਾਮ ਲਾਈ ਜਾਣੇ। ਕਾਮ ਨਾ, ਕ੍ਰੋਧ ਨਾ, ਲੋਭ ਨਾ, ਮੋਹ ਨਾ, ਐਂ ਵਿਸਰਾਮ ਲਾਓ। ਜਿਵੇਂ ਕਾਮ ਨਾ, ਕ੍ਰੋਧ ਨਾ, ਲੋਭ ਨਾ, ਮੋਹ ਨਾ, ਰੋਗ ਨਾ, ਸੋਗ ਨਾ, ਭੋਗ ਨਾ, ਭੈ ਹੈ। ਮੋਹ ਨਾ ਤੇ ਵੱਡਾ ਵਿਸਰਾਮ, ਬਾਕੀ ਛੋਟੀਆਂ ਜਮਕਾਂ। ਹਾਂਜੀ। ਕਾਮ ਨਾ ਕ੍ਰੋਧ ਨਾ ਲੋਭ ਨਾ ਮੋਹ ਨਾ, ਰੋਗ ਨਾ ਸੋਗ ਨਾ ਭੋਗ ਨਾ ਭੈ ਹੈ। ਠੀਕ ਆ। ਦੇਹ ਬੇਹੀਨ ਸਨੇਹ ਸਭੋ ਤਨ, ਨੇਹ ਬਿਰਗਤ ਅਗੇਹ ਅਸ਼ੈ ਹੈ। ਬਿਰਗਤ ਪਾਠ ਜਿਸ ਪ੍ਰਕਾਰ ਹੋਇਆ ਧਿਆਨ ਦੇਣਾ ਜੀ, ਇਸੇ ਪ੍ਰਕਾਰ। ਹਾਂ, ਚਲੋ ਅੱਗੇ। दान को देत अजान, जान को देत, जान को देत अजान को देत, जमीन को देत जमान को दय है। काहे को डोलत है तुमरी सुध, काहे को डोलत है, इसे जमक ला के तुमरी सुध। तू डोलदा कहाँ, तेरी सुध ਤਾਂ सुंदर श्री पद्मा पतला है। जो परमेश्वर है तेरी सुध लेगा, तू डोल ना पाई। तू काहे डोले प्राणिया, तू रखेगा सृजनहार। जिन पदार्थ तू किया सोई दे आधार। काहे को डोलत है तुमरी सुध, सुंदर श्री पद्मा पत लय है। रोगन ते अर सोगन ते, जल जोगन ते बहु भांत बचावै। सत्तर अनेक चलावत काव, तऊ तन एक ना लागन पावै। राखत है अपनो कार दय कर, पाप संबूह ना भेटन पावै। और की बात कहाँ कह तो सौ, सो पेट ही के पट बीच बचावै। अब मैं अखीर ते इन्हां समझां बारे बेनती करांगा, पढ़ दो। जछ भुजंग सो दानव देव, अपेव तुम्हें सब ही कर ध्यावै। भूम आकाश पताल रसातल, जछ भुजंग सभै सिर न्यावै। पाए सकै नहीं पार प्रभाहू को, नेत ही नेत है वेद बतावै। खोज थके सब ही खुजिया सुर, हार परे हर हाथ न आवै। ਇਹਦਾ ਵਿਸਰਾਮ ਖੋਜ ਥਕੇ ਸਭ ਹੀ ਖੁਜਿਆ ਸੁਰ, ਇੱਥੇ ਵੀ ਵਿਸਰਾਮ ਲੱਗ ਜਾਂਦਾ ਹੈ। ਤੇ ਦੂਜੇ ਰੂਪ ਵਿੱਚ ਖੋਜ ਥਕੇ ਸਭ ਹੀ ਖੁਜਿਆ ਸੁਰਹਾਰ ਪਰੇ ਹਰ ਹਾਥ ਨਾ ਆਵੇ। ਦੂਜੇ ਰੂਪ ਵਿੱਚ ਇਹ ਵੀ ਲੱਗਦਾ ਵਿਸਰਾਮ ਲੱਗ ਸਕਦਾ। ਹਾਂਜੀ, ਚਲੋ। ਸੁਰ ਜਿਹੜਾ ਉਹ ਦੇਹਲੀ ਦੀਪਕ ਹੈ। ਹਾਂਜੀ। खोज थके सब ही खुजिया सुर, हार परे हर हाथ न आवै। नारद से चतुरानन से, रुम नारिख से सब हूँ मिल गायो। वेद कतेब ना भेद लख्यो, सब हार परे हर हाथ न आयो।
ਪਾਏ ਸਕੈ ਨਹੀਂ ਪਾਰ ਉਮਾਪਤ ਸਿੱਧ ਸਨਾਥ ਸਨੰਤਨ ਧਿਆਇਓ ਧਿਆਨ ਧਰੋ ਤਿਹ ਕੋ ਮਨ ਮੈਂ ਜਿਹ ਕੋ ਅਮਿਤੋਜ ਸਭੈ ਜਗ ਛਾਇਓ ਵੇਦ ਪੁਰਾਨ ਕਤੇਬ ਕੁਰਾਨ ਅਭੇਦ ਨਿਰਪਾਨ ਸਭੈ ਪਚ ਹਾਰੇ ਭੇਦ ਨਾ ਪਾਏ ਸਕਿਓ ਅਨਭੇਦ ਕੋ ਖੇਦਤ ਹੈ ਅਨਛੇਦ ਪੁਕਾਰੇ ਰਾਗ ਨਾ ਰੂਪ ਨਾ ਰੇਖ ਨਾ ਰੰਗ ਨਾ ਸਾਕ ਨਾ ਸੋਗ ਨਾ ਸੰਗ ਤਿਹਾਰੇ ਆਦ ਅਨਾ ਇੱਥੇ ਕਈ ਵਾਰੀ ਅਸੀਂ ਸੋਗ ਨਾ ਇਹਦੇ ਸੋਕ ਨਾ ਕਰ ਜਾਂਦੇ ਪਾਠ। ਫਿਰ ਧਿਆਨ ਰੱਖਣਾ ਉਚਾਰਨ ਕਰਨਾ ਗੱਗਾ ਪਾਠ ਅੱਖਰ ਲੱਗਾ ਗੱਗਾ ਹੀ ਉਚਾਰਨ ਕਰਨਾ ਹੈ। ਅਤੇ ਕਈ ਵਾਰੀ ਕਾਹਲੀ ਵਿੱਚ ਸਾਡੇ ਰਸਨਾ 'ਤੇ ਚੜ੍ਹਿਆ ਹੁੰਦਾ ਰਾਗ ਨਾ ਰੂਪ ਨਾ ਰੇਖ ਨਾ ਰੰਗ ਨਾ ਸਾਕ ਨਾ ਸੋਕ ਨਾ ਸਾਕ ਅਤੇ ਸੋਕ ਇਕੱਠਾ ਕਰਦੇ ਨੇ ਸਾਕ ਨਾ ਸੋਗ ਨਾ ਸੰਗ ਤਿਹਾਰੇ। ਇਹ ਧਿਆਨ ਦੇਣਾ ਕਾਹਲੀ 'ਚ ਵੀ ਨਹੀਂ ਸਾਕ ਅਤੇ ਸੋਗ ਇਕੱਠਾ ਪਾਠ ਕਰ ਜਾਂਦੇ ਨੇ ਸਾਕ ਨਾ ਸੋਗ ਨਾ ਸੰਗ ਤਿਹਾਰੇ। ਰਾਗ ਨਾ ਰੂਪ ਨਾ ਰੇਖ ਨਾ ਰੰਗ ਨਾ ਸਾਕ ਨਾ ਸੋਗ ਨਾ ਸੰਗ ਤਿਹਾਰੇ ਆਦ ਅਨਾਦ ਅਗਾਧ ਅਭੇਖ ਅਦਵੈਖ ਜਪਿਓ ਤਿਨਹੀ ਕੁਲ ਤਾਰੇ ਤੀਰਥ ਕੋਟ ਕੀਏ ਇਸਨਾਨ ਦੀਏ ਬਹੁ ਦਾਨ ਮਹਾਬ੍ਰਿਤ ਧਾਰੇ ਦੇਸ ਫਿਰਿਓ ਕਰ ਭੇਸ ਤਪੋ ਧਨ ਕੇਸ ਧਰੇ ਨਾ ਮਿਲੇ ਹਰ ਪਿਆਰੇ। ਹਾਂ ਪਹਿਲਾ ਪਾਠ ਇਹ ਕੇਸ ਧਰਈ ਆ ਅਤੇ ਦੂਸਰੇ ਰੂਪ 'ਚ ਕੇ ਧਨ ਕੇ ਸਧਰੇ ਪਾਠ ਵੀ ਕਰਦੇ ਨੇ ਕਈ ਪਾਠੀ ਪਰ ਪਹਿਲੇ ਰੂਪ 'ਚ ਪਾਠ ਕੇਸ ਧਰੇ ਨਾ ਮਿਲੇ ਹਰ ਪਿਆਰੇ। ਇਹਦਾ ਐਂ ਨਾ ਹੋ ਜਾਵੇ ਸਾਡੇ ਕੇਸਾਂ ਤੋਂ ਭਾਵ ਨਹੀਂ ਹੈ ਇਹਨਾਂ ਕੇਸਾਂ ਤੋਂ ਵੀ ਲਾਇਆ ਜਾ ਸਕਦਾ। ਉਹ ਇਹ ਹੈ ਵੀ ਕਈ ਕਹੇ ਨਾ ਵੀ ਜਦੋਂ ਕੋਈ ਵਿਚਾਰ ਚੱਲਦੀ ਭਾਈ ਤੂੰ ਅੰਮ੍ਰਿਤਧਾਰੀ ਹੋ ਜਾ ਨਾ ਜੀ ਮੇਰੇ ਤਾਂ ਵੇਰੋ ਕੇਸ ਵੀ ਰੱਖੇ ਆ ਦਾੜੀ ਵੀ ਰੱਖੀ ਆ ਅਤੇ ਮੈਂ ਤਾਂ ਖਾਂਦਾ ਪੀਂਦਾ ਨਹੀਂ ਅੰਮ੍ਰਿਤ ਦੀ ਮੈਨੂੰ ਕੋਈ ਲੋੜ ਨਹੀਂ ਮੈਂ ਤਾਂ ਤੁਹਾਡੇ ਵਰਗਾ ਹੀ ਹਾਂ। ਇਹ ਆਮ ਤੋਂ ਸੁਣਿਆ ਜਾਂਦਾ ਪਰ ਨਹੀਂ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਫਰਮਾਨ ਹੈ ਰਹਿਤਨਾਮਾ ਦੇ ਵਿੱਚ ਕੇਸ ਧਰੇ ਪਹੁਲ ਬਿਨ ਭੇਖੀ ਮੂਰਖ ਸਿੱਖ। ਇਹ ਮਹਾਰਾਜ ਤਾਂ ਮੂਰਖ ਵੀ ਕਹਿ ਰਹੇ ਨੇ ਭੇਖੀ ਕਹਿ ਰਹੇ ਨੇ ਅੰਮ੍ਰਿਤਧਾਰੀ ਤੋਂ ਬਿਨਾਂ। ਕੇਸ ਧਰੇ ਪਾਹੁਲ ਬਿਨ ਭੇਖੀ ਮੂਰਖ ਸਿੱਖ। ਇਸ ਕਰਕੇ ਅਤੇ ਹੋਰ ਵੀ ਬੜੇ ਵਿਚਾਰ ਆ ਰਹੇ ਨੇ ਅਤੇ ਬਾਕੀ ਇਹਦਾ ਜੋ ਹੋਰ ਦੀਰਘ ਅਰਥ ਲਾਈਏ ਅਸੀਂ ਉਹਦਾ ਅਰਥ ਇਹ ਵੀ ਹੁੰਦਾ ਕੇਸ ਧਰੇ ਨਾ ਮਿਲੇ ਹਰ ਪਿਆਰੇ। ਉਹ ਵੀ ਲੰਮੀਆਂ ਲੰਮੀਆਂ ਜਟਾਂ ਵਧਾ ਲਈਆਂ ਬੋੜ ਦਾ ਦੁੱਧ ਲਾ ਕੇ ਅਤੇ ਉਹਨੂੰ ਅਸੀਂ ਅਧਿਆਤਮ ਤੌਰ 'ਤੇ ਪਰਮੇਸ਼ਰ ਦੇ ਨਾਮ ਨੂੰ ਨਹੀਂ ਜਪਿਆ ਅਤੇ ਪਖੰਡ ਤੌਰ 'ਤੇ ਅਸੀਂ ਲਿਬਾਸ ਬਣਾ ਲਿਆ ਹੈ। ਭਾਵ ਤੇ ਉਹ ਭੇਸ ਜਿਹੜਾ ਬਣਾਇਆ ਭੇਖ ਦੇ ਮਹਾਰਾਜ ਨੂੰ ਉਸ ਪਖੰਡ ਦਾ ਖੰਡਨ ਕਰ ਰਹੇ ਨੇ। ਦੇਸ ਫਿਰਿਓ ਕਰ ਭੇਸ ਤਬੋ ਧਨ ਕੇਸ ਧਰੇ ਨਾ ਮਿਲੇ ਹਰ ਪਿਆਰੇ। ਦੇਸਾਂ ਦਾ ਬੜਾ ਰਟਨ ਕੀਤਾ ਹੈ ਅਤੇ ਤਪੱਸੀਆਂ ਵਾਲਾ ਭੇਸ ਵੀ ਬਣਾ ਲਿਆ ਹੈ ਅਤੇ ਉਹ ਤਪੱਸੀਆਂ 'ਤੇ ਉਹ ਫਿਰ ਹੁੰਦੀ ਹੈ ਨਾ ਵੀ ਉਹ ਜਟਾਂ ਧਾਰੀਆਂ ਦੀ ਗੱਲ ਆ ਗਈ ਨਾ ਇੱਥੇ। ਦੇਸ ਫਿਰਿਓ ਰਟਨ ਕੀਤਾ ਬਹੁਤ ਸਾਰੇ ਦੇਸਾਂ ਦਾ ਅਤੇ ਤਪੱਸੀਆਂ ਵਾਲਾ ਭੇਸ ਬਣਾ ਲਿਆ ਹੈ ਜਟਾਂ ਵੱਡੀਆਂ ਵੱਡੀਆਂ ਧਾਰ ਲਈਆਂ ਅਤੇ ਫਿਰ ਵੀ ਪਿਆਰਾ ਜਿਹੜਾ ਪ੍ਰੀਤਮ ਨਹੀਂ ਮਿਲਿਆ। ਅਤੇ ਇਹ ਉਹਨਾਂ ਵਾਸਤੇ ਅਰਥ ਅਤੇ ਸਾਡੇ ਲਈ ਅਰਥ ਜਿਹੜਾ ਕੇਸ ਧਰੇ ਨਾ ਮਿਲੇ ਹਰ ਪਿਆਰੇ ਜੋ ਭੇਖੀ ਮੂਰਖ ਸਿੱਖ। ਕੇਸ ਧਰੇ ਪਾਹੁਲ ਬਿਨ ਭੇਖੀ ਮੂਰਖ ਸਿੱਖ। ਵੀ ਕਈ ਆਏ ਨਾ ਕਹਿੰਦੇ ਨੇ ਮਹਾਰਾਜ ਨੇ ਕੇਸਾਂ ਵਾਲਿਆਂ ਨੂੰ ਕਹਿ ਕੇ ਤਾਂ ਕੇਸਾਂ ਵਾਲਿਆਂ ਨੂੰ ਤਾਂ ਕਿਹਾ ਭਾਈ ਪਾਹੁਲ ਤੋਂ ਬਿਨਾਂ ਕੇਸਾਂ ਦੀ ਕੋਈ ਵਸਾਈ ਨਹੀਂ ਹੈ। ਅਤੇ ਕੇਸ ਤਾਂ ਵੈਸੇ ਸਾਰੇ ਹੀ ਪਹਿਲਾਂ ਰੱਖਦੇ ਸਨ। ਕੇਸ ਬਹੁਤ ਸਾਰੇ ਲੋਕ ਸਿਰੇ ਹਿੰਦੂ ਲੋਕ ਵੀ ਕੇਸਾਧਾਰੀ ਅਵਤਾਰ ਵੀ ਕੇਸਾਧਾਰੀ ਰਿਸ਼ੀ ਮੁਨੀ ਸਾਰੇ ਕੇਸਾਧਾਰੀ ਹੋਏ ਨੇ ਪਰ ਉਹ ਕੇਸ ਪਖੰਡ ਰੂਪ ਨਾਲ ਸਿਧਾਂਤਕ ਰੂਪ ਦੇ ਵਿੱਚ ਕੇਸਧਾਰ ਅਤੇ ਉਹਨਾਂ ਦੀ ਵਸਾਈ ਕਰਨੀ। ਸਿੱਖ ਮਤ ਵਿੱਚ ਜਿਹੜਾ ਕੇਸਾਧਾਰੀ ਭਾਵੇਂ ਹੈ ਪਰ ਉਹਦਾ ਅੰਮ੍ਰਿਤ ਛਕਣਾ ਜ਼ਰੂਰੀ ਹੈ ਜੀ। ਹਾਂਜੀ ਕੇਸ ਧਰੇ ਨਾ ਮਿਲੇ ਹਰ ਪਿਆਰੇ ਅੰਮ੍ਰਿਤ ਤੋਂ ਬਿਨਾਂ ਭੇਖੀ ਮੂਰਖ ਸਿੱਖ। ਕੇਸ ਧਰੇ ਪਾਹੁਲ ਬਿਨ ਭੇਖੀ ਮੂਰਖ ਸਿੱਖ। ਇੱਥੇ ਰਹਿਤਨਾਮਿਆਂ ਦੇ ਬਚਨ। ਹਾਂਜੀ ਦੇਸ ਫਿਰਿਓ ਕਰ ਭੇਸ ਤਪੋ ਧਨ ਕੇਸ ਧਰੇ ਨਾ ਮਿਲੇ ਹਰ ਪਿਆਰੇ ਆਸਨ ਕੋਟ ਕਰੇ ਅਸ਼ਟਾਂਗ ਧਰੇ ਬਹੁ ਨਿਆਸ ਕਰੇ ਮੁਖ ਕਾਰੇ। ਆਸਨ ਕੋਟ ਕਰੇ ਅਸ਼ਟਾਂਗ ਧਰੇ ਦੇ ਵਿਸਰਾਮ ਲਾ ਕੇ ਜੀ।
ਆਸਨ ਕੋਟ ਕਰੇ ਅਸਟਾਂਗ ਧਰੇ, ਬਹੁ ਨਿਆਸ ਕਰੇ ਮੁਖ ਕਾਰੇ, ਦੀਨ ਦਇਆਲ ਅਕਾਲ ਭਜੇ ਬਿਨ, ਅੰਤ ਕੋ ਅੰਤ ਕੇ ਧਾਮ ਸਿਧਾਰੇ। ਇਹ ਪਹਿਲਾ ਅੰਤ ਕੋ ਵੱਖਰਾ, ਅੰਤ ਕੇ ਜਿਹੜਾ ਉਹ ਫਿਰ ਇਕੱਠਾ ਪਾਠ ਹੈ। ਇਹ ਫਿਰ ਦੋਵੇਂ ਪੰਕਤੀਆਂ ਪੜ੍ਹ ਦਿੱਤੀਆਂ ਜਾਣ। ਆਸਨ ਕੋਟ ਕਰੇ ਅਸਟਾਂਗ ਧਰੇ, ਬਹੁ ਨਿਆਸ ਕਰੇ ਮੁਖ ਕਾਰੇ, ਦੀਨ ਦਇਆਲ ਅਕਾਲ ਭਜੇ ਬਿਨ, ਅੰਤ ਕੋ ਅੰਤ ਕੇ ਧਾਮ ਸਿਧਾਰੇ। ਅੰਤ ਕੋ ਅੰਤ ਕੇ ਇਕੱਠਾ ਪਾਠ ਕਰਨਾ, ਧਾਮ ਸਿਧਾਰੇ। ਤੋ ਸਾਧ ਸੰਗਤ ਜੀ ਤੁਸੀਂ ਬਦਲਣਾ ਪਾਠੀ ਕਿ ਚਲੋ ਪਤਰਾ ਹੋ ਰਹਿ ਗਿਆ ਕੋਈ ਨਹੀਂ। ਚਲੋ ਇਹਦੇ ਬਾਰੇ ਕੁਝ ਵਿਚਾਰ। ਇਹ ਬੇਨਤੀ ਆ ਵੀ ਇਹ ਪਹਿਲਾਂ ਬੇਨਤੀ ਕੀਤੀ ਗਈ ਆ ਵੀ ਇਹ ਜਿਹੜੇ ਸਵਈਏ ਨੇ ਇਹਨਾਂ ਨੂੰ ਤਵ ਪ੍ਰਸਾਦ ਸਵਈਏ ਕਹਿੰਦੇ ਨੇ, ਤੇ ਜਿਹੜੇ ਅਸੀਂ ਪਹਿਲਾਂ ਉਹਨਾਂ ਨੂੰ ਤਵ ਪ੍ਰਸਾਦ ਸਵਈਏ ਜੋ ਅੰਮ੍ਰਿਤ ਦੇ ਵਿੱਚ ਹਨ, ਉਹਨਾਂ ਨੂੰ ਸੁਧਾ ਸਵਈਏ ਕਰਕੇ ਆਮ ਉਹਨਾਂ ਦਾ ਨਾਮ ਹੈ ਸੁਧਾ ਸਵਈਏ। ਅੰਮ੍ਰਿਤ ਵਿੱਚ ਜੋ ਬਾਣੀ ਪੜ੍ਹੀ ਜਾਂਦੀ ਸੁਧਾ, ਅੰਮ੍ਰਿਤ ਸਵਈਏ ਜਾਂ ਸੁਧਾ ਸਵਈਏ ਨਾਮ ਉਹਨਾਂ ਦਾ। ਅਤੇ ਇਹਨਾਂ ਸਵਈਆਂ ਦਾ ਨਾਮ ਆਮ ਪੁਰਾਣੇ ਸਿੱਖ ਤਵ ਪ੍ਰਸਾਦਿਕ ਸਵਈਏ ਕਹਿੰਦੇ ਸਨ। ਜਿਹੜੇ ਪਹਿਲਾਂ ਸਵਈਏ ਆਉਂਦੇ ਆ ਸਾਡੇ ਅੰਮ੍ਰਿਤ ਸੰਸਾਰ ਦੇ ਵਿੱਚ, ਸਾਡੇ ਨਿਤਨੇਮ ਦੇ ਵਿੱਚ ਬਾਣੀ ਪੰਜਾਂ ਬਾਣੀਆਂ 'ਚ, ਉਹਨਾਂ ਦਾ ਨਾਮ ਸੁਧਾ ਸਵਈਏ ਹੈ। ਇਹ ਤਵ ਪ੍ਰਸਾਦ ਸਵਈਏ ਹੈ। ਅਤੇ ਉਹਨਾਂ ਦੇ ਵੀ ਮੰਗਲਾਚਰਨ ਜਿਹੜਾ ਹੈ ਉਹ ਮੰਗਲਾਚਰਨ ਇਹ ਆਉਂਦਾ ਹੈ, ਇੱਕ ਓਂਕਾਰ ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਵੇਂ ਤਵ ਪ੍ਰਸਾਦ ਸਵਈਏ। ਇਹ ਮੰਗਲਾਚਰਨ ਆ ਕੇ ਫਿਰ ਸਵਈਏ ਸ਼ੁਰੂ ਹੋ ਜਾਂਦੇ ਨੇ। ਅਤੇ ਗੁਰੂ ਮਹਾਰਾਜ ਜਦੋਂ ਆਪਾਂ ਸੰਥਿਆ ਕਰਦੇ ਹੁਣ ਸੈਂਚੀਆਂ ਤੋਂ ਸੰਥਿਆ ਕਰ ਰਹੇ ਹਾਂ, ਉੱਥੇ ਮੰਗਲਾਚਰਨ ਨਹੀਂ ਆਉਂਦਾ। ਜਿਵੇਂ ਜਿਸ ਪ੍ਰਕਾਰ ਅਸੀਂ ਉੱਥੇ ਇੱਕ ਓਂਕਾਰ ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਵੀਂ ਸਵਈਏ ਪੜ੍ਹਦੇ, ਇੱਥੇ ਵੀ ਮੰਗਲਾਚਰਨ ਇਹ ਗੁਟਕੇ ਸੇਵਾ ਵਿੱਚ ਆਮ ਲੱਗਾ ਹੁੰਦਾ। ਨਹੀਂ ਲੱਗਾ ਤੇ ਸਮਝ ਲਿਆ ਜਾਵੇ ਇੱਕ ਓਂਕਾਰ ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਵੀਂ ਤਵ ਪ੍ਰਸਾਦ ਸਵਈਏ, ਦੀਨ ਕੀ ਪ੍ਰਤਪਾਲ ਕਰੈ ਨਿਤ ਸੰਤ ਉਬਾਰ ਗਨੀ ਮਨਗਾਰੈ। ਇਸ ਪ੍ਰਕਾਰ ਦਾ ਪਾਠ ਸ਼ੁਰੂ ਕੀਤਾ ਜਾਵੇ। ਜਾਂ ਗੁਟਕੇ ਸਾਹਿਬ ਵਿੱਚ ਜੋ ਛਪਾਈ ਹੋਣੀ ਛਪਣੇ, ਉਹ ਵੀ ਉੱਥੇ ਮੰਗਲਾਚਰਨ ਕਰਕੇ ਹੀ ਛਾਪੇ ਜਾਂਦੇ ਨੇ। ਅਤੇ ਇਸ ਪ੍ਰਕਾਰ ਸਮਝ ਲਿਆ ਜਾਵੇ। ਅਗਲੇ ਜੋ ਛੇਵਾਂ ਸਵਈਆ ਹੈ, ਜੇ ਰੋਗਣ ਤੇ ਜਾਂ ਰਸੋਗਣ ਤੇ ਜਲ ਜੋਗਣ ਤੇ ਭੰਨ ਬਚਾਵ ਹੈ, ਇਹਦੇ ਬਾਰੇ ਬੇਨਤੀ ਕਰਨੀ ਆ। ਜੋ ਕੋਈ ਸੰਕਟ ਆਇਆ ਹੋਵੇ ਅਤੇ ਇਹ ਸਵਈਆ ਵੀ ਕਈ ਗੁਰਮੁਖ ਮਹਾਤਮਾ ਜਨ ਦੱਸਦੇ ਹਨ। ਅਤੇ ਉਹ ਪੜ੍ਹਨ ਲੱਗਿਆਂ ਜੇ ਇਕੱਲਾ ਸਵਈਆ ਪੜ੍ਹਨਾ ਨਾ ਰੋਗਾਂ ਸੋਗਾਂ ਤੋਂ ਬਚਣ ਲਈ, ਅਤੇ ਉਹਦੇ ਵੀ ਅੱਗੇ ਪਹਿਲਾਂ ਮੰਗਲਾਚਰਨ ਲਾਇਆ ਜਾਂਦਾ ਹੈ। ਇੱਕ ਓਂਕਾਰ ਸਤਿਗੁਰੂ ਪ੍ਰਸਾਦ ਸ੍ਰੀ ਮੁਖਵਾਕ ਪਾਤਸ਼ਾਹੀ ਦਸਵੀਂ ਸਵਈਆ, ਰੋਗਣ ਤੇ ਜਾਂ ਰਸੋਗਣ ਤੇ ਜਲ ਜੋਗਣ ਤੇ ਭਾਂਤ ਬਚਾਵੈ, ਸਤਰ ਅਨੇਕ ਚਲਾਵਤ ਘਾਵ, ਤਉ ਤਾਂ ਅਨੇਕ ਨਾ ਲਾਗਣ ਪਾਵੈ, ਰਾਖਤ ਹੈ ਆਪਣੋ ਕਰਦਾ ਕਰ, ਪਾਪ ਸੰਭੂਹ ਨਾ ਭੇਟਨ ਪਾਵੈ, ਔਰ ਕੀ ਬਾਤ ਕਹਾਂ ਕਹੇ ਤੋ ਸੋ ਪੇਟ ਹੀ ਕੇ ਪਟ ਬੀਜ ਬਚਾਵੈ। ਇਸ ਪ੍ਰਕਾਰ ਇਸ ਸਵਈਏ ਦਾ ਇਕੱਲੇ ਦਾ ਹੀ ਜਾਪ ਕਈ ਮਹਾਤਮਾ ਕਰਾਉਂਦੇ ਨੇ ਅਤੇ ਸੁੱਖ ਸ਼ਾਂਤੀ ਉੱਥੇ ਵਰਤ ਜਾਂਦੀ ਹੈ। ਇਹ ਕੁਛ ਕੁ ਬੇਨਤੀਆਂ ਸਨ। ਅੱਗੇ ਇਹਨਾਂ ਤੋਂ ਇਹ 10 ਸਵਈਏ ਸਨ। ਅੱਗੇ ਸਾਧ ਸੰਗਤ ਜੀ ਗੁਰੂ ਦੀ ਕਿਰਪਾ ਸਦਕਾ ਫਿਰ ਇਹ 10 ਕਵਿਤ ਆਉਣੇ ਨੇ। 10 ਨਹੀਂ ਮੇਰੇ ਖਿਆਲ, ਚਲੋ ਵੇਖ ਲਾਂਗੇ। ਇਹ ਕਵਿਤਾ ਆ ਰਹੇ ਨੇ। ਕਵਿਤਾਂ ਤੋਂ ਫਿਰ ਅੱਗੇ ਆਪਾਂ ਸਮਾਪਤੀ ਵੱਲ ਨੂੰ ਜਾਏ। ਮੇਰੇ ਖਿਆਲ 12 ਕਵਿਤ ਆਉਣੇ ਨੇ। ਹਾਂ ਨਹੀਂ 14 ਕਵਿਤਾ ਆ ਰਹੀ ਇਹਨਾਂ 'ਚ ਇੱਥੇ। ਇਹ ਆਪਾਂ ਆਓ ਦਰਸ਼ਨ ਕਰਦੇ ਨਾਲ ਨਾਲ ਫਿਰ ਸੰਪੂਰਨਤਾ ਵੀ ਹੋ ਰਹੀ ਦੀ। ਇੱਥੇ ਆਪਾਂ ਸਮਾਪਤੀ ਵੀ ਕਰ ਦਿਆਂਗੇ, ਫਿਰ ਅਗਲੇ ਸਮੇਂ 'ਚ ਪੜ੍ਹ ਦਿਆਂਗੇ ਜਾਂ ਵੇਖ ਲੈਣੇ ਗੁਰੂ ਗੁਰਮਤਿ ਕਰ ਲੈਣੇ ਅੱਗੇ ਜੀ। ਹਾਂ ਕਵਿਤ ਸ਼ੁਰੂ ਹੋਵੇਗਾ, ਅੱਗੇ ਪਾਠ ਸ਼ਰਵਣ ਕਰੀਏ ਜੀ। ਤਵ ਪ੍ਰਸਾਦ ਕਵਿਤ अतर के चलैया छित छत्र के दरैया छत्र धारियों के छलैया महासत्रन के साल हैं दान के दवैया महामान के बढ़ैया अवसान के दवैया हैं कटैया जम जाल हैं युद्ध के जतैया और विरुद्ध के मिटैया महाबुद्ध के दवैया महामान हूँ के मान हैं ज्ञान हूँ के ज्ञाता महाबुद्धता के दाता देव काल हूँ के काल महाकाल हूँ के काल हैं विश्राम ज्ञान हूँ के ज्ञाता महाबुद्धता के दाता देव।
ਇਹ ਦੇਵ ਦੋਹੀਂ ਪਾਸੇ ਲੱਗ ਜਾਂਦਾ, ਪਰ ਆਪਾਂ ਦਾਤਾ ਤੇ ਵਿਸਰਾਮ ਰੱਖਾਂਗੇ। ਠੀਕ ਦੇਵ ਕਾਲ ਹੋਂ ਕੇ ਕਾਲ, ਮਹਾਕਾਲ ਹੋਂ ਕੇ ਕਾਲ ਹੈ। ਹਾਂਜੀ ਤੋ ਇਹਦੇ 'ਚ ਕੁਛ ਉਚਾਰਨ ਆ ਰਹੇ ਨੇ, ਉਹ ਪਿਛਲੇ ਵੀ ਦੱਸੇ ਸੀ, ਉਹਨਾਂ ਮੁਤਾਬਕ ਹੀ ਸਮਝ ਲੈਣਾ। ਅਤਰ ਕੇ ਚਲਈਆ, ਚਲਈਆ ਤੇ ਜਮਕ ਲਾ ਕੇ, ਛੇਤ ਛਤਰ ਕੇ ਧਰਈਆ ਤੇ ਵਿਸਰਾਮ, ਛਤਰ ਧਾਰਿयों के छलैया इथे जमक, ਮਾਂ ਸਤਰਨ ਕੇ ਸਾਲ ਹੈ। ਇਸ ਪ੍ਰਕਾਰ ਸਾਰੇ ਸਮਝ ਲੈਣੇ, ਵਿਸਰਾਮ ਲਾ ਹੀ ਦਿੱਤੇ ਸਨ। ਤੋ ਇਹ ਜਿਹੜੇ ਉਚਾਰਨ ਨੇ, ਚਲਈਆ ਚੱਚਾ ਲੱਲੇ ਤੇ ਆਦਿਕ ਈੜੀ ਬਿਹਾਰੀ ਆੜੇ ਕੰਨਾ ਚਲਈਆ, ਇਸ ਪ੍ਰਕਾਰ। ਅੱਗੇ ਧਰਈਆ ਵੀ ਸਮਝ ਲੈਣਾ, ਧੱਦਾ ਰਾਰੇ ਤੇ ਅਧਿਕ ਲਾ ਕੇ, ਅਧਿਕ ਪਿੱਛੇ ਲਾਉਣਾ ਸੀ, ਟਿੱਪੀ ਕਿਹਾ ਗਿਆ ਮੇਰੇ ਕੋਲੋਂ। ਧੱਦਾ ਰਾਰੇ ਤੇ ਅਧਿਕ ਈੜੀ ਬਿਹਾਰੀ ਆੜੇ ਕੰਨਾ ਧਰਈਆ। ਅਗਲਾ ਹੈ ਛਤਰ ਧਾਰਿयों के छलैया, ਛੱਛਾ ਲੱਲੇ ਤੇ ਅਧਿਕ ਈੜੀ ਬਿਹਾਰੀ ਆੜੇ ਕੰਨਾ ਛਲਈਆ। ਤੇ ਅਗਲੀ ਪੰਕਤੀ 'ਚ ਦੇਵਈਆ ਦਦੇ ਸਿਹਾਰੀ ਵਾਵੇ ਅਧਿਕ ਈੜੀ ਬਿਹਾਰੀ ਆੜੇ ਕੰਨਾ ਦੇਵਈਆ, ਵਡਈਆ ਦੇਵਈਆ, ਇਸੇ ਪ੍ਰਕਾਰ ਸਾਰੇ ਸਮਝ ਲੈਣੇ। ਹਾਂਜੀ, ਕਿਉਂਕਿ ਬਹੁਤਾ ਦੱਸਣ ਦੀ ਤਾਂ ਨਹੀਂ ਲੋੜ ਪੈਂਦੀ ਕਿ ਇਹ ਜਿਹੜੀ ਸੰਥਿਆ ਕਰਨੀ ਆ, ਤਕਰੀਬਨ ਗੁਰੂ ਗ੍ਰੰਥ ਸਾਹਿਬ ਦੀ ਸੰਥਿਆ ਕੀਤੀ ਹੋਈ ਹੁੰਦੀ ਆ, ਉਹੀ ਆਪਾਂ ਸੰਥਿਆ ਵਿੱਚ ਬਹਿੰਦੇ ਹਾਂ, ਅਤੇ ਦੂਸਰੇ ਅਣਜਾਣ ਨੂੰ ਤਾਂ ਬਿਠਾਇਆ ਨਹੀਂ ਜਾਂਦਾ। ਸੋ ਇਸ ਕਰਕੇ ਜਿਹੜੇ ਸਿਆਣੇ ਵਿਦਿਆਰਥੀ ਨੇ, ਸਿਖਿਆਰਥੀ, ਆਪਾਂ ਸਾਰੇ ਸਿਖਿਆਰਥੀ ਰੂਪ ਵਿੱਚ ਮਹਾਰਾਜ ਦੀ ਹਜ਼ੂਰੀ 'ਚ ਬਾਣੀ ਪੜ੍ਹਦੇ, ਅਤੇ ਉਹਨਾਂ ਨੂੰ ਤਕਰੀਬਨ ਗੁਰੂ ਗ੍ਰੰਥ ਸਾਹਿਬ ਦੇ ਪਾਠ ਜਿਨ੍ਹਾਂ ਨੇ ਕੀਤੇ, ਉਹਨਾਂ ਨੂੰ ਫਿਰ ਕਾਫੀ ਸੋਝੀ ਹੁੰਦੀ ਹੈ, ਸਮਝਾਉਣ ਦੀ ਥੋੜ੍ਹੀ ਕੋਈ ਬਹੁਤੀ ਲੋੜ ਨਹੀਂ ਪੈਂਦੀ, ਥੋੜ੍ਹੇ 'ਚ ਹੀ ਉਹ ਬਹੁਤਾ ਸਮਝ ਜਾਂਦੇ ਨੇ। ਇਸੇ ਪ੍ਰਕਾਰ ਸਾਰੇ ਅਗਲੇ ਜਿਹੜੇ ਨੇ ਉਹ ਉਚਾਰਨ ਸਮਝੀ ਜਾਣੇ, ਜਿਵੇਂ ਜਤਈਆ, ਮਿਟਈਆ, ਦਿਵਈਆ। ਅਗਰ ਜੇ ਨਾ ਪਤਾ ਵੀ ਪੁੱਛ ਲਿਓ, ਫਿਰ ਉਸੇ ਪ੍ਰਕਾਰ ਹੀ ਬੇਨਤੀ ਕੀਤੀ ਜਾਵੇਗੀ। ਚਲੋ ਜੀ ਅੱਗੇ। ज्ञान हूँ के ज्ञाता, महाबुद्धता के दाता, देव काल हूँ के काल, महाकाल हूँ के काल हैं। पूर्वी न पार पावै, हिंगुला हिमालय त्यावै, गोर गरदेजी गुण गावै तेरे नाम हैं। ਵਿਸਰਾਮਾਂ ਥੋੜਾ ਜਿਹਾ ਅਟਕੇ ਲਾ ਕੇ ਫਿਰ ਪੜ੍ਹਦੇ, ਪੂਰਬੀ ਨਾ ਪਾਰ ਪਾਵੈ, पूर्वी न पार पावै, हिंगुला हिमालय त्यावै, गोर गरदेजी गुण गावै तेरे नाम हैं। जोगी जोग साधै, पौन साधना कतेक बाधै, आरबी के आरबी अराधै। ਆਰਬ ਕੇ ਆਰਬੀ। ਹਾਂਜੀ। जोगी जोग साधै, पौन साधना कतेक बाधै, आरब के आरबी अराधै तेरे नाम हैं। फरा के फिरंगी मानै, कंधारी कुरेसी जानै, पश्चिम के पश्चिमी पछानै निज काम है। मरहट्टा बघेले तेरी मानसो तपस्या करै। ਮਰਹੱਟਾ ਜਿਸ ਪ੍ਰਕਾਰ ਪਾਠ ਹੋਇਆ, ਇਸ ਪ੍ਰਕਾਰ ਧਿਆਨ ਰੱਖਣਾ। ਮਰਹੱਟਾ, ਮਰਹਟਾ ਐ ਨਹੀਂ ਕਰਨਾ, ਮਰਹੱਟਾ, ਮਰਹੱਟਾ। ਮਰਹੱਟੇ ਕੇ ਕੌਮ ਹੈ, ਮਰਹੱਟੇ ਕਹਿੰਦੇ ਜਿਹਨੇ ਆਪਾਂ, ਉਹ ਮਰਹੱਟੇ ਕਹਿੰਦੇ ਆ। ਉਹਦਾ ਅਰਥ ਵੀ ਆ ਮਰਹਟਾ, ਉਹ ਮਰ ਕੇ ਪਿੱਛੇ ਹਟਦਾ ਨਹੀਂ, ਪਿੱਛੇ ਨਹੀਂ ਹਟਦਾ, ਕਿ ਜੰਗਜੂ ਬੜੀ ਵੱਡੀ ਕੌਮ ਹੈ ਮਰਹੱਟਿਆਂ ਦੀ। मरहट्टा मंगेले तेरी मानसो तपस्या करै, दृढ़ वह तेलंगी पहचानै धर्म धाम है। बंग के बंगाली, फिर हंग के फिरंगा वाली, दिल्ली के दिलवाली तेरी आज्ञा में चलत हैं। रोह के रोहेले माग देश के मंगेले, वीर बंग सी बुंदेले, पाप पुंज को मलत हैं। रोह के रोहेले माग देश के मंगेले, मंगेले टिप्पी ला के नहीं पाठ करना, टिप्पी तो लगी नहीं, मंगेले, मंगेले नहीं मगेले। मगेले ठीक। रोह के रोहेले माग देश के मगेले, वीर बंग सी बुंदेले, पाप पुंज को मलत हैं। गोखा गुण गावै, चीन मचीन के शीस न्यावै, तिब्बती त्याय दोख देह के दलत हैं। जनै तो हित्यायो तनै पूर्ण प्रताप पायो, सर्ब धन धाम फल फूल सो फलत है। देव देवतान कौ सुरेश दानवान कौ, महेश गंग तान कौ अपेश कहियत हैं। रंग में रंगीन राग रूप में प्रवीण, और काहू बैना दीन, साध अधीन कहियत हैं। वाह वाह वाह। परमेश्वर साधुआं संतां ਦੇ ਅਧੀਨ ਹੈ, ਹੋਰ ਨਹੀਂ ਕਿਸੇ ਦੇ। ਬਸੰਤ ਸੰਤ ਰਿਧੀ ਅੰਗ, ਬੁਝੰਤ ਨਾਨਕ ਵਡਭਾਗੀਆ ਹੈ। ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦਾ ਪ੍ਰਮਾਣ ਸਾਹਿਬ ਸਿਕਰਤੀ ਸ਼ਲੋਕਾਂ 'ਚ, ਬਸੰਤ ਸੰਤ ਰਿਧੀ ਅੰਗ, ਬੁਝੰਤ ਨਾਨਕ ਵਡਭਾਗੀ ਹੈ। ਵੱਡੇ ਭਾਗਾਂ ਨੂੰ ਪਤਾ ਲੱਗਣਾ, ਵੱਡੇ ਭਾਗਾਂ ਵਾਲਿਆਂ ਨੂੰ ਸਮਝ ਆਉਣੀ ਆ, ਅਤੇ ਪਰਮੇਸ਼ਰ ਸੰਤਾਂ ਦੇ ਹਿਰਦੇ 'ਚ ਰਹਿੰਦਾ ਹੈ। ਬਸੰਤ ਸੰਤ ਰਿਧੀ ਅੰਗ। ਉਸੇ ਪ੍ਰਕਾਰ ਹੀ ਇਹ ਬਾਣੀ ਦਾ ਸਤਸੰਗ ਜੀ ਉਹੀ ਭਾਵ ਹੈ, ਉਹੀ ਅਰਥ ਭਾਵ ਹੈ, ਉਹੀ ਮਹਿਨੇ ਨੇ।
ਹਾਂਜੀ ਚਲੋ। रंग मैं रंगीन राग रूप मैं प्रवीण और काहू पै न दीन साध दीन कहियत है पाइय न पार तेज पुंज मैं अपार सर्व विद्या के उदार हैं अपार कहियत है हाथी की पुकार पल पाछै पहुँचत ताहे चीटी की चिंगार पहले ही सुनियत है केते इंद्र द्वार केते ब्रह्म मुख चार केते कृष्ण अवतार केते राम कहियत है ਇਹ ਨਾ ਦਵਾਰ ਚਾਰ ਅਵਤਾਰ ਰਾਰਾ ਦੇ ਇੱਥੇ ਵਿਸਰਾਮ ਲੱਗਣੇ ਸਾਰੇ। ਫਿਰ ਪੜੋ हाँ जी ਕਿਤੇ ਕਿਤੇ ਗਾਂ ਚੱਲਣਾ। ठीक है केते केते इंद्र द्वार केते ब्रह्म केते इंद्र द्वार केते ब्रह्म मुख चार केते कृष्णा अवतार केते राम कहियत है। ठीक है हाँ केते गां वाले ने पहला लगना हाँ पिछे। जी केते इंद्र द्वार केते ब्रह्म मुख चार केते कृष्णा अवतार केते राम कहियत हैं। हाँ मैं दस दिया बड़ा जब हाँ ये केते इंद्र द्वार इसे जमक ला के केते ब्रह्मा मुख चार इसे विश्राम केते कृष्णा अवतार केते कृष्णा अवतार इसे ठमक लगेगी केते राम कहियत है। इस प्रकार हाँ जी केते इंद्र द्वार केते ब्रह्म मुख चार केते कृष्णा अवतार केते राम कहियत हैं केते सास राशि केते सूरज प्रकाशी केते मुंडिया उदासी जोग द्वार दहियत हैं केते महादीन केते व्यास से प्रवीण केते 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 महादीन केते व्यास से प्रवीण केते कुमेर कुलीन केते जच कहियत हैं करते हैं विचार पै न पूर्ण को पावै पार ताहि विचार ते पहला जमक फिर पार ते विश्राम जी। ठीक है करते हैं विचार पै न पूर्ण को पावै पार ताहि ते अपार निराधार लहियत हैं पूर्ण अवतार निराधार है न पारावार पाइय न पार पै अपार कै बखानीय अद्वै अविनाशी परम पूर्ण प्रकाशी महारूप हूँ के राशि हैं अनासी कह मानीय जंत्र हूँ न जात जाकी बाप हूँ न माए ताकी पूर्ण प्रभा की सो छटा कै अनुमानीय तेज हूँ को तंत्र है के राजसी को जंत्र है के मोहनी को मंत्र है न जंत्र कह जानीय तेज हूँ को तार है के राजसी को सार है के शुद्धता को कार है के सिद्धता की सार है कामना की खान है के साधना की शान है विरक्तता की बान है के बुद्ध को उदार है। विरक्तता पाठ जिस प्रकार होया विरक्तता रक्त वो पहला जिहड़ा तत्ता पहला बब्बा झारी वाला अगेतर लाउणा ते तत्ता पिछेतर लाउणा रक्त रक्त तीन अखर रक्त ने पहला विरक्त ते ता वो पिछेतर लाउणा ये ध्यान रखना विरक्तता विरक्तता ये बड़ा भेद है भी इकट्ठे ही एक आ गए ने अखर रक्त नूं बे अगेतर लाउणा ते ता जिहड़ा है वो पिछेतर लाउणा ये इकट्ठा ऐसी फिलासफी महाराज ने रखी कीती है। आम जिहड़ा जांदा पिछेतर दा जां अगेतर लाउण वाले अखर हुंदे पर इत्थे ऐसा भी एक पिछे पहला अगेतर लगदा अखर बे ते ता जिहड़ा वो पिछेतर लगना विरक्तता। कामना की खान है के साधना की शान है विरक्तता की बान है के बुद्ध को उदार है सुंदर स्वरूप है के भूपन को भूप है के रूप हूँ को रूप है को मत को प्रहार है दीनन को दाता है गनीमन को गारक है साधन को रक्षक है गुणन को पहार है सिद्ध को स्वरूप है कि बुद्ध को विभूत है कि क्रोध को अपूत है कि अक्षय अविनाशी है अक्षय छल तो रहता है नाश तो रहता है। हाँ। काम को कुनिंदा है कि खूबी को देहंदा है गनीमन गरिंदा है कि तेज को प्रकाशी है काल हूँ के काल हैं के सत्रन के साल हैं के मित्रन को पोखत हैं के वृद्धता की बासी हैं जोग हूँ को जंत्र हैं के तेज हूँ को तंत्र हैं के मोहनी को मंत्र हैं के पूर्ण प्रकाशी हैं
रूप को निवास है कि बुद्ध को प्रकाश है कि सिद्धता को बास है कि बुद्ध हूँ को कार है देवन को देव है निरंजन अपेव है अदेवन को देव है कि शुद्धता को सार है जान को बचैया है मान को देवैया है जम जाल को कटैया है कि कामना को कार है। ਇਹ ਬਚਈਆ ਦਵਈਆ ਕਟਈਆ ਇਹ ਵੀ ਭਾਵੇਂ ਨੋਟ ਕਰ ਲਿਆ ਜਾਵੇ। ਬੱਬਾ ਚੱਚੇ ਦੇ ਅਧਿਕ ਲਾ ਕੇ ਈੜੀ ਬਿਹਾਰੀ ਆੜੇ ਕੰਨਾ ਬਚਈਆ। ਅੱਗੇ ਇਮਾਨ ਕੋ ਦੇਵਈਆ ਦੱਦੇ ਸਿਹਾਰੀ ਲਾ ਕੇ ਵਾਵੇ ਤੇ ਅਧਿਕ ਈੜੀ ਬਿਹਾਰੀ ਆੜੇ ਕੰਨਾ ਦੇਵਈਆ। ਅੱਗੇ ਹੈ ਕਟਈਆ ਕੱਕਾ ਟੈਂ ਕੇ ਤੇ ਅਧਿਕ ਲਾ ਕੇ ਈੜੀ ਬਿਹਾਰੀ ਆੜੇ ਕੰਨਾ ਕਟਈਆ। ਇਸ ਪ੍ਰਕਾਰ ਇਹ ਭਾਵੇਂ ਨੋਟ ਕਰ ਲਿਓ, ਇਸ ਪ੍ਰਕਾਰ ਹੀ ਸਮਝ ਲੈਣੇ ਜੀ। हाँ जी। जान को बचैया है जान को बचैया है ईमान को देवैया है जम जाल को कटैया है कि कामना को कार है तेज को प्रचंड है अखंडन को खंड है महीपन को मांड है कि स्त्री है ना नर है विश्व को भरन है कि आपदा को हरण है कि सुख को कारण है कि तेज को प्रकाश है। के अगले पासे जाना। विश्व को भरन है कि आपदा को हरण है कि सुख को कारण है कि तेज को प्रकाश है। ये फिर पढ़ दो। हाँ जी। ये विश्राम भी समझ लगिए। भरन है तो जमक ला के हरण है इथे विश्राम लगेगा। सुख को कारण है तो ठमकी के तेज को प्रकाश है। विश्व को भरन है कि आपदा को हरण है कि सुख को कारण है कि तेज को प्रकाश है पाइए न पार पारावार हूँ को पार जाको ते विश्राम ला जाओ ठीक है। पाइए न पार पारावार हूँ को पार जाको कीजत विचार सो विचार को निवास है हिंगला है माँ लगावै हबसी हलबी ध्यावै पूर्वी न पार पावै आशा ते अनाश है देवन को देव है देवन को देव महादेव हूँ के देव है निरंजन अपेव नाथ अदवै अविनाश है अंजन बहीन है निरंजन प्रवीण है के सेवक अधीन है कटैया जम जाल के देवन के देव महादेव हूँ के देवनाथ भूम के पुजैया है मोहैया महाबाल के। ये भी समझ ले कटैया ये अगे दसी तो उस प्रकार ही अगे आ रहा पुजैया ये भी उस प्रकार मुहैया। ਇਹਦਾ ਜਿਹੜਾ ਉਚਾਰਨ ਸਮਝ ਲਿਆ ਜਾਵੇ। ਮੰਮੇ ਔਂਕੜ ਹਾਹੇ ਦੇ ਅਧ ਗਲਾ ਕੇ ਈੜੀ ਬਿਹਾਰੀ ਆੜੇ ਕੰਨਾ ਮੁਹੱਈਆ ਇਸ ਪ੍ਰਕਾਰ ਦਾ ਉਚਾਰਨ ਹੋਵੇਗਾ। ਹਾਂਜੀ ਚਲੋ ਫਿਰ ਪੜ੍ਹ ਲਓ ਇਹ। हाँ जी। देवन के देव महादेव हूँ के देवनाथ भूम के पुजैया है मोहैया महाबाल के राजन के राजा महासाज हूँ के साजा महाजोग हूँ के जोग हैं तरैया द्रोमशाल के कामना के कार हैं के बुद्धता को हार हैं के सिद्धता के साथी हैं के काल हैं कुचाल के शीर कैसी इत्थे पाठ ਹੁੰਦਾ है कि भी कामना के कार हैं कि बुद्धता को हर है। ये कई बार पाठ देखने में कबुद्धता को हर भी होंगे। खोटी बुद्धि दूर करने वाला भी तू खोटी बुद्धि दूर करके ते सिद्धि भी बख्श दिंदा है। पर साढ़े को जो पाठ लगा है बुद्धता को हर है कामना को हर है कि बुद्धता को हर है कि सिद्धता की सदी है कि काल है कुचाल के। हाँ बुद्धता ही रखी ਆਪਾਂ ਬੁੱਧ ਦਾ ਹੀ ਪਾਠ ਸਿੱਖਾਂਗੇ ਪਰ ਉਹ ਦੱਸਿਆ ਵੀ ਦੂਜੇ ਪਾਠ ਸਿੱਖਿਆ ਵੀ ਕਬੁੱਧਤਾ ਵੀ ਹੁੰਦਾ। ਕਬੁੱਧਤਾ ਖੋਟੀ ਬੁੱਧੀ ਨੂੰ ਦੂਰ ਕਰ ਦਿੰਦਾ ਤੂੰ। ਜਿਵੇਂ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ 8ਵੇਂ ਸਰੂਪ ਵਿੱਚ ਤੇ ਉਥੇ ਛੱਜੂ ਝੀਵੜ ਦੀ ਜਿਹੜੀ ਕਬੁੱਧਤਾ ਖੋਟੀ ਬੁੱਧੀ ਦੂਰ ਕਰਕੇ ਉਹਨੂੰ ਸ੍ਰੇਸ਼ਟ ਮੱਤ ਬਖਸ਼ ਦਿੱਤੀ ਸੀ। ਉਹਨੇ ਗੀਤਾ ਹੀ ਉਚਾਰਨ ਕਰਤੀ ਉੱਥੇ। ਐਸੀ ਮਹਾਰਾਜ ਦੀ ਕਲਾ ਹੈ। ਉਹਦੇ ਦੂਸਰੇ ਰੂਪਾਂ 'ਚ ਪਾਠ ਉਹ ਵੀ ਮਿਲ ਜਾਂਦਾ ਕਈ ਵਾਰੀ ਪਰ ਉਹਦਾ ਕਰਥ ਗਿਆਨੀ ਜਨ ਇਹ ਕਰਦੇ। ਕਬੁੱਧਤਾ ਪਾਠ ਹੈਗਾ ਤੁਹਾਡੇ ਕੋਲ ਇੱਧਰ? ਹਾਂ ਜੀ ਸਟੀਕ ਵਿੱਚ ਲੱਗਾ ਜੀ ਨਰਾਇਣ ਸੰਘੜਾ ਨੇ ਕਬੁੱਧਤਾ ਲਾਇਆ ਪਾਠ ਪਰ ਅਸੀਂ ਬੁੱਧਤਾ ਹੀ ਰੱਖਾਂਗੇ ਪਾਠ। बुद्धता को हार है। कामना के कार हैं कि बुद्धता को हार है कि सिद्धता के साथी हैं कि काल हैं कुचाल के। ये पूछे भी बुद्धता को हार है किवें भाई, वो बड़ा परमेश्वर है, वो बुद्धता किवें हर लेंदा है।
ਜਿਸ ਪ੍ਰਕਾਰ ਰਾਵਣ ਦੀ ਬੁੱਧੀ ਹਰ ਲਈ, ਕੰਸ ਦੀ ਬੁੱਧੀ ਹਰ ਲਈ, ਔਰੰਗਜ਼ੇਬ ਦੀ ਬੁੱਧੀ ਹਰ ਲਈ। ਇਸ ਕਰਕੇ ਉਹਨਾਂ ਦੀ ਬੁੱਧੀ ਜਿਹੜੀ ਸ਼ੁੱਧ ਬੁੱਧੀ ਸੀ, ਉਹਨੂੰ ਜਿਹੜੀ ਅਸਲੀ ਬੁੱਧ ਸੀ ਉਹਦੀ ਬੁੱਧ ਹੀ ਹਰ ਲਈ, ਉਹਨੂੰ ਕੁਬੁੱਧ ਬਣਾਤਾ ਕਿ ਬੁੱਧ ਤਾ ਕੋ ਹਰ ਹੈ। ਉਹ ਐਸਾ ਪਰਮੇਸ਼ਰ ਵੀ ਹੈ, ਬੁੱਧੀ ਹਰ ਲੈਂਦਾ, ਪਰਮੇਸ਼ਰ ਦੇ ਉਲਟ ਕਰ ਦਿੰਦਾ ਹੈ। ਉਹ ਐਸਾ ਪਰਮੇਸ਼ਰ, ਇਹ ਹੱਥ ਵਿੱਚ ਪਰਮੇਸ਼ਰ ਦੇ ਸਭ ਕੁਛ ਹੈ। ਤਾਂ ਕਰਕੇ ਉਸ ਪਰਮੇਸ਼ਰ ਨੂੰ ਹਮੇਸ਼ਾ ਨਮਸਕਾਰਾਂ ਕਰੀਏ, ਨਮਸਕਾਰਾਂ ਕਰੀਏ। ਮਹਾਰਾਜ ਕਿਰਪਾਲਤਾ ਕਰੋ, ਸ਼ੁੱਧ ਬੁੱਧੀ ਬਖਸ਼ੋ, ਤੁਹਾਡੀ ਬਾਣੀ ਪੜ੍ਹਦੇ ਰਹੀਏ, ਆਪਦੇ ਚਰਨਾਂ ਦੀ ਸ਼ਰਧਾ ਬਣੀ ਰਹੇ। ਹਾਂਜੀ। कामना के कार हैं कि बुद्धता को हर हैं कि सदता के साथी हैं कि काल हैं कुचाल के। शीर कैसी शीरावद, शास कैसी छत्रानेर, छपाकर कैसी छब, काल इंद्री के कूल के। हंसनी सी सीहारूम, हीरा सी हुसैनाबाद, गंगा कैसी धार चली, सातो सिंध रूल के। पारा सी पलाऊगढ़, रूपा कैसी रामपुर, सूरा सी सोरंगाबाद, नीके रही झूल के। चंपा सी चंदेरी कोट, चांदनी सी चांदागढ़। ਤੇ ਵਿਸਰਾਮ ਲਾ ਕੇ ਪਿਛਲੀ ਪੰਕਤੀਆਂ ਵੀ ਦੱਸਾਂਗੇ, ਇਹ ਪੜ੍ਹ ਦਿਓ ਪੂਰਾ। हाँ, चंपा सी चंदेरी कोट, चांदनी सी चांदागढ़, कीर्त तिहारी रही मालती सी फूल के। ਕੋਟ ਕਹਿ ਦਈਏ ਤੇ ਭਾਵੇਂ ਗੜ੍ਹ ਕਹਿ ਦਈਏ, ਇਹ ਕਿਲੇ ਤੋਂ ਭਾਵ ਹੁੰਦਾ। ਤੇ ਜੋ ਪਿਛਲੇ ਆ ਰਹੇ ਇਸ ਕਵਿਤ ਦੇ ਸਾਰੇ ਦੀ ਆਪਾਂ ਜਰਾ ਕੁ ਵਿਸਰਾਮ ਧਿਆਨ ਮਾਰ ਲਈਏ। ਸ਼ੀਰ ਕੈਸੀ ਸ਼ੀਰਾਵਦ, ਵਿਸਰਾਮ ਜਮਕ ਲਾ ਕੇ, ਸ਼ੀਰ ਕੈਸੀ ਸ਼ੀਰਾਵਦ, ਇੱਥੇ ਜਮਕ। ਸ਼ਾਸ ਕੈਸੀ ਛਤਰਾਨੇਰ, ਵਿਸਰਾਮ। ਛਾਪਾਕਾਰ ਕੈਸੀ ਛਬ, ਇੱਥੇ ਠਮਕ ਲਾ ਕੇ। ਕਾਲਿੰਦਰੀ ਕੇ ਕੂਲ ਕੇ। ਹੰਸਨੀ ਸੀ ਸੀਹਾਰੂਮ, ਜਮਕ ਲਾ ਕੇ। ਹੀਰਾ ਸੀ ਹੁਸੈਨਾਬਾਦ, ਵਿਸਰਾਮ। ਗੰਗਾ ਕੈਸੀ ਧਾਰ ਚੱਲੀ, ਇਹਦੇ ਠਮਕ ਲਾ ਕੇ। ਸਾਤੋਂ ਸਿੰਧ ਰੂਲ ਕੇ। ਪਾਰਾ ਸੀ ਪਲਾਊ ਗੜ੍ਹ, ਇੱਥੇ ਜਮ ਕੇ। ਰੂਪਾ ਕੈਸੀ ਰਾਮਪੁਰ, ਵਿਸਰਾਮ। ਸੂਰਾ ਸੀ ਸੁਰੰਗਾਬਾਦ, ਠਮਕ। ਨੀਕੇ ਰਹੀ ਝੂਲ ਕੇ। ਚੰਪਾ ਸੀ ਚੰਦੇਰੀ ਕੋਟ, ਜਮਕ ਲਾ ਕੇ। ਚਾਂਦਨੀ ਸੀ ਚਾਂਦਾਗੜ੍ਹ, ਵਿਸਰਾਮ। ਕੀਰਤ ਤਿਹਾਰੀ ਰਹੀ ਮਾਲਤੀ ਸੀ ਫੂਲ ਕੇ, ਤਿਹਾਰੀ ਤੇ ਠਮਕ ਲਾ ਕੇ। ਮੈਂ ਫਿਰ ਬੇਨਤੀ ਕਰਦਾ ਕਿ ਜਿਹੜੀਆਂ ਲੰਮੀਆਂ ਲੰਮੀਆਂ ਪੰਕਤੀਆਂ ਹੁੰਦੀਆਂ, ਇਹਨਾਂ 'ਚ ਤਿੰਨ ਤਿੰਨ ਵਾਰੀ ਠਹਿਰਾਵ ਆਉਂਦਾ, ਜਿਹਨੂੰ ਠਹਿਰਾਵ ਨੂੰ ਵਿਸਰਾਮ ਕਹਿੰਦੇ ਆ। ਅਤੇ ਵਿਸਰਾਮ ਜਾ ਕੇ ਪੰਕਤੀ ਦੇ ਮੱਧ ਵਿੱਚ, ਭਾਵ ਅੱਧ ਵਿੱਚ ਲੱਗਦਾ ਹੈ। ਉਸ ਤੋਂ ਪਹਿਲਾਂ ਜਿਹੜਾ ਛੋਟਾ ਵਿਸਰਾਮ ਦਾ ਨੂੰ ਅਸੀਂ ਕਹਿੰਦੇ ਜਮਕ ਲਾ ਕੇ, ਜਾਂ ਜਮਕੀ ਕਹਿ ਲਓ। ਜਮਕੀ ਲੱਗ ਗਈ, ਫਿਰ ਵਿਸਰਾਮ ਲੱਗ ਗਿਆ। ਉਸ ਤੋਂ ਜਿਹੜਾ ਅੱਗੇ ਛੋਟਾ ਵਿਸਰਾਮ ਹੁੰਦਾ, ਫੁੱਲ ਸਟਾਪ ਤੋਂ ਪਹਿਲਾਂ, ਡੰਡੀਆਂ ਤੋਂ ਪਹਿਲਾਂ, ਉਹਨੂੰ ਠਮਕ ਹੀ ਕਿਹਾ ਜਾਂਦਾ। ਐਂ ਵੀ ਕਿ ਜਾਨੂੰ ਸਮਝਣਾ ਨਾ ਔਖਾ ਹੋ ਜਾਵੇ, ਠਮਕ ਕਹੀ ਜਾਂਦੇ ਆ। ਪਰ ਇਹ ਫੇਰ ਧਿਆਨ ਰੱਖਿਓ, ਪਹਿਲਾਂ ਵਿਸਰਾਮ ਤੋਂ, ਵਿਸਰਾਮ ਪੰਕਤੀ ਦੇ ਮੱਧ ਵਿੱਚ ਆਉਂਦਾ, ਅਤੇ ਉਦੋਂ ਪਹਿਲਾਂ ਵੀ ਜਿਹੜਾ ਠਹਿਰਾਵ ਆਉਂਦਾ ਉਹਨੂੰ ਜਮਕ ਕਿਹਾ ਜਾਂਦਾ। ਵਿਸਰਾਮ ਫਿਰ ਅਗਦੇ ਵਿਸਰਾਮ ਤੋਂ ਅੱਗੇ ਫਿਰ ਜਿਹੜਾ ਰੁਕਣਾ ਹੁੰਦਾ, ਠਹਿਰਾਵ ਹੋਊਗਾ, ਉਹਨੂੰ ਠਮਕ ਹੀ ਕਿਹਾ ਜਾਂਦਾ। ਜਿਸ ਪ੍ਰਕਾਰ ਸਮਝ ਲਿਆ ਜਾਵੇ। ਅੱਗੇ ਚਲੋ ਜੀ। ਫਟਕ ਸੀ ਕੈਲਾਸ, ਕਮਾਊਗੜ ਕਾਂਸੀਪੁਰ। ਹਾਂ, ਸਰ ਕਲਾਸ ਤੇ ਜਮਕ, ਹਾਂਜੀ। ਕਾਂਸੀਪੁਰ ਤੇ ਵਿਸਰਾਮ, ਸੁਰੰਗਾਬਾਦ ਤੇ ਠਮਕ ਲਾ ਕੇ। ਨੀਕੇ ਸੁਹੀ ਆਤਾ ਹੈ। ਫਟਕ ਸੀ ਕੈਲਾਸ, ਕਮਾਊਗੜ ਕਾਂਸੀਪੁਰ, ਸੀਸਾ ਸੀ ਸੁਰੰਗਾਬਾਦ, ਨੀਕਾ ਸੁਹੀਅਤ ਹੈ। ਹਾਂ, ਇੱਧਰ ਉਲਟ ਪੁਲਟ ਲੱਗੇ ਵਿਸਰਾਮ। ਹਾਂਜੀ। ਹਿਮਾਸੀ ਹਿਮਾਲੈ ਹਾਰ, ਹਿਮਾਸੀ ਹਿਮਾਲੈ ਹਰ ਹਾਰ ਸੀ ਹਲੱਬਾ ਨੇਰ। ਹਿਮਾਲੈ ਤੇ ਵਿਸਰਾਮ ਜਮਕ ਲਾ ਕੇ। ਹਰ ਹਾਰ ਸੀ ਹਲੱਬਾ ਨੇਰ, ਵਿਸਰਾਮ। ਹਾਂਜੀ। ਹਾਜੀਪੁਰ ਤੇ ਠਮਕ। ਹਿਮਾਸੀ ਹਿਮਾਲੈ ਹਰ ਹਾਰ ਸੀ ਹਲੱਬਾ ਨੇਰ, ਹੰਸ ਕੈਸੀ ਹਾਜੀਪੁਰ, ਦੇਖੇ ਮੋਹੀਅਤ ਹੈ। ਚੰਦਨ ਸੀ ਚੰਪਾਵਤੀ, ਚੰਦਰਮਾ ਸੀ ਚੰਦਰਾਗਿਰ, ਚਾਂਦਨੀ ਸੀ ਚਾਂਦਾਗੜ੍ਹ, ਜੂਨ ਜੋਹੀਅਤ ਹੈ। ਗੰਗਾ ਸਮ ਗੰਗ ਧਾਰ, ਬਕਾਨ ਸੀ ਬਿਲੰਦਾਬਾਦ, ਕੀਰਤ ਤਿਹਾਰੀ ਕੀ ਉਜਿਆਰੀ ਸੋਹੀਅਤ ਹੈ। ਕੀਰਤ ਤਿਹਾਰੀ ਕੀ ਉਜਿਆਰੀ ਸੋਹੀਅਤ ਹੈ। ਉਜਿਆਰੀ ਦੇ ਲੱਗੂ ਠਮਕ। ਠੀਕ। ਗੰਗਾ ਸਮ ਗੰਗ ਧਾਰ, ਬਕਾਨ ਸੀ ਬਿਲੰਦਾਬਾਦ, ਕੀਰਤ ਤਿਹਾਰੀ ਕੀ ਉਜਿਆਰੀ ਸੋਹੀਅਤ ਹੈ। ਚਲੋ ਠੀਕ। ਫਰਾ ਸੀ ਫਿਰੰਗੀ, ਫਰਾ ਸੀਸ ਕੇ ਦੁਰੰਗੀ, ਮਕਰਾਨ ਕੇ ਮ੍ਰਿਦੰਗੀ, ਤੇਰੇ ਗੀਤ ਗਾਈਅਤ ਹੈ। ਬਖਰੀ ਕੰਧਾਰੀ, ਗੋਰ ਗਖਰੀ ਗਰਦੇਜਾ ਚਾਰੀ, ਪੌਣ ਕੇ ਆਹਾਰੀ, ਤੇਰੋ ਨਾਮ ਧਿਆਈਅਤ ਹੈ।
ਪੂਰਬ ਪਲਾਉ ਕਾਮ ਰੂਪ ਯੋ ਕਮਾਊ ਸਰਬ ਪੂਰਬ ਪਲਾਉ ਤੇ ਜਮਕ ਲਾ ਕੇ ਕਾਮ ਰੂਪ ਆਉ ਕਮਾਊ, ਇੱਥੇ ਵਿਸਰਾਮ। ਠੀਕ ਹੈ। ਪੂਰਬ ਪਲਾਉ ਕਾਮ ਰੂਪ ਯੋ ਕਮਾਊ। ਫੇਰ ਪੜਿਆ ਕਰੋ। ਹਾਂਜੀ। ਪੂਰਬ ਪਲਾਉ ਕਾਮ ਰੂਪ ਯੋ ਕਮਾਊ, ਸਰਬ ਠੌਰ ਮੈਂ ਬਿਰਾਜੈ ਜਹਾਂ ਜਹਾਂ ਜਾਈਅਤ ਹੈ। ਠੀਕ ਆ। ਪੂਰਨ ਪ੍ਰਤਾਪੀ ਜੰਤਰ ਮੰਤਰ ਕੇ ਅਤਾਪੀ, ਪੂਰਨ ਪ੍ਰਤਾਪੀ ਜੰਤਰ ਮੰਤਰ ਤੇ ਅਤਾਪੀ, ਨਾਥ ਕੀਰਤ ਤਿਹਾਰੀ ਕੋ ਨਾ ਪਾਰ ਪਾਈਅਤ ਹੈ। ਹਾਂਜੀ। ਪੂਰਨ ਪ੍ਰਤਾਪੀ ਜੰਤਰ ਮੰਤਰ ਤੇ ਅਤਾਪੀ, ਨਾਥ, ਇੱਥੇ ਨਾਥ ਤੇ ਥੋੜੀ ਜੀ ਜਿਵੇਂ ਹੁੰਦਾ ਸਮੋਧਕ ਚੰਨ ਬੁਲਾ ਕੇ। ਠੀਕ ਹੈ। ਪੂਰਨ ਪ੍ਰਤਾਪੀ ਜੰਤਰ ਮੰਤਰ ਤੇ ਅਤਾਪੀ, ਨਾਥ ਕੀਰਤ ਤਿਹਾਰੀ ਕੋ ਨਾ ਪਾਰ ਪਾਈਅਤ ਹੈ। ਪੂਰਨ ਪ੍ਰਤਾਪੀ ਜੰਤਰ ਮੰਤਰ ਤੇ ਅਤਾਪੀ, ਨਾਥ ਕੀਰਤ ਤਿਹਾਰੀ ਕੋ ਨਾ ਪਾਰ ਪਾਈਅਤ ਹੈ। ਤਵ ਪ੍ਰਸਾਦ ਪਾਦੜੀ ਛੰਦ। ਹਾਂਜੀ, 14 ਕਵਿਤੇ ਸੇ ਜਿਹੜੇ ਸੰਪੂਰਨ ਹੋਏ ਨੇ ਤੇ 266 ਇੱਥੇ ਅੰਕ ਹੋ ਗਏ ਅਕਾਲ ਉਸਤਤ ਸਾਹਿਬ ਦੇ। ਹਾਂਜੀ, ਅੱਗੇ ਪਾਦੜੀ ਛੰਦ। ਹਾਂਜੀ। ਆਓ ਦਰਸ਼ਨ ਕਰੀਏ। ਹਾਂਜੀ। ਤਵ ਪ੍ਰਸਾਦ ਪਾਦੜੀ ਛੰਦ। ਅਦਵੈ ਅਨਾਸ ਆਸਨ ਅਡੋਲ, ਅਦਵੈ ਅਨੰਤ ਉਪਮਾ ਅਤੋਲ, ਅਸ਼ੈ ਸਰੂਪ ਅਭਿਅਗਤ ਨਾਥ। ਅਸ਼ੈ ਇੱਥੇ ਵੀ ਅਦਕ ਲੱਗਾ ਹੋਏਗਾ। ਨਹੀਂ ਇੱਥੇ ਨਹੀਂ। ਚਲੋ ਕਈਆਂ ਸਰੂਪਾਂ 'ਚ ਇੱਥੇ ਅਦਕ ਹੁੰਦਾ, ਉਹਦਾ ਅਦਕ ਦਾ ਭਾਵ ਵੀ ਇਹ ਹੀ ਹੈ ਵੀ ਉਹਨੂੰ, ਜਿਵੇਂ ਅੱਗੇ ਪਹਿਲਾਂ ਬੇਨਤੀ ਕੀਤੀ ਗਈ ਆ, ਇਹਨੂੰ ਅਸੀਂ ਆੜੇ ਨੂੰ ਅਗੇਤਰ ਲਾਉਣਾ ਹੈ। ਅਸ਼ੈ ਸਰੂਪ ਅਭਿਅਗਤ ਨਾਥ, ਜੋ ਸਰੂਪ ਛਲਿਆ ਨਹੀਂ ਜਾ ਸਕਦਾ, ਪਰਮੇਸ਼ਰ ਨੂੰ ਕੋਈ ਛਲ ਨਹੀਂ ਸਕਦਾ। ਅਸ਼ੈ ਸਰੂਪ ਅਭਿਅਗਤ ਨਾਥ, ਆ ਜਾਨ ਬਾਹੋ ਸਰਬਾ ਪਰਮਾਥ। ਜਹ ਤਹ ਮਹੀਪ ਬਨ ਤਨ ਪਰ ਫੁੱਲ, ਸੋਭਾ ਬਸੰਤ ਜਹ ਤਹ ਪਰ ਡੋਲ, ਬਨ ਤਨ ਦੁਰੰਤ ਖਗ ਮ੍ਰਿਗ ਮਹਾਨ, ਜਹ ਤਹ ਪਰ ਫੁੱਲ ਸੁੰਦਰ ਸੁਜਾਨ। ਫੁੱਲ ਤੰਗ ਪਰ ਫੁੱਲ ਲਹ ਲਹਤ ਮੋਰ, ਸਿਰ ਢੁਰ ਹੈ ਜਾਨ ਮਨ ਮਥ ਹੈ ਚੌਰ। ਕੁਦਰਤ ਕਮਾਲ ਰਾਜਗ ਰਹੀਮ, ਕਰੁਣਾ ਨਿਧਾਨ ਕਾਮਲ ਕਰੀਮ। ਹਾਂਜੀ, ਕਈ ਵਾਰ ਇੱਥੇ ਪਾਠ ਤਕਰੀਬਨ ਆਮਤਾ ਜਿਹੜੇ ਸਰੂਪ ਨੇ ਉਹਨਾਂ 'ਚ ਕੁਦਰਤ ਹੀ ਪਾਠ ਹੁੰਦਾ। ਕੁਦਰਤ ਵੀ ਪਾਠ ਮਿਲ ਜਾਂਦਾ ਹੈ ਤੇ ਕੁਦਰਤ ਵੀ ਪਾਠ ਦੂਜੇ ਨੰਬਰ ਤੇ ਹੈ। ਕੁਦਰਤ ਕਮਾਲ ਰਾਜਗ ਰਹੀਮ, ਕੁਦਰਤ ਵੀ ਪਾਠ ਹੈ ਤੇ ਕੁਦਰਤ ਵੀ ਮਿਲਦਾ ਪਾਠ। ਇਸ ਕਰਕੇ ਕੁਦਰਤ ਪਹਿਲਾਂ ਨੰਬਰ ਰੱਖਿਆ ਜਾਵੇ ਤੇ ਕੁਦਰਤ ਜੇ ਕਿਤੇ ਆ ਜਾਵੇ ਉਹਨੂੰ ਗਲਤ ਨਾ ਸਮਝਿਆ ਜਾਵੇ। ਕੁਦਰਤ ਇਹ ਵੀ ਪਾਠ ਹੁੰਦਾ, ਦੂਜੇ ਨੰਬਰ ਤੇ ਪਾਠ ਹੈ ਕੁਦਰਤ ਕਮਾਲ ਰਾਜਕ ਰਹੀਮ। ਹਾਂਜੀ। ਕੁਦਰਤ ਕਮਾਲ ਰਾਜਕ ਰਹੀਮ, ਕਰੁਣਾ ਨਿਧਾਨ ਕਾਮਲ ਕਰੀਮ। ਜਹ ਤਹ ਬਿਲੋਕ ਤਹ ਤਹ ਪਰਸੋਹ, ਆ ਜਾਨ ਬਾਹ ਅਮਿਤੋਜ ਮੋਹ। ਰੋਸੰਗ ਬਿਰਹਤ ਕਰਣਾ ਨਿਧਾਨ, ਜਹ ਤਹ ਪ੍ਰਫੁੱਲ ਸੁੰਦਰ ਸੁਜਾਨ। ਬਨ ਤਨ ਮਹੀਪ ਜਲ ਥਲ ਮਹਾਨ, ਜਹ ਤਹ ਪਰਸੋਹ ਕਰਣਾ ਨਿਧਾਨ। ਜਗ ਮਗਤ ਤੇਜ ਪੂਰਨ ਪ੍ਰਤਾਪ, ਅੰਬਰ ਜ਼ਮੀਨ ਜਿਹ ਜਪਤ ਜਾਪ। ਸਾਤੋ ਆਕਾਸ ਸਾਤੋ ਪਤਾਰ, ਬਿਥਰਿਉ ਅਦ੍ਰਿਸ਼ਟ ਜਿਹ ਕਰਮ ਜਾਰ। ਉਸਤਤ ਸੰਪੂਰਨੰ। ਹਾਂਜੀ, ਇੱਥੇ ਸ੍ਰੀ ਅਕਾਲ ਉਸਤਤ ਸਾਹਿਬ ਦੀ ਬਾਣੀ ਦੀ ਸੰਪੂਰਨਤਾ ਹੋਈ ਹੈ। ਇਹ ਬਾਣੀ ਦਸਮ ਮਹਾਰਾਜ ਦੇ ਅੰਗ 11 ਤੋਂ ਆਰੰਭ ਹੋ ਕੇ ਸਾਧ ਸੰਗਤ ਜੀ 38 ਅੰਗ ਤੱਕ ਚੱਲਦੀ ਸੰਪੂਰਨ ਹੁੰਦੀ ਹੈ। ਇਹ ਦਸਮ ਪਾਤਸ਼ਾਹ ਮਹਾਰਾਜ ਦੇ ਜੋ ਮਹਾਨ ਪਵਿੱਤਰ ਅੰਮ੍ਰਿਤ ਬਾਣੀ ਹੈ, ਇਹਦੀ ਗੁਰਮੁਖ ਪਿਆਰੇ ਮਹਾਤਮਾ ਲੋਕ ਦੱਸਦੇ ਨੇ, ਜਿਨ੍ਹਾਂ ਸੁਖਮਨੀ ਸਾਹਿਬ ਪੜ੍ਹਦੇ ਆ ਤੇ ਜਿੰਨਾ ਸੁਖਮਨੀ ਸਾਹਿਬ ਦਾ ਮਹਾਤਮ ਓਨਾ ਹੀ ਸ੍ਰੀ ਅਕਾਲ ਉਸਤਤ ਸਾਹਿਬ ਦਾ ਮਹਾਤਮ ਹੈ। ਤਾਂ ਕਰਕੇ ਬਹੁਤ ਸਾਰੇ ਗੁਰਸਿੱਖ ਇਸ ਬਾਣੀ ਦਾ ਨਿਤਨੇਮ ਨਿਤਾ ਪ੍ਰਤੀ ਕਰਦੇ ਹਨ। ਇਹ ਦਸਮ ਪਾਤਸ਼ਾਹ ਮਹਾਰਾਜ ਦੀ ਦਸਮ ਬਾਣੀ ਦੀ ਦੂਜੀ ਭਗਤੀ ਭਾਵ ਅਧਿਆਤਮਕ ਸੁਰ ਵਾਲੀ ਬਾਣੀ ਹੈ ਤੇ ਅੰਮ੍ਰਿਤ ਸੰਚਾਰ ਅਤੇ ਨਿਤਨੇਮ ਦੀਆਂ 5 ਬਾਣੀਆਂ ਵਿੱਚ ਸ਼ਾਮਲ ਸਵਈਏ, ਜੋ ਤਪ ਪ੍ਰਸਾਦ ਸਵਈਏ ਨੂੰ ਅਸੀਂ ਸੁਧਾ ਸਵਈਏ ਕਹਿੰਦੇ ਹਾਂ, ਉਹ ਵੀ ਅਕਾਲ ਉਸਤਤ ਸਾਹਿਬ ਦੀ ਹੀ ਰਚਨਾ ਹਨ, ਇਸ ਦਾ ਹੀ ਹਿੱਸਾ ਹੈ। ਤੋ ਇਹ ਜਿਹੜੀ ਅਕਾਲ ਉਸਤਤ ਸਾਹਿਬ ਬਾਣੀ ਹੈ, ਅਕਾਲ ਪੁਰਖ ਦੀ ਮਹਿਮਾ ਦਾ ਬਿਆਨ ਕਰਦੀ ਹੈ। ਜਿਵੇਂ ਪਿੱਛੇ ਬੇਨਤੀਆਂ ਕਰਦੇ ਆਏ ਹਾਂ,
ਇਹ ਸਾਰੀ ਦੀ ਸਾਰੀ ਰਚਨਾ ਵਿੱਚ ਅਕਾਲ ਪੁਰਖ ਦੇ ਨਿਰਗੁਣ, ਸਰਬ ਵਿਆਪਕ, ਨਿਰਾਕਾਰ ਤੇ ਨਿਰਵਿਕਾਰ ਰੂਪਾਂ ਦਾ ਵਰਣਨ ਕੀਤਾ ਗਿਆ ਹੈ। ਤੋ ਇਸ ਰਚਨਾ ਦੇ ਜਿਹੜੇ ਕੁੱਲ ਛੰਦ ਨੇ ਸਾਧ ਸਿੰਘ ਜੀ ਉਹ 171 ਤੇ 2 ਅੱਗੇ ਹੋਰ ਬਣਦੇ ਨੇ, 2 ਪੰਕਤੀਆਂ ਹੋਰ ਆਉਂਦੀਆਂ ਨੇ। ਇਹ ਸਮਝ ਲਓ ਵੀ 200 ਤੇ 71.5 ਬੰਦ ਬਣਦੇ ਨੇ ਇਸ ਦੇ। ਕਈ ਵੀਰ ਇਹਨਾਂ ਨੂੰ 272 ਵੀ ਲਿਖ ਦਿੰਦੇ, ਪਰ 272 ਨਹੀਂ ਕਿਹਾ ਜਾ ਸਕਦਾ, ਉਹ ਅੱਧਾ ਛੰਦ ਹੈ, ਕਿਉਂਕਿ 4 ਪੰਕਤੀਆਂ ਦਾ ਜੋ ਪਾਧੜੀ ਛੰਦ ਪੂਰਾ ਹੁੰਦਾ। 4 ਪੰਕਤੀਆਂ ਇੱਥੇ ਨਹੀਂ, ਇੱਥੇ 2 ਪੰਕਤੀਆਂ ਨੇ। ਸਾਤੋ ਆਕਾਸ਼ ਸਾਤੋ ਪਤਾਰ ਬਿਥਰਿਓ ਅਦ੍ਰਿਸ਼ਟ ਜੇ ਕਰਮ ਜਾ ਰਹੇ, 2 ਪੰਕਤੀਆਂ ਹੀ ਨੇ, ਤਾਂ ਕਰਕੇ ਇਹ ਹੋਇਆ ਅੱਧਾ ਛੰਦ। ਤੇ 271 ਹੈ ਪਹਿਲਾਂ ਇਸ ਤੋਂ ਲੱਗੇ, ਉਸ ਤੋਂ ਬਾਅਦ ਅੱਧਾ ਛੰਦ, ਤਾਂ ਕਰਕੇ ਇਹ 200 ਤੇ 71 ਬੰਦ ਜਿਹੜੇ ਨੇ ਇਸ ਬਾਣੀ ਦੇ ਨੇ ਸਾਰੇ। ਤੇ ਉਸ ਤੋਂ ਬਾਅਦ ਗੁਰੂ ਪਾਤਸ਼ਾਹ ਨੇ ਲਿਖਣਾ ਕੀਤਾ ਉਸਤਤ ਸੰਪੂਰਨੰ। ਤੋ ਇਹਦੇ ਵਿੱਚ ਬੜਾ ਰਹੱਸ ਹੈ, ਇਹ ਬੜੀ ਧਿਆਨ ਦੇਣ ਯੋਗ ਗੱਲ ਹੈ ਵੀ ਇੱਕ ਤਾਂ ਇਹ ਛੰਦ ਅੱਧਾ ਪਿਆ, ਦੂਸਰਾ ਸਾਹਿਬ ਕਮਾਲ ਜੀ ਲਿਖ ਦਿੰਦੇ ਉਸਤਤ ਸੰਪੂਰਨੰ। ਉਹਦਾ ਭਾਵ ਜਿਵੇਂ ਸਿਆਣੇ ਮਹਾਂਪੁਰਸ਼ਾਂ ਨੇ, ਗੁਰਮੁਖਾਂ ਨੇ ਸੀਨਾ ਬਸੀਨਾ ਆਪਣੇ ਵਿਦਿਆਰਥੀ ਜਾਂ ਗੁਰਮੁਖਾਂ ਨੂੰ, ਪਿਆਰਿਆਂ ਨੂੰ ਦੱਸਿਆ ਹੈ, ਉਹਦਾ ਇਹ ਦੱਸਦੇ ਨੇ ਬਈ ਉਸਤਤ ਸੰਪੂਰਨੰ ਦਾ ਭਾਵ ਇਹ ਹੈ ਵੀ ਜੇ ਅਸੀਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਹਿੰਦੇ ਜੋ ਆਪਣੇ ਵੱਲੋਂ ਉਹ ਬਾਣੀ ਉਚਾਰਨ ਕਰ ਰਹੇ, ਜੋ ਚੈਪਟਰ ਰੱਖਿਆ ਸੀ ਉਹ ਸਾਡੇ ਵੱਲੋਂ ਸੰਪੂਰਨ ਹੋ ਜਾਂਦਾ। ਜੋ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਇਹ ਤਕਰੀਬਨ 12 ਪ੍ਰਕਾਰ ਦੇ ਛੰਦ ਰੂਪਾਂ ਵਿੱਚ ਇਹ ਬਾਣੀ ਲਿਖੀ ਹੈ। 12 ਪ੍ਰਕਾਰ ਦੇ ਛੰਦ ਰੂਪਾਂ ਦੀ ਵਰਤੋਂ ਹੋਈ ਇਸ ਬਾਣੀ ਵਿੱਚ। ਉਹਨਾਂ ਵਿੱਚ ਇਹ ਬਾਣੀ ਦੀ ਸੰਪੂਰਨਤਾ ਹੋ ਜਾਂਦੀ ਗੁਰੂ ਕਲਗੀਧਰ ਪਾਤਸ਼ਾਹ ਜੀ ਵੱਲੋਂ। ਪਰ ਅੱਗੇ ਜਿਹੜਾ ਅੱਧਾ ਛੰਦ ਹੈ ਉਹਦਾ ਭਾਵ ਇਹ ਸਮਝ ਲਿਆ ਜਾਵੇ ਕਿ ਆਫਜੂ ਜਾਂ ਅੱਗੇ ਚੱਲਦਾ ਵੀ ਪਰਮੇਸ਼ਰ ਦੀ ਬਾਣੀ ਜਾਂ ਪਰਮੇਸ਼ਰ ਦੀ ਉਸਤਤ ਜਿਹੜੀ ਹੋਰ ਵੀ ਕੀਤੀ ਜਾ ਸਕਦੀ। ਬੇਅੰਤ ਬੇਅੰਤ ਹੈ, ਬੇਅੰਤ 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 ਕੋ ਕਰੰਤ ਪਾਠ ਪੇਖੀ ਹੈ, ਉਹਦੀ ਮਹਿਮਾ ਹੋਰ ਬੇਅੰਤ ਆ। ਅੱਧਾ ਛੰਦ ਸਾਨੂੰ ਇਹ ਦੱਸਦਾ ਵੀ ਇੱਥੇ ਬਾਣੀ ਜਿਹੜੀ ਕਲਗੀਧਰ ਪਾਤਸ਼ਾਹ ਵੱਲੋਂ ਜਿਹੜੀ ਇਹ ਉਸਤਤ ਇੰਨੀ ਹੈ, ਅਗਰ ਉਸਤਤ ਹੋਰ ਵੀ ਬੇਅੰਤ ਹੈ, ਪਰ ਕਲਗੀਧਰ ਪਾਤਸ਼ਾਹ ਕਹਿੰਦੇ ਅਸੀਂ ਇੱਥੇ ਹੀ ਸੰਪੂਰਨ ਕਰਦੇ ਹਾਂ, ਉਸਤਤ ਭਾਵੇਂ ਹੋਰ ਵੀ ਬੇਅੰਤ ਹੈ। ਤੋ ਇੱਥੇ ਕਈ ਪੰਕਤੀਆਂ ਹੋਰ ਵੀ ਹੁੰਦੀਆਂ, ਕਈ ਗੁਰਮੁਖ ਕਹਿੰਦੇ ਨੇ, ਪਰ ਜੋ ਅਸੀਂ ਪ੍ਰਿੰਟ ਹੋਇਆ, ਜੋ ਸਾਨੂੰ ਲਿਖਤੀ ਰੂਪ ਵਿੱਚ ਮਿਲ ਰਿਹਾ, ਜਿਵੇਂ ਪੁਰਾਣੇ ਸਰੂਪਾਂ ਵਿੱਚ ਹੱਥ ਲਿਖਤ ਪੱਥਰ ਦੇ ਛਾਪੇ, ਜੋ ਲਾਹੌਰ ਵਾਲਾ ਸਰੂਪ ਹੈ, ਮੇਰਾ ਖਿਆਲ ਵੀ 1904 ਦੇ ਵਿੱਚ ਛਪਿਆ ਸੀ, ਉਹ ਲਾਹੌਰ ਮਫੀਦ ਆਮ ਪ੍ਰੈਸ ਉਹਦੇ ਵਿੱਚ ਛਪਿਆ ਸੀ। ਅਤੇ ਉਹਦੇ ਵਿੱਚ ਵੀ ਇਹ 71 ਨੇ, 271 ਛੰਦ ਨੇ। ਅਤੇ ਉਸ 'ਤੇ ਸੰਪੂਰਨ ਉਸਤਤ ਸੰਪੂਰਨ ਉਹਦੇ ਵਿੱਚ ਵੀ ਇਸੇ ਪ੍ਰਕਾਰ ਲਿਖਿਆ ਹੈ। ਕਈ 2 ਪੰਕਤੀਆਂ ਹੋਰ ਵੀ ਦੱਸ ਦਿੰਦੇ ਨੇ ਵੀਰ, ਪਰ ਕਿਤੇ ਪ੍ਰਿੰਟ ਵਿੱਚ ਦਰਸ਼ਨ ਨਹੀਂ ਹੋਏ। ਇਸ ਕਰਕੇ ਜਿਹੜੇ ਪ੍ਰਿੰਟ ਵਿੱਚ ਦਰਸ਼ਨ ਨਹੀਂ ਹੋਏ ਉਹਨਾਂ ਨੂੰ ਫਿਰ ਅਸੀਂ ਉਹਨੂੰ ਜ਼ਬਾਨੀ ਕਲਾਮੀ ਤਾਂ ਕਹਿ ਸਕਦੇ, ਵਰਤੋਂ ਕਰ ਸਕਦੇ ਹਾਂ, ਪਰ ਲਿਖਣਾ ਵੀ ਇੱਥੇ ਉਹਦਾ ਯੋਗ ਨਹੀਂ ਹੈ। ਅਗਰ ਜੇ ਲਿਖਿਆ ਜਾਊਗਾ ਤਾਂ ਫਿਰ ਉਹ ਐਸਾ ਹੋਏਗਾ ਵੀ ਕਿਸ ਰੂਪਾਂ ਵਿੱਚ ਸਾਨੂੰ ਉਹਦੇ ਦਰਸ਼ਨ ਨਹੀਂ ਹੋਏ ਅਤੇ ਕਿਉਂ ਲਿਖਿਆ ਗਿਆ। ਇਸ ਕਰਕੇ ਇਹ ਇੱਥੇ 271 ਛੰਦ ਨੇ। ਅੱਗੇ ਸੰਪੂਰਨ ਉਸਤਤ ਕਰਦੇ ਮਹਾਰਾਜ ਜੀ, ਉਸਤਤ ਸੰਪੂਰਨ ਇਹ ਪਾਤਸ਼ਾਹ ਜੀ ਵੱਲੋਂ ਹੁਕਮ ਹੈ। ਅਤੇ ਅੱਗੇ ਵਿਚਿਤ੍ਰ ਨਾਟਕ ਬਾਣੀ ਆਰੰਭ ਹੁੰਦੀ ਹੈ। ਪੜ੍ਹਨਾ ਕਿ ਫਤਿਹ ਕਰਨਾ? ਆ ਜਿਹੜੀਆਂ ਅਖੀਰਲੀਆਂ ਪੰਕਤੀਆਂ ਇਹ ਸਾਰੀਆਂ ਆਪਾਂ ਪੜ੍ਹ ਕੇ ਸੰਪੂਰਨ ਕਰਾਂਗੇ। ਗੁਰੂ ਪਾਤਸ਼ਾਹ ਰਹਿਮਤ ਕਰਨ। ਜੋ ਅੱਜ ਦਾ ਪਾਠ ਇੱਥੇ ਹੀ ਆ। ਅਗਲੇ ਜੋ ਫਿਰ ਵਿਚਿਤ੍ਰ ਨਾਟਕ ਬਾਣੀ ਆਰੰਭ ਹੋਵੇਗੀ ਉਹਦੇ ਫਿਰ ਦਰਸ਼ਨਦਾਰੇ ਕਰਾਂਗੇ। ਗੁਰੂ ਪਾਤਸ਼ਾਹ ਰਹਿਮਤ ਕਰਨ। ਸਾਨੂੰ ਸਾਰਿਆਂ ਨੂੰ ਹੀ ਬਾਣੀ ਪੜ੍ਹਨ ਦਾ ਪਿਆਰ ਅਤੇ ਉਦਮ ਬਖਸ਼ਦੇ ਰਹਿਣ ਮਹਾਰਾਜ। ਹਾਂਜੀ। ਬਣ ਤਨ ਮਹੀਪ ਜਲ ਥਲ ਮਹਾਨ, ਜਹ ਤਹ ਪਰਸੋਹ ਕਰੁਣਾ ਨਿਦਾਨ।
ਜਗ ਮਗਤ ਤੇਜ ਪੂਰਨ ਪ੍ਰਤਾਪ ਅੰਬਰ ਜਮੀਨ ਜਿਹ ਜਪਤ ਜਾਪ ਸਾਤੂ ਆਕਾਸ ਸਾਤੂ ਪਤਾਰ ਬਿਥਰਿਓ ਅਦ੍ਰਿਸ਼ਟ ਜਿਹ ਕਰਮ ਜਾਰ ਸਾਤੂ ਆਕਾਸ ਸਾਤੂ ਪਤਾਰ ਬਿਥਰਿਓ ਅਦ੍ਰਿਸ਼ਟ ਜਿਹ ਕਰਮ ਜਾਰ ਉਸਤਤ ਸੰਪੂਰਨੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਕਾਰਾ ਬੁਲਾਵੇ ਨਿਹਾਲ ਹੋ ਜਾਵੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਚਰਨਾਂ ਨੂੰ ਭਾਵੇ। ਸ੍ਰੀ ਅਕਾਲ ਗੁਰੂ ਅਕਾਲ ਅਕਾਲ ਅਕਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।